ਸੋ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਮੇਰੇ ਨਾਲ ਵੀਰ ਪਰਮਵੀਰ ਬਾਟ। ਕੀ ਹਾਲ ਨੇ ਬਾਟ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ। ਆਪਣਾ ਸੁਣਾਓ। ਜਿਵੇਂ ਬਹਿ ਜਾ ਹਾਂਜੀ, ਹਮੇਸ਼ਾ ਹੀ ਹੁੰਦੀ ਆ ਤੁਹਾਡੇ ਨਾਲ। ਨਹੀਂ ਮੇਰੇ ਨਾਲ ਕਿੱਦਾਂ ਹੁੰਦੀ ਬਹਿ ਜਾ ਦੇਖੋ ਇੱਦਾਂ ਨਾ ਕਹੋ, ਮੈਨੂੰ ਪਤਾ ਤੁਸੀਂ ਜਿੱਥੋਂ ਬੋਲਦੇ ਆ ਵੀ ਜਦੋਂ ਮੈਂ ਤੁਰਦਾ ਮੈਂ ਕਹਿ ਰਿਹਾ ਬਾਟ ਸਾਹਿਬ ਥੋੜ੍ਹਾ ਬਹਿ ਕੇ ਸਾਹ ਲੈ ਲਈ, ਇਹਦਾ ਮਤਲਬ ਇਹ ਥੋੜ੍ਹਾ ਗੱਲ ਹੁਣ। ਨਹੀਂ ਸਾਹ ਲੈ ਲਓ ਜੇ ਨਹੀਂ ਤੁਰ ਹੁੰਦਾ ਤਾਂ। ਚਲੋ ਜੋ ਵੀ ਆ, ਕੁੱਲ ਮਿਲਾ ਕੇ ਆਪਾਂ ਆਪਣੇ ਸਮੇਂ 'ਤੇ ਹਾਜ਼ਰ ਹੋ ਜਾਂਦੇ ਰੋਜ਼। ਅਤੇ ਮੈਨੂੰ ਇਹ ਹੈ ਕਿ ਵੀ ਰੋਜ਼ ਦੇ ਰੋਜ਼ ਜਦੋਂ ਅਪਡੇਟ ਆਉਂਦੀ ਆ ਤੇ ਕਈ ਗੱਲਾਂ ਤਾਂ ਹੁੰਦੀਆਂ ਵੀ ਜਿਹਦੇ ਨਾਲ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਉਂਦਾ, ਪਰ ਕਈ ਗੱਲਾਂ ਥੋੜ੍ਹੀਆਂ ਪਰੇਸ਼ਾਨ ਵੀ ਕਰਦੀਆਂ ਜੀ। ਹੁਣ ਅੱਜ ਕਿਹੜੇ ਵਾਲੇ ਪਾਸਿਓਂ ਸ਼ੁਰੂ ਕਰਨਾ? ਦੇਖੋ ਪਹਿਲੀ ਗੱਲ ਪਾਸਿਓਂ ਦੂਜੇ ਪਾਸਿਓਂ ਸੁੱਖ ਦੇ ਸਾਹ ਵਾਲੇ ਪਾਸਿਓਂ ਕਰਦੇ, ਪਰ ਸਰਕਾਰੀ ਸੁੱਖ ਦਾ ਸਾਹ ਜਿਹੜਾ ਹੁਣ ਸਰਕਾਰ ਕਹਿੰਦੀ ਆ ਕਿ ਆਪਣੇ ਕੇਸ ਬੜੇ ਘਟ ਗਏ, ਕਰੋਨਾ ਦੇ ਬਹੁਤ ਘਟ ਗਏ, ਰੇਟ ਬੜਾ ਘਟ ਗਿਆ, ਜਾਣੀ ਲੋਕਾਂ ਦੇ ਬਿਮਾਰ ਹੋਣ ਦਾ, ਆਕਸੀਜਨ ਦਾ ਰਫੜ ਵੀ ਘਟ ਗਿਆ। ਚੰਗੀ ਗੱਲ ਹੈ, ਅਸੀਂ ਇਹ ਖਬਰ ਸੁਣਨੀ ਚਾਹੁੰਦੇ ਹਾਂ, ਗਾਹਾਂ ਵਿਖਾਉਣੀ ਸੁਣਾਉਣੀ ਚਾਹੁੰਦੇ ਹਾਂ, ਅਤੇ ਇਹ ਵੀ ਚਾਹੁੰਦੇ ਹਾਂ ਕਿ ਸਾਰੀਆਂ ਖਬਰਾਂ ਠੀਕ ਹੋਣ ਅਤੇ ਲੋਕ ਰਾਜੀ ਖੁਸ਼ੀ ਰਹਿਣ ਆਪੋ ਆਪਣੀ ਥਾਂ ਦੇ ਉੱਤੇ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਕੁਝ ਹੋਰ ਮਸਲੇ ਨੇ ਜਿਨ੍ਹਾਂ ਦੇ ਕਰਕੇ ਲੱਗਦਾ ਕਿ ਅਜੇ ਵੀ ਉਨੀ ਗੰਭੀਰਤਾ ਨਹੀਂ ਹੈ ਜਿੰਨੀ ਗੰਭੀਰਤਾ ਹੋਣੀ ਚਾਹੀਦੀ ਹੈ। ਹੁਣ ਇੱਧਰਲੇ ਪਾਸੇ ਜੇ ਗੱਲ ਸ਼ੁਰੂ ਕਰੀਏ ਤਾਂ ਪੰਜਾਬ ਦੇ ਵਿੱਚ 3 ਔਰਤਾਂ ਨੇ ਖੁਦਕੁਸ਼ੀ ਕੀਤੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਸਾਡੀਆਂ ਵਿਰੋਧੀ ਧਿਰਾਂ ਕਹਿੰਦੀਆਂ, ਕਈਆਂ ਨੇ ਆਕਸੀਮੀਟਰ ਵੰਡੇ ਸੀ, ਕਈ ਹੁਣ ਕੋਵਿਡ ਕੇਅਰ ਸੈਂਟਰ ਜਿਹੜੇ ਉਧਰਲੇ ਪਾਸੇ ਨੂੰ ਘੁੰਮਦੇ ਆ, ਕਈਆਂ ਨੇ ਕਿਹਾ ਕਿ ਭਾਈ ਆ ਦੇਖੋ ਡਾਕਟਰ ਅਸੀਂ ਤੁਹਾਡੇ ਲਈ ਬਿਠਾ ਤੇ ਟੈਲੀਫੋਨ ਕਰ ਲਿਆ ਕਰੋ। ਕੇਂਦਰ ਸਰਕਾਰ ਕਹਿੰਦੀ ਅਸੀਂ ਪੈਸੇ ਹੀ ਬੜੇ ਵੰਡੇ ਆ, ਸੂਬਾ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਕਮਾਲ ਦਾ ਕੰਮ ਕੀਤਾ। ਜੇ ਸਾਰਿਆਂ ਨੇ, ਉੱਪਰ ਵਾਲਿਆਂ ਨੇ, ਹੇਠਾਂ ਵਾਲਿਆਂ ਨੇ, ਵਿਰੋਧੀਆਂ ਨੇ, ਸੱਤਾਧਾਰੀਆਂ ਨੇ, ਸੰਧਾਲੀਆ ਸਾਹਿਬ, ਜੇ ਸਾਰਿਆਂ ਨੇ ਵਧੀਆ ਕੰਮ ਕੀਤਾ, ਜੇ ਇਹਦੇ ਤੋਂ ਇਲਾਵਾ ਅਗਲੀਆਂ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਆ, ਹਰ ਇੱਕ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਸਹੀ ਕੰਮ ਕੀਤਾ, ਤਾਂ ਫਿਰ ਮਲੇਰਕੋਟਲੇ ਨੇੜਲੇ ਇੱਕ ਪਿੰਡ ਦੇ ਇੱਕੋ ਘਰ ਦੇ ਵਿੱਚ 3 ਔਰਤਾਂ ਨੂੰ ਇਸ ਕਰਕੇ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਸੀ ਪੈਣੀ ਕਿ ਭਾਈ ਘਰ ਦੇ ਵਿੱਚ ਦਾਣਾ ਫੱਕਾ ਥੋੜ੍ਹਾ ਹੈ, ਆਰਥਿਕ ਤੌਰ ਦੇ ਉੱਤੇ ਮੰਦੀ ਹੈ। ਕਿਉਂਕਿ ਫਾਹਾ ਲੈਣਾ ਸੌਖਾ ਨਹੀਂ ਹੁੰਦਾ, ਜ਼ਹਿਰ ਖਾਣੀ ਸੌਖੀ ਨਹੀਂ ਹੁੰਦੀ, ਨਹਿਰਾਂ ਦੇ ਵਿੱਚ ਛਾਲ ਮਾਰਨੀ ਸੌਖੀ ਨਹੀਂ ਹੁੰਦੀ। ਇੱਕ ਜਵਾਕੜੀ 19 ਸਾਲਾਂ ਦੀ ਹੈ, ਉਹਦੀ ਮਾਤਾ 43 ਸਾਲਾਂ ਦੀ, ਅਤੇ ਉਹ 43 ਸਾਲਾਂ ਵਾਲੀ ਜਿਹੜੀ ਔਰਤ ਹੈ ਉਹਦੀ ਮਾਤਾ ਗਾਂ 70 ਸਾਲਾਂ ਦੀ ਹੈ, ਅਤੇ ਤਿੰਨਾਂ ਨੇ ਇੱਕੋ ਵਾਰੀ ਖੁਦਕੁਸ਼ੀ ਕਰ ਲਈ। 3 ਪੀੜ੍ਹੀਆਂ ਮੁੱਕ ਗਈਆਂ ਕਿ ਜੀ, 3 ਪੀੜ੍ਹੀਆਂ। ਸੋ ਇਹ ਗੱਲ ਵਾਕਈ ਧਿਆਨ ਮੰਗਦੀ ਆ ਬਾਟ ਸਾਹਿਬ। ਦੇਖੋ ਇੱਕ ਪਾਸੇ ਤੇ ਜਦੋਂ ਆਪਾਂ ਚਰਚਾ ਸੁਣਦੇ ਹਾਂ ਤੇ ਫਿਰ ਪਿੰਡ ਵਾਲੇ ਕਹਿੰਦੇ ਆ ਵੀ ਨਹੀਂ ਜੀ ਪਰਿਵਾਰ ਠੀਕ ਸੀਗਾ, ਮਿਲਣਸਾਰ ਸੀਗਾ, ਸ਼ਾਇਦ ਉਹਨਾਂ ਦੇ ਪਰਿਵਾਰ 'ਚ ਨੰਬਰਦਾਰੀ ਵੀ ਸੀਗੀ, ਪਰ ਕਾਰਨ ਇਹ ਆ ਵੀ ਉਹ ਜੋ ਕੁਝ ਵੀ ਹੋਵੇ ਕੰਧੋਂ ਬਾਹਰ ਲੋਕ ਕੀ ਸੋਚਦੇ ਆ, ਕੀ ਦੇਖਦੇ, ਉਹ ਗੱਲ ਹੋ ਰਿਹਾ। ਘਰ ਦੇ ਅੰਦਰ ਜਦੋਂ ਬੰਦਾ ਸੋਚਦਾ ਉਹਨੂੰ ਲੱਗਦਾ ਵੀ ਹਾਂ ਯਾਰ ਜਦੋਂ ਆਪਾਂ ਆਟੇ ਵਾਲੇ ਪੀਪੇ 'ਚ ਹੱਥ ਮਾਰਦੇ ਤੇ ਉਹ ਵੀ ਥੋੜ੍ਹਾ, ਜਦੋਂ ਕੋਈ ਬੈਂਕ ਵਾਲੀ ਕਾਪੀ ਫਰੋਲਦੇ ਆ ਤੇ ਉਹਦੇ 'ਤੇ ਵੀ ਲਾਲ ਲੀਕਾਂ ਵੱਜੀਆਂ, ਜੇ ਕੋਈ ਫਰਦ ਕਢਾਉਣ ਚਲੇ ਜਾਂਦਾ ਤੇ ਫਿਰ ਪਟਵਾਰੀ ਦੱਸਦਾ ਵੀ ਭਾਈ ਇੰਨੇ ਦੇਣ ਵਾਲੇ ਆ। ਉਦੋਂ ਬੰਦਾ ਜਦੋਂ ਇਕੱਲਾ ਬਹਿ ਕੇ ਅੰਦਰ ਕੁੜਦਾ ਨਾ, ਤੇ ਉਹਨੂੰ ਇਹ ਲੱਗਦਾ ਵੀ ਆਹ ਜਿਹੜੀ 9 ਇੰਚੀ ਦੀ 4 ਇੰਚੀ ਦੀ ਕੰਧ ਹੈ ਤੇ ਉਹਦੇ ਪਾਰ ਕੋ ਗੁਆਂਢ ਆ, ਉਹ ਵੀ ਸ਼ਾਇਦ ਮੇਰਾ ਨਹੀਂ। ਇਹ ਜਿਹੜਾ ਮੇਰੇ ਖਿਆਲ ਨਾਲ ਇਨਸਿਕਿਉਰਿਟੀ ਆ, ਖਾਸ ਕਰਕੇ ਆਪਣੀ ਕਮਿਊਨਿਟੀ 'ਚ, ਆਪਣੇ ਸਮਾਜ 'ਚ ਆਉਣ ਲੱਗ ਪਈ, ਇਹ ਇੱਕ ਬੜੀ ਨੈਗੇਟਿਵ ਚੀਜ਼ ਹੈ। ਨਹੀਂ ਸੰਧਾਲੀਆ ਸਾਹਿਬ, ਮੈਂ ਇਹ ਸੋਚਦਾ ਸੀ ਕਿ ਸਾਨੂੰ ਬਹੁਤ ਸਾਰੇ ਲੋਕ ਟਿੱਪਣੀਆਂ ਕਰ ਸਕਦੇ ਆ, ਹੁਣ ਨਹੀਂ ਆਹ ਗੱਲ ਹੋਣੀ ਆ, ਅਸੀਂ 20 ਤਰ੍ਹਾਂ ਦੀਆਂ ਚਰਚਾਵਾਂ ਛੇੜਦੇ ਹਾਂ। ਛੇੜਨੀ ਵੀ ਚਾਹੀਦੀ ਆ, ਕੋਈ ਬੰਦਾ, ਹਰ ਬੰਦਾ ਆਜ਼ਾਦ ਹੈ ਕਿ ਭਾਈ ਕੀ ਹੋਇਆ। ਹੁਣ ਘਰ ਦਾ ਮੁਖੀਆ ਜਿਹੜਾ ਕਮਾਊ ਜੀ ਸੀ, ਉਹਦੀ 2 ਸਾਲ ਪਹਿਲਾਂ ਮੌਤ ਹੋ ਗਈ, ਠੀਕ ਹੈ, ਸਾਬਕਾ ਫੌਜੀ ਦੀ ਗੱਲ ਕੀਤੀ ਜਾਂਦੀ, ਪੈਨਸ਼ਨ ਆਉਂਦੀ ਹੋਊਗੀ। ਬੱਚੀ ਨੇ ਕਹਿੰਦੇ ਕਿ ਆਇਲਸ ਕੀਤਾ ਹੋਇਆ ਸੀ, ਬੈਂਡ ਉਹਨੇ ਚੰਗੇ ਲਏ ਸੀ, ਵਿਦੇਸ਼ ਜਾਣਾ ਚਾਹੁੰਦੀ ਸੀ, ਕੋਈ ਬੱਚੇ ਦਾ ਸੁਪਨਾ ਹੋ ਸਕਦਾ। ਉਹਨੇ ਪੈਸੇ ਨਾ ਹੋਣਗੇ, ਜ਼ਮੀਨ ਕੋਈ ਨਹੀਂ ਸੀ ਕੋਲੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ 5 ਜੀ ਹੋਣ ਪਰਿਵਾਰ ਦੇ ਵਿੱਚ, ਕੀ ਇੱਕ ਸਾਬਕਾ ਫੌਜੀ ਦੀ ਪੈਨਸ਼ਨ ਦੇ ਨਾਲ ਕੰਮ ਚੱਲ ਜੂ ਜਦੋਂ ਤੁਹਾਡੇ ਕੋਲੇ ਆਮਦਨ ਦਾ ਹੋਰ ਕੋਈ ਵਸੀਲਾ ਨਹੀਂ? ਮੈਂ ਤਾਂ ਸੰਧਾਲੀਆ ਸਾਹਿਬ ਇਹ ਜਿਹੜੀ ਗੱਲ ਨੂੰ ਨਾ ਉਸ ਪਿੰਡ ਦੇ ਇੱਕ ਘਰ ਦੇ ਵਿੱਚੋਂ ਉੱਠਣੀਆਂ ਇੱਕੋ ਵਾਰੀ ਦੀਆਂ 3 ਅਰਥੀਆਂ ਤੋਂ ਗਾਹ ਲੈ ਕੇ ਜਾਣਾ। ਅੱਜ ਸਾਰੇ ਕਹੀ ਜਾਂਦੇ ਆ ਕਿ ਭਾਰਤ ਕੋਵਿਡ ਦੇ ਵਿੱਚੋਂ ਉੱਭਰ ਰਿਹਾ, ਭਾਰਤ ਠੀਕ ਹੋ ਰਿਹਾ, ਉੱਭਰਨਾ ਵੀ ਚਾਹੀਦਾ। ਅੱਜ ਸਿਆਸਤਦਾਨਾਂ ਨੇ ਆਪੋ ਆਪਣੀਆਂ ਲੜਾਈਆਂ ਲੜਨੀਆਂ ਸ਼ੁਰੂ ਕਰਤੀਆਂ। ਬੀਬੀ ਮਮਤਾ ਬੈਨਰਜੀ ਤੇ ਪ੍ਰਧਾਨ ਮੰਤਰੀ ਸਾਹਿਬ ਆਪਸ 'ਚ ਫਸੇ ਹੋਆ। ਉਧਰਲੇ ਪਾਸੇ ਦਿੱਲੀ ਦੀ ਸਰਕਾਰ ਜਿਹੜੀ ਕੇਜਰੀਵਾਲ ਸਾਹਿਬ ਦੀ ਅਗਵਾਈ 'ਚ ਆ, ਉਹਨਾਂ ਦੀ ਮੋਦੀ ਸਰਕਾਰ ਦੇ ਨਾਲ ਟੱਕਰ ਹੈ। ਮੈਂ ਸੋਚ ਰਿਹਾ ਸੀ ਕਿ ਇਹ ਪਰਿਵਾਰ ਦੇ 3 ਜੀ ਤਾਂ ਖੁਦਕੁਸ਼ੀ ਕਰ ਗਏ, ਪਰ ਜਿੰਨੇ ਦਿਨ ਦੁਕਾਨਾਂ ਬੰਦ ਰਹੀਆਂ, ਜਿਨ੍ਹਾਂ ਦੀਆਂ ਰੇਹੜੀਆਂ ਨਹੀਂ ਲੱਗੀਆਂ, ਜਿਹੜੀਆਂ ਫੈਕਟਰੀਆਂ ਬੰਦ ਹੋ ਗਈਆਂ, ਉਹਨਾਂ ਦੇ ਮਾਲਕ, ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ, ਮੁੰਬਈ ਤੋਂ, ਦਿੱਲੀ ਤੋਂ, ਗੁਜਰਾਤ ਦੇ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਸ਼ਹਿਰਾਂ ਤੋਂ ਉੱਜੜ ਕੇ ਦੁਬਾਰਾ ਆਪਣੇ ਖਾਲੀ ਘਰਾਂ ਨੂੰ ਪਰਤੇ ਲੋਕ, ਉਹਨਾਂ ਦੀ ਮਾਨਸਿਕ ਸਥਿਤੀ ਕੀ ਹੋਊਗੀ? ਅਜੇ ਬਹੁਤ ਛੇਤੀ ਸਾਰੀਆਂ ਫੈਕਟਰੀਆਂ ਦੁਬਾਰਾ ਨਹੀਂ ਖੁੱਲਣੀਆਂ। ਜਿਹੜਾ ਬੰਦਾ ਰੇਹੜੀ ਲਾਉਂਦਾ, ਮੰਨ ਲਓ ਕਿ ਉਹਨੇ ਸਕੂਟਰ ਲਿਆ ਕੇ ਸਵੇਰੇ ਉੱਠ ਕੇ ਉਹਨੇ ਮੰਡੀ ਜਾਣਾ,
ਮੰਡੀ ਜਾ ਕੇ ਉਹਨੇ ਸਮਾਨ ਲਿਆਉਣਾ, ਸਬਜ਼ੀ ਲਿਆਉਣੀ, ਫਿਰ ਉਹਨੇ ਰੇੜੀ ਲਾਉਣੀ, ਉਹਦੀ ਰੇੜੀ 20 ਦਿਨ ਲੱਗੀ ਨਹੀਂ, ਸਮਾਨ ਵਿਕਿਆ ਨਹੀਂ। ਹਰ ਬੰਦਾ ਕਹਿੰਦਾ ਜੇ 4 ਰੁਪਏ ਉਹਦੇ ਕੋਲੇ ਹੈਗੇ ਆ ਤਾਂ ਘਰੇ ਰੱਖ ਲਓ, ਸਬਜ਼ੀ ਦੀ ਜਗ੍ਹਾ ਦੇ ਉੱਤੇ ਮੋਠਾਂ ਦੀ ਦਾਲ ਬਣਾ ਲਓ, ਜਿਹੜੀ 2 ਕਿਲੋ ਪਹਿਲਾਂ ਲਿਆ ਕੇ ਰੱਖੀ ਹੈ। ਉਹਦੀ ਸਬਜ਼ੀ ਵਿਕਦੀ ਨਹੀਂ, ਉਹਦਾ ਫਰੂਟ ਵਿਕਦਾ ਨਹੀਂ, ਲੋਕੀ ਬਾਹਰ ਜਾਣੋਂ ਹਟ ਗਏ। ਜੇ ਕਾਰ ਮਕੈਨਿਕ ਦੇ ਕੋਲੇ ਕਾਰ ਕੋਈ ਲੈ ਕੇ ਹੀ ਨਹੀਂ ਗਿਆ, ਪੈਟਰੋਲ ਪੰਪ ਦੇ ਉੱਤੇ ਤੇਲ ਪੈਣਾ ਘਟ ਗਿਆ, ਉਹਨਾਂ ਨੇ 2 ਕਰਿੰਦੇ ਕੱਢ ਦਿੱਤੇ, ਉਹਨਾਂ ਦੀ ਕਮਾਈ ਬੰਦ ਹੋ ਗਈ। ਕਿਸੇ ਨੇ ਨਹੀਂ ਸੋਚਿਆ ਕਿ ਭਾਈ ਉਹਨਾਂ ਦੇ ਗੁਜ਼ਾਰੇ ਕਿੱਦਾਂ ਚੱਲਣੇ ਆ। ਜਿਹਨੇ ਸਕੂਟਰ ਲਿਆ ਕੈਸ਼ ਨਹੀਂ ਲਿਆ, ਉਹਨੇ ਕਿਸ਼ਤਾਂ ਤੇ ਲਿਆ, ਬੈਂਕ ਵਾਲਿਆਂ ਦੀ ਚਿੱਠੀ ਆ ਜਾਣੀ ਹੈ। ਜਿਹਨੇ ਰੇਹੜੀ ਦੀ ਜਗ੍ਹਾ ਦੇ ਉੱਤੇ ਛੋਟਾ ਜਿਹਾ ਖੋਖਾ ਪਾ ਲਿਆ ਤੇ ਉਹਦੇ ਵਿੱਚ 25000 ਦਾ ਸਮਾਨ ਰੱਖਿਆ, 25000 ਕੈਸ਼ ਹੈ ਨਹੀਂ ਮਾੜੇ ਬੰਦੇ ਦੇ ਕੋਲੇ, ਉਹਨੇ ਵੀ ਕਿਸੇ ਤੋਂ ਲਿਆ। ਤੇ ਕਈ ਜਗ੍ਹਾ ਦੇ ਉੱਤੇ ਤਾਂ ਰੋਜ਼ ਉਹ ਕਹਿੰਦੇ ਜੀ 20 ਰੁਪਏ ਰੋਜ਼ ਲਵਾਂਗੇ, ਆ ਕੇ ਪੈਸੇ ਲੈ ਲਾ ਵਿਆਜ ਪਾਉਣੇ ਵਿੱਚ। ਉਹ 20 ਰੁਪਏ ਕਿੱਥੋਂ ਦਊਗਾ? ਅੱਜ ਇਹ 3 ਮਾਵਾਂ ਧੀਆਂ ਦੀ ਗੱਲ ਨਹੀਂ ਹੈ। ਅੱਜ ਸਾਰੇ ਭਾਰਤ ਦੇ ਵਿੱਚੋਂ ਕਿੰਨੇ ਕੁ ਲੋਕ ਆ ਜਿਹੜੇ ਵਿੱਤੀ ਤੌਰ ਤੇ ਤੰਗ ਆ, ਜਿਨ੍ਹਾਂ ਦੀਆਂ ਕਿਸ਼ਤਾਂ ਟੁੱਟ ਗਈਆਂ, ਜਿਨ੍ਹਾਂ ਨੂੰ ਦੁਬਾਰਾ ਕੰਮ ਹੀ ਨਹੀਂ ਮਿਲਣਾ। ਅਜੇ ਸਾਡੀਆਂ ਸਰਕਾਰਾਂ ਨਾ ਕੇਂਦਰ ਵਾਲੀਆਂ, ਨਾ ਸੂਬੇ ਵਾਲੀਆਂ, ਨਾ ਵਿਰੋਧੀ ਧਿਰਾਂ ਤੇ ਨਾ ਸੱਤਾਧਾਰੀ ਧਿਰਾਂ, ਸੰਧਾਲੀਆ ਸਾਹਿਬ ਉਸ ਪੱਧਰ ਤੇ ਪਹੁੰਚ ਕੇ ਸੋਚਣ ਹੀ ਨਹੀਂ ਲੱਗੇ ਕਿ ਲੋਕਾਂ ਨੂੰ ਉਸ ਮਾਨਸਿਕ ਸਮੱਸਿਆ ਦੇ ਵਿੱਚੋਂ, ਆਰਥਿਕ ਸਮੱਸਿਆ ਦੇ ਵਿੱਚੋਂ ਬਾਹਰ ਅਸੀਂ ਕੱਢਣਾ ਕਿੱਦਾਂ। ਪਰ ਗੱਲ ਇਹ ਹੈ ਨਾ ਵੀ ਦੇਖੋ, ਅਗਲੇ ਤੇ ਸੁਰਖਰੂ ਨੇ, ਉਹ ਕਹਿੰਦੇ ਵੀ ਹਾਲਤ ਸੁਧਰ ਰਹੀ ਹੈ, ਅੱਗੇ ਨੂੰ ਸੁਧਾਰ ਹੋ ਰਿਹਾ, ਲੋਕ ਬਿਮਾਰ ਨਹੀਂ ਹੋ ਰਹੇ ਕਾਗਜ਼ਾਂ 'ਚ ਜੀ। ਕਿਉਂਕਿ ਜਦੋਂ ਆਪਾਂ ਟੈਸਟ ਘਟਾ ਦੇਵਾਂਗੇ ਜਾਂ ਜੇ ਬਿਮਾਰੀ ਆਪਣੇ ਜ਼ੋਰ ਦੇ ਹਿਸਾਬ ਨਾਲ ਆਪ ਹੀ ਹਟ ਗਈ ਤੇ ਫਿਰ ਕਿਤੇ ਨਾ ਕਿਤੇ ਤੇ ਸੁਰਖਰੂ ਹੋਵਾਂਗੇ ਨਾ। ਕਿਉਂਕਿ ਕਾਰਨ ਹੈ ਵੀ ਜਦੋਂ ਰੌਲਾ ਪੈਂਦਾ, ਜਦੋਂ ਸਾਰਾ ਕੁਛ ਐ ਡਾਫ ਲੱਗਦੀ ਨਾ, ਡਾਫ ਪਾਣੀ ਦੀ ਜਲ ਲੱਗ ਜਾਂਦੀ ਹੈ ਵੀ ਹੁਣ ਪਾਣੀ ਨਿਕਲਦਾ ਨਹੀਂ, ਜੀ ਕਰੀਏ ਕੀ। ਉਹ ਜਦੋਂ ਕੁਦਰਤੀ ਕਹਿ ਲਓ ਵੀ ਪਿੱਛੋਂ ਮੋਟਰ ਹੀ ਬੰਦ ਹੋ ਗਈ ਆ ਵੀ ਪਾਣੀ ਹੁਣ ਅੱਗੇੋਂ ਘਟ ਗਿਆ, ਤੇ ਉਦੋਂ ਬੰਦਾ ਲੈ ਬੱਲੇ ਵੇਖਿਆ ਫਿਰ ਖਾ ਲਿਆ ਮੈਂ। ਉਹ ਜਿਹੜੀਆਂ ਆਦਤਾਂ ਨੇ ਉਹ ਛੇਤੀ ਕੀਤੀਆਂ ਜਾਣੀਆਂ ਨਹੀਂ। ਬਾਟ ਸਾਹਿਬ ਦੇਖੋ, ਅੱਜ ਆਪਾਂ ਗੱਲ ਕਰ ਲਈਏ, ਜਦੋਂ ਪਹਿਲਾਂ ਪਿਛਲੇ ਸਾਲ ਵੀ ਇਹੋ ਰੌਲਾ ਸੀਗਾ, ਵਿੱਚੋਂ ਜੋ ਆਪਾਂ ਡੀਂਗਾ ਮਾਰਤੀਆਂ, ਦੇਖਾ ਫਿਰ ਭਾਰਤ ਨੇ ਕਮਾਲ ਕਰ ਦਿਆ, ਦੇਖਾ ਫਿਰ ਬਾਕੀ ਵੱਡੇ ਵੱਡੇ ਮੁਲਕਾਂ ਦੇ ਵੱਟ ਨਿਕਲ ਗਏ, ਹਮਨੇ ਕਰੋਨਾ ਕੇ ਵੱਟ ਕੱਢ ਦਿੱਤੇ। ਤੇ ਜਦੋਂ ਦੁਬਾਰਾ ਗਰਾਰੀ ਫਸੀ, ਉਦੋਂ ਆਪਾਂ ਪਿਛਲੇ ਸਮੇਂ 'ਚ ਵੇਖ ਹੀ ਲਿਆ ਕਿ ਵੱਡੇ ਵੱਡੇ ਲੀਡਰ ਵੀ ਆਉਂਦੇ ਸੀ, ਭਾਈ ਸਾਹਿਬ ਤੁਸੀਂ ਗਊ ਮੂਤਰ ਪੀ ਲਓ, ਤੁਸੀਂ ਲੇਪ ਕਰ ਲਓ, ਹੋਰ ਕੁਛ ਨਹੀਂ, ਤੇ ਤੁਸੀਂ ਅੰਦਰ ਬਹਿ ਜਾਓ ਜਾਂ ਫਲਾਣੇ ਥਾਂ 'ਤੇ ਟੂਣਾ ਟਾਮਣਾ ਕਰ ਲਓ। ਤੇ ਜਦੋਂ ਉਹ ਸਾਰਾ ਕੁਛ ਨਿਕਲ ਗਿਆ, ਹੁਣ ਅਗਲੇ ਕਹਿੰਦੇ ਭਾਈ ਸਾਹਿਬ ਅਸੀਂ ਤਾਂ ਕਮਾਲ ਕਰਤੀ। ਸੰਧਾਲੀਆ ਸਾਹਿਬ, ਇਹ ਵੱਡਾ ਸਵਾਲ ਹੈ। ਕਿਸੇ ਨੂੰ ਮਾੜਾ ਲੱਗ ਸਕਦਾ, ਕਿਸੇ ਨੂੰ ਚੰਗਾ। ਜਦੋਂ ਬੀਬੀ ਇੰਦਰਾ ਗਾਂਧੀ ਰਾਜ ਕਰਦੀ ਸੀ ਤਾਂ ਉਹਨੂੰ ਐਂ ਭੁਲੇਖਾ ਪੈਂਦਾ ਸੀ ਕਿ ਸਾਰੇ ਭਾਰਤ ਦੇ ਵਿੱਚ ਕਾਂਗਰਸ ਚਾਹੀਦੀ ਹੈ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਰਾਜ ਕਰਦੇ ਆ ਤਾਂ ਨਕਸ਼ੇ ਜਿਹਾ ਪੇਸ਼ ਕਰਦੇ ਹੁੰਦੇ ਕਿ ਅਸੀਂ ਸਾਰੇ ਭਾਰਤ ਨੂੰ ਭਾਜਪਾ ਯੁਕਤ ਤੇ ਕਾਂਗਰਸ ਮੁਕਤ ਬਣਾਉਣਾ। ਠੀਕ ਹੈ, ਕਾਂਗਰਸ ਦਾ ਰਾਜ ਹੋ ਸਕਦਾ, ਭਾਜਪਾ ਦਾ ਹੋ ਸਕਦਾ, ਪਰ ਕਿਹਨਾਂ ਤੇ ਰਾਜ ਹੈ? ਜਿਨ੍ਹਾਂ ਲੋਕਾਂ ਦੇ ਉੱਤੇ ਰਾਜ ਕਰਨਾ, ਜਿਨ੍ਹਾਂ ਲੋਕਾਂ ਤੇ ਸ਼ਾਸਨ ਕਰਨਾ, ਜਿਨ੍ਹਾਂ ਲੋਕਾਂ ਦੇ ਲਈ ਤੁਸੀਂ ਦਾਅਵੇ ਕਰਨੇ ਕਿ ਅਸੀਂ ਆਹ ਵੀ ਕਰ ਦਿੱਤਾ, ਉਹਨਾਂ ਦੇ ਹਾਲਾਤ ਕੀ ਨੇ? ਤੁਸੀਂ ਇਹ ਦੇਖੋ, ਮੈਂ ਸੋਚ ਰਿਹਾ ਸੀ ਰਾਤੀ ਕਿ ਜਿਹੜੇ ਪਰਿਵਾਰ ਨੂੰ ਸਰਕਾਰ ਨੇ ਕਹਿਤਾ ਕਿ ਤੈਨੂੰ ਸਿਰ ਢੱਕਣ ਲਈ ਛੱਤ ਦਿੱਤੀ ਬਈ, ਇੰਨੇ ਲੱਖ ਲੋਕਾਂ ਨੂੰ, ਤੈਨੂੰ ਉਜਵਲਾ ਸਕੀਮ ਦੇ ਤਹਿਤ ਤੈਨੂੰ ਗੈਸ ਸਿਲੰਡਰ ਇੱਕ ਵਾਰੀ ਦਿੱਤਾ, ਉਹ ਤੋਂ ਦੁਬਾਰਾ ਭਰਾ ਨਹੀਂ ਹੋਇਆ। ਜਨ ਧਨ ਯੋਜਨਾ ਦੇ ਤਹਿਤ ਬੈਂਕ ਦੇ ਵਿੱਚ ਖਾਤਾ ਖੁਲਾਇਆ ਮੁਫਤ, ਇੱਕ ਵਾਰੀ ਪੈਸੇ ਆਏ, ਮੁੜ ਕੇ ਉਹਨਾਂ ਤੋਂ ਲੈਣ ਦੇਣ ਨਹੀਂ ਕਰ ਹੋਇਆ। ਉਹ ਲੋਕ ਜਿਹੜੇ ਉਹਨਾਂ ਦੇ ਵਿੱਚੋਂ ਬਿਮਾਰ ਹੋ ਗਏ, ਸਰਕਾਰੀ ਹਸਪਤਾਲ ਦੇ ਵਿੱਚ ਮੰਨ ਲਓ ਇਲਾਜ ਨਹੀਂ ਹੋਇਆ, ਪ੍ਰਾਈਵੇਟ ਚਲੇ ਗਏ, ਜਾਨੀ ਜੋ ਕੁਝ ਵੀ ਕੋਲ ਸੀ ਨਿਚੜ ਗਏ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਚੰਗਾ ਹੋਇਆ ਕਿਹਾ ਕਿ ਭਾਈ ਜਿਨ੍ਹਾਂ ਦੇ ਮਾਂ-ਬਾਪ ਮਾਰੇ ਗਏ ਨੇ, ਜਿਹੜੇ ਬੱਚੇ ਅਨਾਥ ਹੋ ਗਏ ਕੋਵਿਡ ਦੇ ਕਰਕੇ, ਜਿਹੜੀ ਗੱਲ ਚੰਗੀ ਕੀਤੀ ਹੈ ਚੰਗੀ ਹੈ। ਮੁੱਖ ਮੰਤਰੀ ਪੰਜਾਬ ਨੇ ਕਿਹਾ, ਯੂਪੀ ਵਾਲੇ ਯੋਗੀ ਆਦਿੱਤਿਆਨਾਥ ਨੇ ਵੀ ਕਹਿ ਦਿੱਤਾ, ਨਾਲ ਦੀ ਨਾਲ ਕੇਜਰੀਵਾਲ ਹੋਰਾਂ ਨੇ ਵੀ ਕਹਿ ਦਿੱਤਾ ਕਿ ਭਾਈ ਅਸੀਂ ਆਹ ਕੰਮ ਕਰਨੇ, ਹੋਰਾਂ ਵੀ ਕਈਆਂ ਨੇ। ਪਰ ਪ੍ਰਧਾਨ ਮੰਤਰੀ ਸਾਹਿਬ ਜਦੋਂ ਕਹਿੰਦੇ ਆ ਕਿ ਜਿਹੜੇ ਬੱਚੇ ਅਨਾਥ ਹੋ ਗਏ, ਜਦੋਂ 18 ਸਾਲ ਦੇ 21 ਸਾਲ ਦੇ ਹੋ ਜਾਣਗੇ, 10 ਲੱਖ ਰੁਪਈਆ ਉਹਨਾਂ ਨੂੰ ਆਪਣੇ ਕੋਲੋਂ ਦੇਵਾਂਗੇ। ਜਦੋਂ ਉੱਚ ਸਿੱਖਿਆ ਮਾਸਟਰ ਡਿਗਰੀ ਕਰਨੀ, PhD ਕਰਨੀ ਹੈ, ਉਹਨਾਂ ਨੂੰ ਕਰਜ਼ਾ ਲੈ ਕੇ ਦੇਵਾਂਗੇ, ਵਿਆਜ PM ਕੇਅਰ ਫੰਡ ਦੇ ਵਿੱਚੋਂ ਦੇਵਾਂਗੇ, ਜਿਸ ਫੰਡ ਦਾ ਰੌਲਾ ਪੈਂਦਾ। ਇਹ ਵੀ ਕਿਹਾ ਕਿ ਹਰ ਮਹੀਨੇ ਅਨਾਥ ਹੋਏ ਬੱਚਿਆਂ ਨੂੰ ਅਸੀਂ ਇੱਕ ਤੈਅ ਪੈਸੇ ਦੇਵਾਂਗੇ, ਪੈਸੇ ਕਿੰਨੇ ਅਜੇ ਕਲੀਅਰ ਨਹੀਂ। ਇਹਦੇ ਨਾਲ ਜਿਹੜੇ ਬੱਚੇ 10 ਸਾਲ ਤੋਂ ਛੋਟੇ ਨੇ, ਉਹਨਾਂ ਨੂੰ ਬਸਤਾ, ਉਹਨਾਂ ਨੂੰ ਕਾਪੀਆਂ, ਉਹਨਾਂ ਨੂੰ ਵਰਦੀ, ਸਕੂਲ ਦੇ ਵਿੱਚ ਐਡਮਿਸ਼ਨ ਦਾ ਖਰਚਾ ਸਾਰਾ PM ਕੇਅਰ ਫੰਡ ਦੇ ਵਿੱਚੋਂ, ਬਹੁਤ ਚੰਗਾ। ਪਰ ਸੰਧਾਲੀਆ ਸਾਹਿਬ, ਸਵਾਲ ਪਤਾ ਕੀ ਹੈ? ਸਵਾਲ ਇਹ ਹੈ ਕਿ ਇਹ ਗੱਲ ਕਿਸੇ ਤੋਂ ਛਿਪੀ ਹੋਈ ਨਹੀਂ ਕਿ ਭਾਰਤ ਦੀਆਂ ਸਿਹਤ ਸੇਵਾਵਾਂ ਮੁੱਦੜੇ ਮੂੰਹ ਡਿੱਗੀਆਂ। ਸਾਡੇ ਸਰਕਾਰੀ ਹਸਪਤਾਲ ਸਾਰੇ ਲੋਕਾਂ ਨੂੰ ਇਲਾਜ ਦੇਣ ਦੇ ਵਿੱਚ ਅਸਮਰੱਥ ਸਾਬਤ ਹੋਏ। ਜਿਹੜੇ ਬੰਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਚਲੇ ਗਏ, ਜਿਨ੍ਹਾਂ ਨੇ ਰਿਸ਼ਤੇਦਾਰਾਂ ਤੋਂ ਵੀ ਪੈਸੇ ਫੜ ਲਿਆ, ਕਰਜ਼ਾ ਵੀ ਚੱਕ ਲਿਆ, ਘਰ ਵੀ ਗਹਿਣੇ ਧਰ ਦਿੱਤੇ, ਜ਼ਮੀਨਾਂ ਵੀ ਗਹਿਣੇ ਧਰਤੀਆਂ, ਦੁਕਾਨਾਂ ਵੀ ਗਹਿਣੇ ਧਰਤੀਆਂ, ਉਹਨਾਂ ਨੇ ਉਹ ਪੈਸੇ ਮੋੜਨੇ ਕਿੱਦਾਂ ਆ? ਉਹਨਾਂ ਦੇ ਤਾਂ ਪੱਲੇ ਕੱਖ ਵੀ ਨਹੀਂ ਰਿਹਾ। ਦਾਣੇ ਦੇ ਦਿਓਗੇ, ਸਕੀਮ ਆਈ ਆ ਕਿ ਅਸੀਂ ਦਾਣੇ ਵੀ ਦੇਵਾਂਗੇ, ਅਸੀਂ ਦਾਲ ਵੀ ਦੇਵਾਂਗੇ, ਢਿੱਡ ਭਰ ਲਿਆ, ਠੀਕ ਹੈ। ਤੁਸੀਂ ਉਹਨਾਂ ਨੂੰ ਬਸਤੇ ਵੀ ਦੇ ਦਿਓਗੇ, ਕਾਪੀਆਂ ਵੀ ਦੇ ਦਿਓਗੇ, ਬਹੁਤ ਚੰਗਾ। ਕੀ ਇੱਕ ਬੰਦੇ ਦੇ ਭਾਰਤ ਵਰਗੇ ਲੋਕਤੰਤਰੀ ਮੁਲਕ ਦੇ ਵਿੱਚ, ਜਿਹਦੇ ਬਾਰੇ ਟਵਿੱਟਰ ਨੂੰ ਕਿਹਾ ਗਿਆ ਸੀ ਕਿ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਨੂੰ ਸਿਖਾਓਗੇ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕੀ ਹੁੰਦੀ ਹੈ, ਕਿ ਇੱਥੇ ਦੀਆਂ ਨੀਤੀਆਂ ਕੀ ਚਾਹੀਦੀਆਂ,
ਕੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਦੇ ਵਿੱਚ ਲੋਕਾਂ ਨੂੰ ਜਿਉਂਦੇ ਰਹਿਣ ਦੇ ਲਈ ਇੱਕ ਗੈਸ ਸਿਲੰਡਰ, ਇੱਕ ਵਾਰੀ ਦਾ ਖੁੱਲਿਆ ਖਾਤਾ, ਨਾਲ ਦੀ ਨਾਲ ਇੱਕ ਵਾਰੀ ਦੀ ਦਿੱਤੀ ਹੋਈ ਛੱਤ, ਦਾਲ ਤੇ ਆਟਾ ਜਾਂ ਦਾਲ ਤੇ ਚੌਲ, ਤੇ ਇਹਦੇ ਤੋਂ ਇਲਾਵਾ ਨਿਆਣਿਆਂ ਨੂੰ ਕਾਪੀ ਤੋਂ ਬਿਨਾ ਕੋਈ ਖਰਚਾ ਨਹੀਂ ਹੁੰਦਾ। ਉਹਨਾਂ ਨੇ ਜੇ ਹਸਪਤਾਲ ਪਹੁੰਚਣਾ, ਕਿਰਾਇਆ ਲਾ ਕੇ ਪਹੁੰਚਣਾ। ਉਹਨਾਂ ਨੂੰ ਜੇ ਕੱਲ੍ਹ ਨੂੰ ਕੋਈ ਬਿਮਾਰੀ ਠਮਾਰੀ ਹੋ ਜਾਂਦੀ ਹੈ, ਸਿਆਲ ਆਉਣਗੇ ਕੋਟੀ ਪਾਉਣਗੇ, ਗਰਮੀਆਂ ਆ ਜਾਣਗੀਆਂ ਬਿਜਲੀ ਦਾ ਬਿੱਲ ਦੇਣਗੇ, ਕਿੱਥੋਂ ਦੇਣਗੇ? ਮੈਂ ਕਹਿੰਦਾ ਕਿ ਜਿਹਦੇ ਪਰਿਵਾਰ ਦਾ ਕਮਾਊ ਜੀ ਚਲੇ ਗਿਆ, ਉਹ ਬੱਚਾ ਅਨਾਥ ਨਹੀਂ ਹੈ, ਉਹਦੀ ਮਾਂ ਜਿਉਂਦੀ ਹੈ। ਜਾਂ ਕਿਸੇ ਦੀ ਮਾਂ ਜਿਹੜੀ ਹੈ ਉਹ ਗੁਜ਼ਰ ਕੇ, ਬੱਚਾ 3 ਸਾਲ ਦਾ, ਉਹਦਾ ਬਾਪ ਹੈ, ਉਹਨੂੰ ਘਰੇ ਰਹਿਣਾ ਪਊਗਾ। ਉਹ ਕੰਮ ਕਿੱਦਾਂ ਕਰੂਗਾ? ਬੱਚੇ ਕਿਹਦੇ ਕੋਲੇ ਛੱਡੂਗਾ? ਇਹ ਵੈਸਟਰਨ ਸਿਸਟਮ ਤਾਂ ਹੈ ਨਹੀਂ ਕਿ ਭਾਈ ਸਰਕਾਰ ਨੇ ਇੰਨੇ ਪੈਸੇ ਦੇ ਦਿੱਤੇ, ਤੁਸੀਂ ਘਰੇ ਬੈਠੇ ਆਰਾਮ ਦੇ ਨਾਲ ਖਾ ਸਕੋਗੇ। ਸੋ ਕਿਤੇ ਨਾ ਕਿਤੇ ਡਾਂਗਾਂ ਛੱਡ ਦੇਣ ਸਾਡੇ ਲੀਡਰ ਕੱਲੀ ਇਸ ਗਿਣਤੀ ਦੇ ਵਿੱਚ ਕਿ ਭਾਈ ਆ ਕੇਸ ਇੰਨੇ ਘਟ ਗਏ ਆ, ਅਸੀਂ ਇੰਨੇ ਥਾਵਾਂ ਦੇ ਉੱਤੇ ਆਪਣੀ ਸਰਕਾਰ ਬਣਾ ਲਈ ਹੈ, ਉਹਦੇ ਵਿੱਚ ਕੱਖ ਨਹੀਂ ਰੱਖਿਆ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਸਾਨੂੰ ਬਹੁਤ ਮਾਣ ਹੈ, ਪਰ ਉਸ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੇ ਵਿੱਚ ਲੋਕ ਕਿੰਨੇ ਕੁ ਸੁਖੀ ਨੇ? ਉਹਨਾਂ ਨੂੰ ਸਮਾਜਿਕ ਸੁਰੱਖਿਆ ਜਾਣੀ ਕਿ ਸੋਸ਼ਲ ਸਿਕਿਉਰਿਟੀ ਕਿੰਨੀ ਕੁ ਮਿਲਦੀ ਹੈ? ਉਹਨਾਂ ਨੂੰ ਕਿਤੇ ਫਾਹੇ ਫੂਹੇ ਲੈ ਕੇ ਇੱਕੋ ਪਰਿਵਾਰ ਦੇ 3 ਜੀਆਂ ਨੂੰ ਕਿਤੇ ਮੌਤ ਰਾਣੀ ਨੂੰ ਗਲ ਤਾਂ ਨਹੀਂ ਲਾਉਣਾ ਪੈਂਦਾ? ਉਹ ਚੀਜ਼ਾਂ ਦੇਖਣ ਦੀ ਲੋੜ ਹੈ। ਇਹ ਬਿਲਕੁਲ ਦੇਖਣ ਦੀ ਲੋੜ ਆ ਬਾਠ ਸਾਹਿਬ। ਇਹ ਗੱਲਾਂ ਸਾਰੀਆਂ ਧਿਆਨ ਮੰਗਦੀਆਂ, ਪਰ ਨਾ ਇੱਕ ਚੀਜ਼ ਹੋਰ ਜਿਹੜੀ ਅੱਜ ਕੱਲ੍ਹ ਹੋਣ ਲੱਗ ਪਈ, ਆਉਣ ਵਾਲੇ ਦਿਨਾਂ 'ਚ ਹੋਰ ਹੋਊਗੀ, ਉਹ ਇਹ ਹੈ ਕਿ ਹਰੇਕ ਚੀਜ਼ ਨੂੰ ਕਿਤੇ ਨਾ ਕਿਤੇ ਘੁਮਾ ਕੇ ਫਿਰਾ ਕੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ। ਆਹ ਚੀਜ਼ ਜੀ ਇਸ ਤਰ੍ਹਾਂ, ਆਹ ਧਰਮ ਹੈ, ਜਾਂ ਇਸ ਧਰਮ ਦੇ ਬੰਦੇ ਇੱਦਾਂ ਨੇ, ਇਸ ਧਰਮ ਦੇ ਬੰਦੇ ਉੱਦਾਂ ਨੇ, ਫਲਾਣੇ ਧਰਮ ਦੇ ਬੰਦੇ ਵਧੀਆ ਨੇ। ਹੁਣ ਇਸ ਵਕਤ ਇੱਕ ਬੜੀ ਵੱਡੀ ਚਰਚਾ ਇਸ ਵਕਤ ਚੱਲੀ ਹੈ ਨਾ ਕਿ ਵੀ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼, 3 ਦੇਸ਼ਾਂ ਤੋਂ ਜਿਹੜੇ ਗੈਰ ਮੁਸਲਿਮ ਸ਼ਰਨਾਰਥੀ ਨੇ, ਜਿਹੜੇ ਦੇਸ਼ 'ਚ ਰਹਿ ਰਹੇ, 5 ਸੂਬੇ ਦੱਸੇ ਉਹਨਾਂ ਨੇ, ਪੰਜਾਬ ਦੱਸਿਆ, ਨਾਲ ਆਪਣੇ ਜਿੰਨੇ ਵੀ ਬਾਰਡਰ ਵਾਲੇ ਨੇ, ਆਪਾਂ ਲੈਂਡ ਸਾਈਡ ਇੱਧਰੋਂ ਸ਼ੁਰੂ ਕਰ ਲਈਏ ਸਾਰੇ, ਹੈ ਨਾ, ਰਾਜਸਥਾਨ, ਗੁਜਰਾਤ ਤੱਕ, ਉੱਧਰ ਛੱਤੀਸਗੜ੍ਹ, ਉੱਥੇ ਜਿਹੜੇ ਰਹਿਣ ਵਾਲੇ ਨੇ ਜੀ, ਉਹ ਭਾਰਤ ਦੀ ਨਾਗਰਿਕਤਾ ਲੈ ਸਕਦੇ ਅਤੇ ਉਹਦੇ ਲਈ ਉਹ ਐਪਲੀਕੇਸ਼ਨਾਂ ਦੇ ਦੇਣ। ਹੁਣ ਨਾਲ ਹੀ ਦੂਜੀਆਂ ਪਾਰਟੀਆਂ ਨੇ ਰੌਲਾ ਪਾ ਲਿਆ, ਉਹ ਕਹਿੰਦੇ ਵੀ ਦੇਖੋ ਜੀ ਉਹੀ ਜਿਹੜਾ ਨਾਗਰਿਕਤਾ ਕਾਨੂੰਨ ਸੀਗਾ ਤੁਸੀਂ ਲਾਗੂ ਕਰਨ ਦੀ ਗੱਲ ਕਰਦੇ ਹੋ। ਸਰਕਾਰ ਕਹਿੰਦੀ ਵੀ ਨਹੀਂ, ਵੀ ਇੱਦਾਂ ਦੀ ਗੱਲ ਕੋਈ ਨਹੀਂ ਹੈਗੀ, ਤੁਸੀਂ ਵੈਸੇ ਹੀ ਸੋਚਿਆ ਵੀ ਉਹ ਜਿਹੜੇ ਬੰਦੇ ਉਹਨਾਂ ਨੂੰ ਮਤਲਬ ਹੁਣ ਨਾਗਰਿਕਤਾ ਦੇਣੀ ਚਾਹੀਦੀ, ਕਿਉਂਕਿ ਜਿਹਨੂੰ 11 ਸਾਲ ਰਹਿੰਦੇ ਨੂੰ ਹੋ ਗਏ ਦੇਸ਼ ਦੇ ਵਿੱਚ, ਉਹ ਵੈਸੇ ਹੀ ਹੱਕਦਾਰ ਹੈ। ਹੁਣ ਹੋ ਸਕਦਾ ਸਰਕਾਰ ਦੀ ਨੀਤੀ ਇੱਥੇ ਬੜੀ ਸਾਫ਼, ਕਲੀਅਰ, ਸਪਸ਼ਟ ਹੋਵੇ, ਪਰ ਜੇ ਇਹ ਫਿਰ ਵੀ ਧਰਮ ਦੇ ਨਾਲ ਜਾ ਕੇ ਗੱਲ ਜੁੜਦੀ ਹੈ, ਅਤੇ ਫਿਰ ਜਦੋਂ ਆਪਾਂ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਡੀਂਗਾ ਮਾਰਦੇ ਹਾਂ ਨਾ, ਉਦੋਂ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਰੀਆਂ ਫਿੱਕੀਆਂ ਲੱਗਣ ਲੱਗ ਪੈਂਦੀਆਂ, ਅਤੇ ਇਹ ਵਾਲਾ ਜਿਹੜਾ ਪੱਖ ਹੈ ਉਹ ਇੱਦਾਂ ਜਾਪਦਾ ਵੀ ਯਾਰ ਬਸ ਇੱਕੋ ਹੀ ਮੁੱਦਾ ਰਹਿ ਗਿਆ। ਹੁਣ ਇੱਥੇ ਮੈਂ ਇੱਕ ਹੋਰ ਚੀਜ਼ ਸੋਚਦਾ ਸੀ, ਕਿੰਨੇ ਕੁ ਬੰਦੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਆਪਾਂ ਹਰ ਥਾਂ ਦੇ ਉੱਪਰ ਦੇਖਦੇ ਹਾਂ ਭਾਈ ਸਾਹਿਬ, ਇੱਧਰ ਸੋਸ਼ਲ ਮੀਡੀਆ, ਉੱਧਰ ਸੋਸ਼ਲ ਮੀਡੀਆ, TV ਹੈ ਨਾ, ਅਖਬਾਰਾਂ। ਤੁਸੀਂ ਕਦੀ ਕੋਈ 2 ਟਾਈਮ ਦੀ ਰੋਟੀ ਖਾਣ ਵਾਲਾ ਬੰਦਾ ਜਿਹਨੂੰ ਸਿਰਫ ਇਹ ਹੋਵੇ ਵੀ ਯਾਰ ਮੈਂ ਹੁਣ ਖਾ ਲਈ ਹੈ ਅਤੇ ਰਾਤ ਨੂੰ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ, ਮੈਂ ਕੋਈ ਪ੍ਰਬੰਧ ਕਰ ਲਾਂ ਹੈਂਡ ਟੂ ਮਾਊਥ, ਉਹ ਬੰਦਾ ਕਦੀ ਧਰਮ ਦੇ ਨਾਂ ਦੇ ਉੱਪਰ ਇੱਦਾਂ ਮਤਲਬ ਖਿੱਚਦਾ, ਕੁੜਦਾ, ਨੀਤੀਆਂ ਬਣਾਉਂਦਾ, ਜਾਂ ਵਿੰਗੇ ਟੇਢੇ ਮੂੰਹ ਬਣਾਉਂਦਾ, ਜਾਂ ਇੱਕ ਦੂਜੇ ਦੇ ਉੱਪਰ ਝਈਆਂ ਲੈ ਪੈਂਦਾ, ਕਦੀ ਵੇਖਿਆ ਹੋਵੇ? ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਬੰਦਾ, ਉਹ ਪਹਿਲਾਂ ਸਿਆਣੇ ਕਹਿੰਦੇ ਵੀ ਜਿਹਦੇ ਪੇਟ ਨਹੀਂ ਪਈਆਂ ਰੋਟੀਆਂ ਅਤੇ ਉਹਦੇ ਲਈ ਸਭੇ ਗੱਲਾਂ ਖੋਟੀਆਂ, ਉਹਦੇ ਲਈ ਤਾਂ ਫਿਰ ਧਰਮ ਦੀ ਗੱਲ ਵੀ ਹੈ ਨਹੀਂ ਗੀ। ਹੁਣ ਫਿਰ ਜੇ ਆਪਾਂ ਇਹ ਮੰਨਦੇ ਹਾਂ ਵੀ ਭਾਰਤ ਦੇਸ਼ ਮਹਾਨ ਦੀ 70-80% ਦੀ ਆਬਾਦੀ ਇੱਦਾਂ ਦੀ ਆ, ਆਪਾਂ ਉਹਨਾਂ ਦਾ ਧਿਆਨ ਛੱਡ ਕੇ ਅਤੇ ਜਿਹੜੀ ਬਾਕੀ ਦੀ ਆਬਾਦੀ ਉਹਨਾਂ ਵਾਲੇ ਪਾਸੇ ਨੂੰ ਧਿਆਨ ਕਰੀ ਬੈਠੇ ਹਾਂ ਵੀ ਹਰੇਕ ਨੀਤੀ ਨੂੰ ਯਾਰ ਤੁਸੀਂ ਐਨਕਾਂ ਧਰਮ ਵਾਲੀਆਂ ਲਾ ਦਿਓ ਅਤੇ ਆਪੇ ਹੀ ਐਸ ਨਿਗਾਹ ਨਾਲ ਦੇਖਣ ਲੱਗ ਪਏ, ਇਹਨੂੰ ਹਰਾ ਨਜ਼ਰ ਆਊਗਾ, ਕੋਈ ਫਰਕ ਨਹੀਂ ਪੈਂਦਾ। ਇਹਦੇ ਨਾਲ ਤੁਹਾਨੂੰ ਲੱਗਦਾ ਵੀ ਆਪਾਂ ਬਹੁਤ ਦੂਰ ਪਹੁੰਚ ਜਾਵਾਂਗੇ, ਉੱਥੇ ਅੱਜ ਨਹੀਂ, ਅੱਜ ਤੋਂ ਹੋ ਸਕਦਾ 25 ਸਾਲਾਂ ਨੂੰ ਚਾਈਨਾ ਹੱਥ ਜੋੜਦਾ ਫਿਰੇ ਵੀ ਯਾਰ ਬੜਾ ਡਰ ਲੱਗਦਾ ਇੰਡੀਆ ਤੋਂ, ਅਮਰੀਕਾ ਵਾਲੇ ਪੈਰੀਂ ਪੈਂਦੇ ਫਿਰ 30 ਸਾਲਾਂ ਤੱਕ ਵੀ ਯਾਰ ਤੇਰਾ ਭਲਾ ਜੇ ਯਾਰ ਇੰਡੀਆ ਦਾ ਕਮਾਲ ਆ। ਪਹੁੰਚਦੇ ਆ ਉੱਧਰ ਨੂੰ, ਕੋਈ ਬੱਸ ਜਾਂਦੀ ਉੱਧਰ ਨੂੰ? ਸੰਧਾਲੇ ਸਾਹਿਬ, ਕੋਈ ਬੱਸ ਕੀ, ਮੈਨੂੰ ਲੱਗਦਾ ਕਿ ਰਾਹ ਡੰਡੀ ਵੀ ਨਹੀਂ ਜਾਂਦੀ ਉੱਧਰਲੇ ਪਾਸੇ ਨੂੰ, ਤਾਂ ਕੋਈ ਇਸ਼ਾਰਾ ਵੀ ਨਹੀਂ, ਕੋਈ ਤੀਰ ਵੀ ਨਹੀਂ ਬਾਇਆ ਕਿ ਭਾਈ ਉਹ ਇੱਧਰ ਨੂੰ ਹੈ, ਚਾਹੇ ਰਸਤਾ ਡੰਡੀ ਨਹੀਂ ਹੈ। ਸਵਾਲ ਇਹ ਪੈਦਾ ਹੁੰਦਾ ਕਿ ਠੀਕ ਹੈ, ਪਹਿਲੀ ਗੱਲ ਹੈ ਕਿ ਸ਼ਰਨਾਰਥੀ, ਕਿ ਜਿਹੜੇ ਲੋਕ ਭਾਰਤ ਦੇ ਵਿੱਚ ਆ ਚੁੱਕੇ ਆ, ਉਹ ਸਾਨੂੰ ਅਰਜ਼ੀ ਦੇ ਦਿਓ, ਅਸੀਂ ਤੁਹਾਨੂੰ ਨਾਗਰਿਕਤਾ ਦੇ, ਤੁਸੀਂ ਤੁਹਾਨੂੰ ਸ਼ਰਨ ਦਿੰਦੇ ਹਾਂ। ਸ਼ਰਨਾਰਥੀ ਦਾ ਮਤਲਬ ਤੰਗ, ਪਰੇਸ਼ਾਨ, ਜਿਹੜਾ ਕਿਸੇ ਮਜਬੂਰੀ 'ਚ ਆਇਆ, ਜਿਹਨੂੰ ਸ਼ਰਨ ਚਾਹੀਦੀ ਹੈ। ਹੁਣ ਸੀਰੀਆ 'ਚ ਰੌਲਾ ਪਿਆ ਸੀ, ਅਫਗਾਨਿਸਤਾਨ 'ਚ ਰੌਲਾ ਪਿਆ ਸੀ, ਹੋਰ ਕਈ ਮੁਲਕ ਨੇ ਜਿੱਥੇ ਅੰਦਰੂਨੀ ਜੰਗ ਲੱਗ ਜਾਂਦੀ ਆ, ਜੇ ਇੱਕ ਭਾਈਚਾਰਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਕਿ ਨਹੀਂ ਭਾਈ ਮੈਨੂੰ ਤਾਂ ਉੱਥੇ ਸੇਫ ਨਹੀਂ ਹੈ, ਮੇਰੇ ਬੱਚੇ ਸੇਫ ਨਹੀਂ ਹੈ, ਕੁਛ ਵੀ ਗੱਲ ਹੈ। ਹੁਣ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਵੀ ਸ਼ਰਨ ਲਈ ਆਲੇ ਦੁਆਲੇ ਜਾ ਕੇ, ਕਈ ਵਾਰੀ ਹੋ ਜਾਂਦਾ। ਹੁਣ ਜੇ ਆਪਾਂ ਸ਼ਰਨ ਦੇਣ ਹੀ ਲੱਗੇ ਹਾਂ ਤੇ ਮਜਬੂਰ ਬੰਦੇ ਨੂੰ ਦੇਣੀ ਹੈ। ਪੰਜਾਬ ਨੂੰ ਬਹੁਤਾ ਫਰਕ ਨਹੀਂ ਪੈਂਦਾ, ਬਾਕੀ ਸਾਰੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੂੰ ਫਰਕ ਨਹੀਂ ਪੈਂਦਾ, ਅਸਾਮ ਨੂੰ, ਪੱਛਮੀ ਬੰਗਾਲ ਨੂੰ, ਇੱਦਾਂ ਦੇ ਕਈ ਸੂਬੇ ਆ ਜਿਨ੍ਹਾਂ ਨੂੰ ਫਰਕ ਪੈਂਦਾ। ਖਾਸ ਤੌਰ ਤੇ ਜਿਹੜੇ ਸੂਬੇ ਬੰਗਲਾਦੇਸ਼ ਦੇ ਆਲੇ ਦੁਆਲੇ ਨੇ, ਕਈ ਸੂਬੇ ਇੱਦਾਂ ਦੇ ਨੇ ਸੰਧਾਲੀਆ ਸਾਹਿਬ, ਜਿੱਥੇ ਦੇ ਬਹੁਤ ਸਾਰੇ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਦਾ ਸਟਰਕਚਰ ਹੀ ਬਦਲ ਗਿਆ, ਵੋਟਾਂ ਦਾ ਸਰੂਪ ਹੀ ਬਦਲ ਗਿਆ, ਢਾਂਚਾ ਹੀ ਬਦਲ ਗਿਆ। ਹੁਣ
ਉੱਥੇ ਵੋਟਾਂ ਨੂੰ ਕਿੰਨਾ ਕੁ ਫਰਕ ਪੈਂਦਾ ਹੈ, ਕੌਣ ਖੁਸ਼ ਹੁੰਦਾ ਹੈ, ਕੌਣ ਨਾਰਾਜ਼ ਹੁੰਦਾ ਹੈ। ਜਦੋਂ ਇਹ ਨਾਗਰਿਕਤਾ ਸੋਧ ਕਾਨੂੰਨ ਦੀ ਗੱਲ ਹੋਈ ਸੀ ਨਾ ਕਿ ਪਹਿਲਾਂ 11 ਸਾਲ ਦੀ ਸ਼ਰਤ ਹੈ, 5 ਸਾਲ ਦੀ ਕਰ ਦਿੰਨੇ ਆ, ਗੈਰ ਮੁਸਲਮਾਨਾਂ ਨੂੰ ਆਪਾਂ ਨਾਗਰਿਕਤਾ ਦੇਣ ਦੇ ਲਈ ਢਿੱਲਾਂ ਦੇ ਦਿੰਨੇ ਆ, ਖੁੱਲ੍ਹਾਂ ਦੇ ਦਿੰਨੇ ਆ, ਮਜਬੂਰ ਬੰਦੇ ਨੂੰ ਸ਼ਰਨ ਦਿਓ। ਬਹੁਤ ਸਾਰੇ ਮੁਲਕ ਦਿੰਦੇ, ਭਾਰਤ ਵੀ ਦੇਵੇ। ਆਪਾਂ ਕਹਿੰਦੇ ਆ ਕਿ ਬਹੁਤ ਚੰਗੀ ਗੱਲ ਹੈ ਕਿ ਭਾਈ ਉਹ ਬੰਦਿਆਂ ਦੇ ਕੋਲੇ ਆਪਣੇ ਦੇਸ਼ ਦੀ ਨਾਗਰਿਕਤਾ ਨਾ ਹੋਵੇ, ਦੂਜਾ ਦੇਸ਼ ਉਹਨੂੰ 11 ਸਾਲ ਟੰਗੀ ਫਿਰੇ, ਉਹ ਤਾਂ ਲਟਕਦਾ ਹੈ ਵਿਚਾਰਾ। ਹੁਣ ਜਦੋਂ ਲਟਕਦਾ, ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਪਹਿਲਾਂ ਵੀ ਰੌਲਾ ਪਿਆ ਸੀ ਕਿ ਕਈ ਉਹ ਵੀ ਬੰਦੇ ਸਬੂਤ ਨਹੀਂ ਸੀ ਦੇ ਸਕੇ ਇੱਕ ਮਸਲੇ 'ਚ, ਜਿਹੜੇ MP ਰਹਿ ਚੁੱਕੇ ਆ, ਮੰਤਰੀ ਰਹਿ ਚੁੱਕੇ ਆ, ਰਾਸ਼ਟਰਪਤੀ ਦੇ ਅਹੁਦੇ ਨੂੰ ਟੱਚ ਕਰ ਚੁੱਕੇ ਆ। ਉਹਨਾਂ ਲੋਕਾਂ ਦੇ ਕੋਲੇ ਵੀ ਉਹ ਸ਼ਰਤਾਂ ਪੂਰੀਆਂ ਕਰਨ ਦੇ ਲਈ ਬਹੁਤਾ ਸੌਦਾ ਹੈ ਨਹੀਂ ਸੀ, ਬਹੁਤੇ ਕਾਗਜ਼ ਪੱਤਰ ਹੈ ਨਹੀਂ ਸੀ ਜਿੱਦਾਂ ਦੀਆਂ ਸ਼ਰਤਾਂ ਰੱਖੀਆਂ ਗਈਆਂ ਸੀ, ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਅਸੀਂ ਦੇਸ਼ ਦਾ ਜਿਹੜਾ ਬੰਦਾ ਮੰਤਰੀ ਹੈ ਜਾਂ MP ਹੈ ਤਾਂ ਮਤਲਬ ਕਾਨੂੰਨ ਬਣਾਉਣ ਦੇ ਵਿੱਚ ਭੂਮਿਕਾ ਨਿਭਾਉਂਦਾ। ਪਹਿਲਾਂ ਦੇਸ਼ ਦਾ ਕਾਨੂੰਨ ਇਹ ਕਹਿੰਦਾ ਕਿ ਭਾਈ ਇਹ ਬੰਦਾ ਵੋਟ ਵੀ ਪਾ ਸਕਦਾ, ਇਹ ਚੋਣ ਵੀ ਲੜ ਸਕਦਾ, ਇਹ ਉੱਚੇ ਅਹੁਦੇ ਤੇ ਵੀ ਜਾ ਸਕਦਾ। ਮੁੜ ਕੇ ਅਚਾਨਕ ਉਹ ਸੱਚੇ ਦੇ ਵਿੱਚ ਫਿੱਟ ਹੀ ਨਹੀਂ ਆਉਂਦਾ। ਚਲੋ ਹੁਣ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, ਠੀਕ ਹੈ ਸਰਕਾਰ ਮੈਜੋਰਟੀ ਦੇ ਵਿੱਚ ਹੈ, ਬਹੁਮਤ ਦੇ ਵਿੱਚ ਉਹਨਾਂ ਫੈਸਲਾ ਲੈ ਲਿਆ, ਪਰ ਕੀ ਇੱਕ ਧਰਮ ਜਿਹੜਾ, ਉਸ ਧਰਮ ਦੇ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਆ? ਧਰਮਾਂ ਦੇ ਵਿੱਚ ਵੰਡੀਆਂ ਹੈ ਨਹੀਂ। ਇੱਕ ਧਰਮ ਦੇ ਵਿੱਚ ਬਹੁਤ ਸਾਰੇ ਵੰਡੀਆਂ ਹੁੰਦੀਆਂ ਤੇ ਉਹਦੇ ਵਿੱਚ ਵੀ ਇੱਕ ਮਜਬੂਰ ਕਿਸਮ ਦੇ ਲੋਕ ਹੁੰਦੇ ਆ। ਪਾਕਿਸਤਾਨ ਦੇ ਵਿੱਚ ਆਪਾਂ ਕਈ ਵਾਰੀ ਸੁਣਦੇ ਆ ਨਾ ਕਿ ਮੁਸਲਮਾਨ ਭਾਈਚਾਰਾ ਨਹੀਂ ਦਾ ਬਹੁਤਾ, ਉਹ ਮੁਸਲਮਾਨ ਭਾਈਚਾਰੇ ਦੇ ਵਿੱਚ ਵੀ ਵੰਡੀਆਂ, ਉਹਦੇ ਵਿੱਚ ਵੀ ਇੱਕ ਭਾਈਚਾਰਾ ਇਦਾਂ ਦਾ ਜਿਨ੍ਹਾਂ ਨੂੰ ਉਹ ਆਪਣੇ ਬਰਾਬਰ ਸਮਝਦਾ ਹੀ ਨਹੀਂ, ਉੱਥੇ ਉਹਨਾਂ ਦੇ ਨਾਲ ਵੀ ਧੱਕਾ ਹੋਈ ਜਾਂਦਾ। ਮਜਬੂਰ ਤਾਂ ਹੋ ਸਕਦਾ ਕਿ ਉਹ ਵੀ ਲੋਕ ਹੋਣ। ਇਸ ਕਰਕੇ ਠੀਕ ਹੈ ਜਿਹੜੀਆਂ ਸਿਆਸੀ ਐਨਕਾਂ ਨੇ ਉਹਨਾਂ ਦੇ ਵਿੱਚੋਂ ਹਰਾ ਦੀਦਾ ਸਾਰਾ ਕਿ ਭਾਈ ਆਹ ਅਸੀਂ ਕਰਦੇ ਹਾਂ, ਇਹਦੇ ਨਾਲ ਆਹ ਬੰਦਾ ਫਿੱਟ ਹੋ ਜੂ, ਇਹਦੇ ਨਾਲ ਆਹ ਬੰਦਾ ਫਿੱਟ ਹੋ ਜੂ, ਆਹ ਗਲੀ ਬਣਾ ਦਿਓ। ਮੰਨ ਲਓ ਪਿੰਡ ਦਾ ਸਰਪੰਚ ਕਵੇ ਇੱਥੇ 40 ਵੋਟਾਂ ਜਿਹੜੀਆਂ ਬਣਦੀਆਂ, ਭਾਵੇਂ ਉਸ ਗਲੀ 'ਚ ਪਾਣੀ ਨਹੀਂ ਖੜਦਾ, ਪਰ ਦੂਜੇ ਪਾਸੇ ਜਿੱਥੇ ਡੇਂਗੂ ਫੈਲ ਸਕਦਾ ਹੈ, ਜਿੱਥੇ ਮਲੇਰੀਆ ਫੈਲ ਸਕਦਾ ਹੈ, ਜਿੱਥੇ ਪਹਿਲਾ ਮੀਂਹ ਪਵੇ ਤਾਂ ਸਭ ਤੋਂ ਵੱਧ ਪਾਣੀ ਖੜ ਸਕਦਾ ਹੈ, ਉੱਥੇ ਕਹਿੰਦੇ ਕੋਈ ਗੱਲ ਨਹੀਂ, ਇੱਥੇ ਤਾਂ ਵੋਟਾਂ ਹੀ 35 ਆ, ਇਹ ਛੱਡੋ, ਵੱਧ ਵੋਟਾਂ ਵਾਲੀ ਥਾਂ ਪੱਕੀ ਕਰਾ ਦਿਓ। ਸੰਧਾਲੀਆ ਸਾਹਿਬ ਉਹ ਬਹੁਤ ਖਿਆਲ ਦੇ ਨਾਲ, ਮੈਂ ਦਰਭੰਗਾ ਇੱਕ ਬਿਹਾਰ ਦੇ ਵਿੱਚ ਪੈਂਦਾ, ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਠੀਕ ਹੈ ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਸਰਕਾਰ ਕਰਦੀ ਹੈ ਕਰ ਲੈ। ਬਿਹਾਰ ਦੇ ਵਿੱਚੋਂ ਪੱਪੂ ਯਾਦਵ ਦਾ ਮਾਮਲਾ ਪਿਛਲੇ ਦਿਨੀ ਸਾਹਮਣੇ ਆਇਆ ਸੀ ਨਾ, ਉਹ ਕਹਿੰਦਾ ਸੀ ਆਹ ਮੰਤਰੀ ਹੈ, ਆਹ ਮੰਤਰੀ ਦਾ ਹਲਕਾ ਹੈ, ਮੰਤਰੀ ਦਾ ਪਿੰਡ ਹੈ, ਉੱਥੇ ਆ ਦੇਖੋ ਐਂਬੂਲੈਂਸ ਖੜੀਆਂ, ਕਿਉਂ ਨਹੀਂ ਤੋਰੀਆਂ ਗਈਆਂ, ਜਦ ਕਿ ਲੋਕ ਐਂਬੂਲੈਂਸ ਨੂੰ ਤਰਸਦੇ ਪਏ ਆ। ਵੀਡੀਓ ਬਣਾਈ ਸੀ ਉਹਨੇ, ਤੇ ਨਾਲ ਹੀ ਵੀ ਕਿਹਾ ਸੀ ਆ ਦੇਖੋ ਐਂਬੂਲੈਂਸ ਦੇ ਵਿੱਚ ਰੇਤਾ ਢੋਂਦੇ ਆ, ਕਿ ਰੇਤਾ ਢੋਣ ਨੂੰ ਤੁਹਾਡੇ ਕੋਲੇ ਬੰਦੇ ਹੈਗੇ ਐਂਬੂਲੈਂਸ ਚਲਾਉਣ ਨੂੰ, ਤੁਸੀਂ ਤਾਂ ਖੜੀਆਂ ਕੀਤੀਆਂ ਕਿ ਸਾਡੇ ਕੋਲੇ ਸਰਕਾਰੀ ਡਰਾਈਵਰ ਨਹੀਂ। ਉਹ ਪੱਪੂ ਯਾਦਵ ਚੱਕ ਕੇ ਪੁਰਾਣੇ ਕੇਸ 'ਚ ਅੰਦਰ ਦੇ ਦਿੱਤਾ। ਉਹ ਪੱਪੂ ਯਾਦਵ ਜੇਲ੍ਹ ਦੇ ਵਿੱਚ ਬਿਮਾਰ ਹੋ ਗਿਆ। ਜਿਹੜੇ ਬਿਹਾਰ ਦੇ ਦਰਭੰਗਾ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਾਇਆ, ਸਰਕਾਰੀ ਹਸਪਤਾਲ ਦੇ ਵਿੱਚ। ਸੰਧਾਲੀਆ ਸਾਹਿਬ ਧਿਆਨ ਕਿੱਥੇ ਦੇਣ ਦੀ ਲੋੜ ਹੈ? ਕੀ ਸਿਆਸੀ ਤੌਰ ਤੇ ਲੜਾਈਆਂ ਕਰਨ ਦੀ ਲੋੜ ਹੈ, ਇੱਕ ਦੂਜੇ ਤੇ ਦੋਸ਼ ਲਾਉਣ ਦੀ ਲੋੜ ਹੈ, ਜਾਂ ਲੋਕਾਂ ਨੂੰ ਬਚਾਉਣ ਦੀ ਲੋੜ ਹੈ? ਕਰੋਨਾ ਦੇ ਪੀੜਤ ਲੋਕ ਪਏ ਆ, ਸਭ ਤੋਂ ਵੱਡਾ ਹਸਪਤਾਲ ਹੈ ਜ਼ਿਲ੍ਹੇ ਦਾ, ਤੇ ਉੱਥੇ ਬਹੁਤ ਸਾਰੇ ਲੋਕ ਮੰਜਿਆਂ ਦੇ ਉੱਤੇ ਪਏ ਆ। ਪਹਿਲਾ ਮੀਂਹ ਪੈਂਦਾ, ਜਿੱਥੇ ਆਪਰੇਸ਼ਨ ਕਰਦੇ ਆ ਉੱਥੇ ਵੀ ਪਾਣੀ, ਜਿੱਥੇ ਔਰਤਾਂ ਬੱਚਿਆਂ ਨੂੰ ਜਨਮ ਦਿੰਦੀਆਂ ਉੱਥੇ ਵੀ ਪਾਣੀ, ਜਿੱਥੇ ਕਰੋਨਾ ਵਾਲੇ ਮਰੀਜ਼ ਪਏ ਆ ਬੈੱਡ ਦੇ ਉੱਪਰ ਉਹ ਪਏ ਆ ਤੇ ਥੱਲੇ 2-2 ਫੁੱਟ ਪਾਣੀ। ਜੇ ਕੋਈ ਮਰੀਜ਼ਾਂ ਨੂੰ ਰੋਟੀ ਦੇਣ ਆਉਂਦਾ ਤੇ ਉਹਨੇ ਪੱਟਾਂ ਤੱਕ ਪਜਾਮਾ ਟੰਗਿਆ ਆ ਬੰਦੇ ਨੇ, ਤਾਂ ਪਾਣੀ ਦੇ ਵਿੱਚ ਦੀ ਤੁਰਿਆ ਆਉਂਦਾ। ਨਰਸਾਂ ਕਿਸੇ ਦੇ ਟੀਕਾ ਲਾਉਣ ਆਉਂਦੀਆਂ ਤੇ ਨਰਸਾਂ ਪਾਣੀ 'ਚ ਤੁਰੀਆਂ। ਜੇ ਡਾਕਟਰ ਕਿਸੇ ਦੀ ਨਬਜ਼ ਚੈੱਕ ਕਰਨਾ ਆਉਂਦਾ, ਉਹਦਾ ਟੈਂਪਰੇਚਰ ਦੇਖਣ ਆਉਂਦਾ, ਜਾਂ ਉਹਨੇ ਦਵਾਈ ਲਈ ਕਿ ਨਹੀਂ ਲਈ, ਉਹਨੂੰ ਫਰਕ ਪਿਆ ਕਿ ਨਹੀਂ ਪਿਆ, ਉਹ ਅੱਖਾਂ ਐਂ ਕਰਕੇ ਦੇਖਣ ਆਉਂਦਾ ਕਿ ਲਾਲੀ ਘਟੀ ਕਿ ਨਹੀਂ ਘਟੀ, ਉਹ ਵੀ ਪਾਣੀ ਦੇ ਵਿੱਚ ਆਉਂਦਾ। ਤੇ ਜਿੱਥੇ ਪੱਪੂ ਯਾਦਵ ਦਾ ਬੈੱਡ ਹੈ, ਸਾਬਕਾ MP ਦਾ, ਉਹਦੇ ਥੱਲੇ ਵੀ ਪਾਣੀ ਹੈ। ਹੁਣ ਜੇ ਸਾਡੇ ਕੋਲੋਂ ਇੱਕ ਉਹ ਸੂਬਾ ਜਿੱਥੇ ਉਸ ਪਾਰਟੀ ਦੀ ਸਰਕਾਰ ਹੈ ਜਿਹੜੀ ਕੇਂਦਰ 'ਚ ਵੀ ਸੱਤਾਧਾਰੀ ਹੈ ਤੇ ਜਿਹੜੀ ਉਸ ਸੂਬੇ 'ਚ ਵੀ ਸੱਤਾਧਾਰੀ ਹੈ, ਉਹ ਸੂਬਾ ਜਿੱਥੇ ਸੁਸ਼ਾਸਨ ਬਾਬੂ ਦੇ ਰਾਜ ਹੈ, ਜੇ ਪਹਿਲੇ ਹਲਕੇ ਜਿਹੇ ਮੀਂਹ ਦੇ ਨਾਲ ਹੀ ਸਾਡੇ ਮਰੀਜ਼ਾਂ ਦੇ ਥੱਲੇ 2-2 ਫੁੱਟ ਪਾਣੀ ਤੁਰਿਆ ਫਿਰਦਾ ਕਈਆਂ ਘੰਟਿਆਂ ਦਾ, ਸਾਨੂੰ ਸਭ ਤੋਂ ਪਹਿਲਾਂ ਉਹ ਮੁੱਦੇ ਸੁਲਝਾਉਣੇ ਚਾਹੀਦੇ ਆ ਕਿ ਇੱਕ ਦੂਜੇ ਦੇ ਨਾਲ ਅਸੀਂ ਫਸਣਾ ਹੈ, ਪੰਗੇ ਲੈਣੇ ਆ, ਇੱਕ ਦੂਜੇ ਨੂੰ ਗਲਤ ਸਾਬਤ ਕਰਕੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਨਾ। ਹੋਰ ਕਹਾਣੀ ਸੁਣਾ ਦਿੰਨਾ। ਆ ਜਾਓ। ਰਣਜੀਤ ਰੰਜਨ, ਉਹਨਾਂ ਨਾਲ ਆਪਾਂ ਗੱਲ ਕੀਤੀ ਸੀ, ਪੱਪੂ ਯਾਦਵ ਹੋਰਾਂ ਦੀ ਮੈਸੇਜ ਨੇ। ਹੁਣ ਹੈ ਉਹ ਪੰਜਾਬੀ ਬੋਲਦੇ, ਜੇ ਤੁਸੀਂ ਨਹੀਂ ਦੇਖੀ ਇੰਟਰਵਿਊ ਤਾਂ ਜ਼ਰੂਰ ਸੁਣ ਲੈਣਾ ਜੀ, ਦੇਖ ਲੈਣਾ, ਪਿਛਲੇ ਇੱਥੇ ਤੁਹਾਨੂੰ ਮਿਲ ਜਾਏਗੀ YouTube ਦੇ ਉੱਪਰ। ਉਹਨਾਂ ਜਿਹੜੀ ਮੈਨੂੰ ਗੱਲ ਦੱਸੀ, ਉਹ ਕਹਿੰਦੇ ਕਿ ਵੀ ਜਦੋਂ ਉਹਨੂੰ ਪੱਪੂ ਯਾਦਵ ਹੋਰਾਂ ਨੂੰ ਕੋਈ ਤਕਲੀਫ ਹੋਈ, ਉਹ ਕਿਉਂਕਿ ਬੰਦਾ ਕਈ ਬਿਮਾਰੀਆਂ ਦਾ ਮਰੀਜ਼ ਹੈ, ਉਹ ਕਿਤੇ ਪ੍ਰਾਈਵੇਟ ਹਸਪਤਾਲ ਦੀ ਗੱਲ ਚੱਲੀ ਹੋ ਵੀ ਯਾਰ ਉੱਥੇ ਦਿਖਾ ਲੈਂਦੇ ਆ, ਤਾਂ ਜਿਹੜੇ ਅਫਸਰ ਦੀ ਉਹ ਗੱਲ ਦੱਸਦੇ ਸੀ, ਉਹ ਕਹਿੰਦੇ ਵੀ ਉੱਧਰੋਂ ਇਹ ਹੁਕਮ ਆਇਆ ਵੀ ਕਦ ਲਈ ਸਰਕਾਰੀ ਖੜੋ, ਇਹਨੂੰ ਅਸਲੀ ਹਸਪਤਾਲ ਨੂੰ ਖੜੋ। ਹੁਣ ਮੈਂ ਸੋਚਦਾ ਵੀ ਦੇਖੋ, ਇਹਦਾ ਮਤਲਬ ਵੀ ਇੱਕ ਆਪਣੇ ਬੰਦੇ ਨੂੰ, ਇੱਕ ਵਿਰੋਧੀ ਨੂੰ ਤੁਸੀਂ ਸਜ਼ਾ ਦੇਣ ਦੇ ਲਈ ਸਰਕਾਰੀ ਹਸਪਤਾਲ ਭੇਜਦੇ ਹੋ। ਇਹਦਾ ਮਤਲਬ ਤੁਹਾਨੂੰ ਪਤਾ ਵੀ ਉੱਥੇ ਆਹ ਕੁਛ ਹੋਊਗਾ, ਇਸ ਕਰਕੇ ਇਹਨੂੰ ਉੱਥੇ ਭੇਜੋ। ਜਦ ਕਿ ਡਿਊਟੀ ਸਰਕਾਰ ਦੀ ਇਹ ਬਣਦੀ ਵੀ ਅਸੀਂ ਸਰਕਾਰੀ ਹਸਪਤਾਲ ਨੂੰ ਚੰਗਾ ਬਣਾਈਏ ਤਾਂ ਜੋ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ।
ਜਿਹੜੀ ਚੀਜ਼ ਸੇਵਾ ਦੇਣ ਨੂੰ ਰੱਖੀ ਹੈ। ਮੈਂ ਤਾਂ ਅੱਗੇ ਵੀ ਕਹਿ ਰਿਹਾ ਨਾ, ਸਿਆਸਤ ਦੀ ਗੱਲ ਜਦੋਂ ਆਉਂਦੀ ਆ ਉਦੋਂ ਸੇਵਾ ਦਾ ਮਤਲਬ ਬਦਲ ਜਾਂਦਾ। ਇਹਦਾ ਮਤਲਬ ਹੁਣ ਉੱਥੇ ਸੇਵਾ ਨਹੀਂ, ਉੱਥੇ ਸਜ਼ਾ ਆ। ਸੰਧਾਲੀਆ ਸਾਹਿਬ, ਆ ਚੰਗਾ ਹੋਇਆ ਤੁਸੀਂ ਨਾਲ ਕੋਟ ਕਰ ਦਿੱਤਾ, 2.5 ਨਾਲ 2.5 ਲਾ ਕੇ 5.25 ਬਣਾਤੀਆਂ, ਵਧੀਆ ਹੋਇਆ। ਮੈਂ ਤਾਂ ਕਹਿੰਦਾ ਕਿ ਸਾਡੀ ਲੀਡਰਸ਼ਿਪ ਜਿਹੜੀ ਆ ਸਿਆਣੀ ਆ, ਸਿਆਣੀ ਕਰਕੇ ਏਡੇ ਦੇਸ਼ ਨੂੰ ਚਲਾਈ ਜਾਂਦੀ ਆ, ਸਿਆਣੀ ਕਰਕੇ ਇੰਨੀਆਂ ਰੈਲੀਆਂ ਕਰੀ ਜਾਂਦੀ ਆ, ਸਿਆਣੀ ਕਰਕੇ ਦੂਜਿਆਂ ਨੂੰ ਗਲਤ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਦੀ, ਭਾਵੇਂ ਕੋਈ ਪਾਰਟੀ ਹੋਵੇ। ਪਰ ਅੱਜ ਇਹਨਾਂ ਦੇ ਲਈ ਸੋਚਣ ਦਾ ਸਮਾਂ। ਮੈਂ ਕਹਿੰਦਾ ਕਿ ਇੱਕ ਫਾਰਮੂਲਾ ਲੈ ਲੈਣ, ਜਦੋਂ ਕਹਿੰਦੇ ਨਾ ਕਿ ਸਾਡੀਆਂ ਸਿਹਤ ਸੇਵਾਵਾਂ ਬਹੁਤ ਵਧੀਆ, ਡਾਕਟਰਾਂ ਨੇ ਕਸਰ ਨਹੀਂ ਛੱਡੀ, ਕੋਈ ਸਰਕਾਰੀ ਜਿਹੜੇ ਆ, ਨਰਸਾਂ ਨੇ ਕਸਰ ਨਹੀਂ ਛੱਡੀ, ਬਹੁਤ ਅੱਛਾ ਕੰਮ ਕੀਤਾ। ਪਰ ਉਹ ਕਿੰਨੇ ਕਿਹਾ, ਉਹਨਾਂ ਨੂੰ ਬਿਲਡਿੰਗ ਕਿੱਦਾਂ ਦੀ ਦਿੱਤੀ ਹੈ, ਉਹਨਾਂ ਨੂੰ ਦਵਾਈ ਕਿੰਨੀ ਦਿੱਤੀ ਹੈ, ICU ਵੈਂਟੀਲੇਟਰ ਕਿੰਨੇ ਦਿੱਤੇ ਆ, ਕਿਉਂਕਿ ਉਹ ਤਾਂ ਦਿਮਾਗ ਤੇ ਹੱਥ ਵਰਤ ਸਕਦੇ ਆ, ਚੀਜ਼ਾਂ ਤਾਂ ਸਰਕਾਰ ਨੇ ਦੇਣੀਆਂ। ਅੱਜ ਇੱਕੋ ਹੀ ਗੱਲ ਕਰ ਲੈਣ, ਪੰਜਾਬ, ਹਰਿਆਣਾ, ਦਿੱਲੀ, UP ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਅੰਕੜੇ ਦੇਣ, ਕੇਂਦਰ ਦੀ ਸਰਕਾਰ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੂੰ ਮੈਨੇਜ ਕਰੇ। ਅੰਕੜੇ ਕੀ ਦੇਣੇ ਆ ਕਿ ਕਿਸੇ ਵੀ ਸੂਬੇ 'ਚ ਤੇ ਸਾਰੇ ਦੇਸ਼ ਦੇ ਵਿੱਚ ਕਿੰਨੇ MLA, ਕਿੰਨੇ MP, ਕਿੰਨੇ ਸੂਬਿਆਂ ਦੇ ਮੰਤਰੀ, ਕਿੰਨੇ ਕੇਂਦਰ ਦੇ ਮੰਤਰੀ ਕਰੋਨਾ ਨਾਲ ਪੀੜਤ ਹੋਏ ਆ, ਜਿੰਨੇ ਪੋਜ਼ਿਟਿਵ ਹੋਏ ਆ, ਜਾਂ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਬੰਦੇ ਬਿਮਾਰ ਹੋਏ ਆ, ਤੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਲਿਸਟ ਜਾਰੀ ਕਰਨ, ਤੇ ਉਹਨਾਂ ਦੇ ਵਿੱਚੋਂ ਕਿੰਨੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਏ ਆ। ਪਹਿਲੀ ਗੱਲ। ਦੂਸਰੀ ਗੱਲ, ਜੇ ਤਾਂ ਉਹ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਏ ਆ, ਉੱਥੋਂ ਠੀਕ ਹੋ ਕੇ ਆਏ ਆ, ਕੋਈ ਸਮੱਸਿਆ ਹੀ ਨਹੀਂ। ਮੈਂ ਕਹਿੰਦਾ ਕਿ ਬਹਿ ਜਾ, ਥਾਪੀਆਂ ਜਿੰਨੀਆਂ ਚਾਹਣ ਉਨੀਆਂ ਥਾਪੀਆਂ, ਕਿ ਥਾਪੜਿਆ ਬਈ ਪਿੱਠ ਤੁਹਾਡੀ ਕਮਾਲ। ਪਰ ਜੇ ਉਹ ਸਾਰੇ MLA, ਮੈਂ ਕਹਿੰਦਾ ਕਿ ਪਿਛਲੀ ਜਨਵਰੀ ਤੋਂ ਲੈ ਕੇ ਹੁਣ ਤੱਕ ਕਰ ਲੈਣ, 2020 ਦੀ ਪਹਿਲੀ ਜਨਵਰੀ ਤੋਂ ਲੈ ਕੇ ਆ ਮਈ ਦੀ ਆਖਰੀ ਤਰੀਕ ਤੱਕ, ਜਿੰਨੇ ਵੀ MLA, MP, ਮੰਤਰੀ ਸੂਬਿਆਂ ਦੇ ਕੇਂਦਰ ਦੇ, ਕੀ ਉਹ ਬਿਮਾਰ ਹੋਏ ਆ? ਸਾਰਿਆਂ ਨੇ ਪਰਚੀਆਂ ਭੇਜੀਆਂ ਹੋਣਗੀਆਂ ਸਰਕਾਰੀ ਖਜ਼ਾਨੇ ਨੂੰ ਕਿ ਅਸੀਂ ਇੱਥੇ ਦਾਖਲ ਹੋਏ, ਇੰਨੇ ਪੈਸੇ ਲੱਗੇ, ਸਾਨੂੰ ਦਿਓ। ਉਹ ਤੋਂ ਹੀ ਪਤਾ ਲੱਗ ਜਾਣਾ, ਕੋਈ ਲੁਕੀ ਛਿਪੀ ਗੱਲ ਨਹੀਂ, ਕੋਈ ਗਣਿਤ ਦਾ ਸਵਾਲ ਨਹੀਂ, ਅਲਜਬਰਾ ਨਹੀਂ। ਜੇ ਤਾਂ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਦਾਖਲ ਹੋਏ, ਇਹਦਾ ਮਤਲਬ ਹੈ ਕਿ ਕਹਿਣੀ ਤੇ ਕਰਨੀ ਦੇ ਇੱਕ ਨੇ, ਕਿ ਸਰਕਾਰੀ ਹਸਪਤਾਲ ਵਧੀਆ ਤੇ ਅਸੀਂ ਉੱਥੇ ਦਾਖਲ ਹੋਣੇ। ਪਰ ਜੇ ਉਹ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਹੋਏ ਆ, ਉੱਥੋਂ ਠੀਕ ਹੋਇਆ, ਕਈ ਨਹੀਂ ਵੀ ਠੀਕ ਹੋਏ, ਰੱਬ ਨੂੰ ਵੀ ਪਿਆਰੇ ਹੋ ਗਏ, ਚਾਹੇ ਉਹ ਪਿਆਰੇ ਹੋਏ, ਚਾਹੇ ਘਰੀ ਮੁੜਿਆ ਸਿਹਤਯਾਬ ਹੋ ਕੇ। ਜੇ ਉਹ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਹੋਇਆ, ਤੇ ਇਹਦਾ ਮਤਲਬ ਹੈ ਕਿ ਲੀਡਰਸ਼ਿਪ ਭਾਵੇਂ ਹੁਣ ਦੀ ਹੈ ਤੇ ਭਾਵੇਂ ਪੁਰਾਣੀ ਹੈ, ਝੂਠ ਬੋਲਦੀ ਹੈ, ਦਾਵਾ ਕੁਛ ਹੈ, ਅਸਲੀਅਤ ਕੁਛ ਹੈ। ਤੇ ਜੇ ਅਜੇ ਵੀ ਆਹੀ ਕੁਛ ਕਰਦੇ ਆ, ਤੇ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਰੱਬ ਆਸਰੇ ਛੱਡਿਆ। ਦੇਖੋ, ਲੋਕ ਤਾਂ ਅੱਗੇ ਰੱਬ ਆਸਰੇ, ਹੁਣ ਜੇ ਲੋਕਾਂ ਨੂੰ ਨਹੀਂ ਸਮਝ ਆ ਰਹੀ ਤੇ ਫਿਰ ਇਹ 'ਚ ਸਾਡਾ ਥੋੜਾ ਕਸੂਰ ਨਹੀਂ। ਮੈਂ ਗੱਲ ਠੀਕ ਕੀਤੀ, ਗਲਤ ਕੀਤੀ? ਗੱਲ ਤੁਹਾਡੀ 16 ਆਨੇ ਆ। ਇਹਦੇ ਨਾਲ ਆਪਾਂ ਇਹ ਵੀ ਗੱਲ ਕਰ ਲਈਏ ਵੀ ਦੇਖੋ, ਕਾਰਨ ਮੈਂ ਕਈ ਵਾਰ ਅੱਗੇ ਵੀ ਜ਼ਿਕਰ ਕੀਤਾ ਇਸ ਚੀਜ਼ ਦਾ, ਕਿ ਨਾ ਆਪਾਂ ਨੂੰ ਲੱਗਦਾ ਵੀ ਜਿਸ ਬੰਦੇ ਨੂੰ ਚੁਣ ਕੇ ਭੇਜ ਦਈਦਾ ਯਾਰ, ਉਹ ਸਾਡੇ ਲਈ ਸੋਚੂ। ਮੈਂ ਕਹਿੰਦਾ ਕਿੱਥੇ ਟਾਈਮ ਆ ਯਾਰ, ਕਿੱਥੇ ਟਾਈਮ ਆ ਵੀਰ ਜੀ। ਕਈ ਵਾਰ ਕਹਿੰਦੇ ਨਾ ਵੀ ਜਿਹੜਾ ਬੰਦਾ ਕਾਮਯਾਬ ਹੁੰਦਾ ਉਹਦੇ ਕੋਲ ਵੀ 24 ਘੰਟੇ ਹੁੰਦੇ ਨੇ, ਜਿਹੜਾ ਬੰਦਾ ਫੇਲ ਹੁੰਦਾ ਉਹਦੇ ਕੋਲ ਵੀ 24 ਘੰਟੇ ਹੁੰਦੇ ਨੇ। ਕਈ ਵਾਰ ਮਤਲਬ ਜਿਹੜੇ ਉਹ ਸਪੀਕਰ ਹੁੰਦੇ ਨੇ, ਉਹ ਮੋਟੀਵੇਟ ਕਰਨ ਲਈ ਇਦਾਂ ਦੀਆਂ ਗੱਲਾਂ ਕਰਦੇ ਆ। ਪਰ ਮੈਂ ਕਹਿੰਦਾ ਵੀ ਜਿਹੜਾ ਬੰਦਾ ਲੀਡਰ ਹੁੰਦਾ ਉਹਦੇ ਕੋਲ ਵੀ ਤਾਂ 24 ਘੰਟੇ ਹੁੰਦੇ ਆ। ਅਗਲੇ ਨੇ ਸੌਣਾ, ਬਹਿਣਾ, ਇੱਧਰ ਉੱਧਰ ਤਿਕੜਮਾਂ ਲੜਾਉਣੀਆਂ, ਕਿਹੜਾ ਵਿਰੋਧੀ ਤੰਗ ਕਰਦਾ, ਕਿਹੜਾ ਕਿੱਥੋਂ ਕਿੱਦਾਂ ਉਹਨੂੰ ਦਬੋਚਣਾ, ਗਾਂ ਆਉਣ ਵਾਲੇ 5 ਸਾਲਾਂ ਬਾਅਦ ਫੇਕ ਕੁਰਸੀ ਕਿਵੇਂ ਕਾਬੂ ਕਰਨੀ ਆ। ਤੇ ਸਾਰੇ ਕੁਛ ਦੇ ਦੌਰਾਨ ਹੁੰਦਿਆਂ ਜਿਹੜੇ ਬੰਦਿਆਂ ਨੇ ਉਦੋਂ ਸਪੋਰਟ ਕੀਤੀ ਹੁੰਦੀ, ਉਹਨਾਂ ਦਾ ਘਰ ਵੀ ਭਰਨਾ, ਪਲੱਸ ਆਪਣਾ ਵੀ ਖਿਆਲ ਰੱਖਣਾ, ਗਾ ਨਿਆਣੇ ਵੀ ਸੈੱਟ ਕਰਨੇ। ਇੰਨੇ ਸਿੜੀ ਸਿਆਪਿਆਂ ਦੇ ਵਿੱਚੋਂ ਉਹ ਬੰਦਾ ਇਹ ਸੋਚੇ ਵੀ ਅੱਛਾ ਯਾਰ, ਹਸਪਤਾਲ ਨਾ ਬਣਾ ਦਈਏ, ਦਵਾਈਆਂ ਨਾ ਰੱਖ ਦਈਏ ਉੱਥੇ, ਡਾਕਟਰ ਨਾ ਰੱਖ ਦਈਏ, ਸਕੂਲ ਖੋਲ੍ਹ ਦਈਏ, ਨਿਆਣੇ ਪੜ੍ਹਿਆ ਕਰਨਗੇ ਯਾਰ, ਮਾਸਟਰ ਰੱਖ ਦਈਏ ਉੱਥੇ। ਮਤਲਬ ਇੰਨਾ ਟਾਈਮ ਕਿਹਦੇ ਕੋਲੇ ਆ? ਹੁਣ ਦੇਖੋ, ਜੇ ਇੱਕ ਲੇਟੈਸਟ ਉਦਾਹਰਨ ਤੁਸੀਂ ਹੁਣੇ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ, ਆਪਾਂ ਥੋੜ੍ਹੀ ਗੱਲ ਐਲੈਬੋਰੇਟ ਕਰ ਲੈਂਦੇ ਹਾਂ। ਤੂਫਾਨ ਆਇਆ, ਇਹ ਜਿਹੜਾ ਯਾਸ ਤੂਫਾਨ ਕਹਿੰਦੇ ਆ। ਹੁਣ ਕੁਦਰਤੀ ਕਰੋਪੀ ਹੈ, ਯਾਰ, ਕੁਦਰਤ ਹੈ। ਕੁਦਰਤ ਜੇ ਕਹਿਰਵਾਨ ਹੋ ਗਈ ਉਸ ਮੌਕੇ ਦੇ ਉੱਪਰ, ਜੇ ਆਪਾਂ ਨੂੰ ਲੋੜ ਹੈ ਵੀ ਯਾਰ ਇਸ ਵਕਤ ਇਸ ਚੀਜ਼ ਦੀ ਅਰੇਂਜਮੈਂਟ ਕਰਨ ਦੀ ਲੋੜ ਹੈ, ਲੋਕਾਂ ਨੂੰ ਬਚਾਉਣਾ, ਤੇ ਫਿਰ ਮੇਰੇ ਖਿਆਲ ਨਾਲ ਉੱਥੇ ਵੀ ਜੇ ਆਪਾਂ ਸਿਆਸਤ ਵਾੜ ਦਈਏ ਤੇ ਫਿਰ ਇਹ ਤਾਂ ਗੱਲ ਕਲੀਅਰ ਹੈ ਵੀ ਲੋਕਾਂ ਦਾ ਆਪਾਂ ਨੂੰ ਕੋਈ ਫਿਕਰ ਨਹੀਂ, ਆਪਾਂ ਨੂੰ ਸਿਆਸਤ ਨਾਲ ਮਤਲਬ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਮੀਟਿੰਗ ਸੱਦੀ, ਪ੍ਰਧਾਨ ਮੰਤਰੀ ਸਾਹਿਬ ਦੀ ਮੀਟਿੰਗ ਦੇ ਵਿੱਚ ਮਮਤਾ ਬੈਨਰਜੀ ਹੋਰੀ ਨਹੀਂ ਜਾਂਦੇ, ਨਾਲ ਮੁੱਖ ਸਕੱਤਰ ਨਹੀਂ ਜਾਂਦਾ। ਇਤਰਾਜ਼ ਇਹ ਆਉਂਦਾ ਭਾਈ ਸਾਹਿਬ ਸੁਵੇਂਦੂ ਅਧਿਕਾਰੀ ਸਾਹਿਬ, ਜਿਹੜੇ ਕਿ ਹੁਣੇ BJP ਦੇ ਲੀਡਰ ਬਣੇ ਨੇ, ਪਹਿਲਾਂ ਤਾਂ ਅਗਲਾ ਤ੍ਰਿਣਮੂਲ ਕਾਂਗਰਸ ਦਾ ਹੀ ਸੀਗਾ, ਉਹ ਕਹਿੰਦੇ ਵੀ ਬੇਇੱਜ਼ਤੀ ਕਰਤੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ। ਉਧਰੋਂ ਮਮਤਾ ਬੈਨਰਜੀ ਇਹ ਬਿਆਨ ਦੇਈ ਜਾਂਦੀ ਵੀ ਬੇਇੱਜ਼ਤੀ ਇਹਨਾਂ ਨੇ ਮੇਰੀ ਕਰ ਦਿੱਤੀ, ਇਹਨਾਂ ਨੂੰ ਲੋੜ ਕੀ ਸੀ ਉੱਥੇ ਵਿਰੋਧੀ ਧਿਰ ਵਾਲੇ ਬੰਦੇ ਨੂੰ ਸੱਦਣ ਦੀ, ਕਿਉਂਕਿ ਮੀਟਿੰਗ ਜਿਹੜੀ ਆ ਉਹ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਹੈ। ਇੱਥੇ ਨਾਮ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਠੀਕ ਕਰਨਾ, ਤੇ ਨਾਮ ਹੈ ਮੁੱਖ ਮੰਤਰੀ ਨੂੰ ਠੀਕ ਕਰਨਾ। ਉਹ ਯਾਰ, ਜੇ ਹੁਣ ਤੁਸੀਂ ਈਗੋ ਛੱਡ ਕੇ ਜੇ ਮੀਟਿੰਗ ਕਰ ਲਓਗੇ, ਉੱਥੇ ਕੋਈ ਹੋਰ ਵੀ ABC ਬੰਦਾ ਬੈਠਾ ਰਵੇ, 4 ਲੋਕਾਂ ਦੀ ਜਾਨ ਬਚ ਜੂਗੀ ਤੇ ਕੋਈ ਫਰਕ ਪੈ ਜੂਗਾ। ਉਹਨੂੰ ਬਾਅਦ ਆਪਣੇ ਕੋਈ ਈਗੋ ਕੱਢਣ ਲਈ ਥੋੜ੍ਹਾ ਟਾਈਮ। ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ, ਆਪਾਂ ਜਦੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਇਆ ਸੀ, ਤੇ ਉਹਦੇ ਤੋਂ ਬਾਅਦ ਕਈ ਵਾਰੀ ਜ਼ਿਕਰ ਕੀਤਾ ਸੀ ਕਿ ਬੀਬੀ ਮਮਤਾ ਬੈਨਰਜੀ ਨੈਸ਼ਨਲ ਲੈਵਲ ਤੇ ਉੱਭਰਨ ਦੀ ਕੋਸ਼ਿਸ਼ ਕਰੂ, ਬੀਬੀ ਕਰ ਰਹੀ ਹੈ। ਤੇ ਆਪਾਂ ਇਹ ਵੀ ਕਿਹਾ ਸੀ ਕਿ ਉਹਨੂੰ ਪੱਛਮੀ ਬੰਗਾਲ ਦੇ ਵਿੱਚ ਹੀ ਰੋਕਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਕਰੂ।
ਨਜ਼ਰ ਆਉਂਦੀ ਹੈ, ਦੋਨਾਂ ਧਿਰਾਂ ਦੀ ਕਾਲ ਨਜ਼ਰ ਆਉਂਦੀ ਹੈ। ਪਹਿਲੀ ਗੱਲ ਕਿ ਜਿਹੜਾ ਯਾਸ ਤੂਫਾਨ ਹੈ ਉਹਨੇ ਲੱਖਾਂ ਘਰ ਢਾਤੇ, ਥੋੜੀਆਂ ਜੀਆਂ ਮੌਤਾਂ ਵੀ ਹੋਈਆਂ, ਬਹੁਤ ਸਾਰੇ ਲੋਕ ਜ਼ਖਮੀ ਹੋਏ, ਪ੍ਰਾਪਰਟੀ ਦਾ ਨੁਕਸਾਨ ਅਥਾਹ ਹੋਇਆ, ਕਾਰਾਂ ਟੁੱਟ ਗਈਆਂ, ਸਕੂਟਰ ਟੁੱਟ ਗਏ, ਘਰ ਟੁੱਟ ਗਏ, ਜਾਣੀ ਤਬਾਹੀ ਬਹੁਤ ਮਚੀ ਹੈ। ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਹਵਾਈ ਸਰਵੇਖਣ ਕਰਨ ਦੇ ਲਈ ਸਮਾਂ ਕੱਢਿਆ। ਉਹਨਾਂ ਦਾ ਇਸ ਗੱਲੋਂ ਵੀ ਧੰਨਵਾਦ ਕਿ ਉਹਨਾਂ ਨੇ, ਕਿਉਂਕਿ 2 ਸੂਬੇ ਸੀ ਉੜੀਸਾ ਤੇ ਪੱਛਮੀ ਬੰਗਾਲ, ਦੋਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਤੇ ਦੋਨਾਂ ਦੇ ਵਿੱਚ ਗੈਰ ਭਾਜਪਾ ਸਰਕਾਰਾਂ ਨੇ ਤੇ ਦੋਨਾਂ ਦੇ ਲਈ 1000 ਕਰੋੜ ਰੁਪਏ ਦਾ ਸਾਂਝਾ ਫੰਡ ਜਾਰੀ ਕਰਤਾ ਤੇ ਨਾਲ ਇਹ ਵੀ ਕਿਹਾ ਕਿ ਭਾਈ ਬਹੁਤ ਕੁਝ ਕਰਨ ਵਾਲਾ ਫਿਰ ਕਰਾਂਗੇ, ਚੰਗੀ ਗੱਲ ਹੈ। ਪਰ ਆਣ ਕੇ ਕੜਕੀ ਕਿੱਥੇ ਫਸਦੀ ਹੈ? ਤੁਸੀਂ ਇਹ ਦੇਖੋ ਕਿ ਇੱਕ ਪਾਸੇ ਲੋਕ ਘਰੋਂ ਬੇਘਰ ਨੇ, ਇੱਕ ਪਾਸੇ ਲੋਕਾਂ ਦੀ ਪ੍ਰਾਪਰਟੀ ਤਬਾਹ ਹੋ ਗਈ, ਕੰਮਕਾਰ ਤਬਾਹ ਹੋ ਗਏ। ਹੁਣ ਉੱਥੇ ਮੰਨ ਲਓ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਦਾ ਖੋਖਾ ਉੱਡ ਗਿਆ, ਉਹ ਖੋਖਾ ਉੱਡ ਗਿਆ, ਵਿੱਚੇ ਟਾਇਰ ਉੱਡ ਗਿਆ, ਵਿੱਚੇ ਹੀ ਉਹ ਰੇਗ ਮਾਰ ਜਾ ਉੱਡ ਗਿਆ, ਵਿੱਚੇ ਹੀ ਉਹਦਾ ਤਸਲਾ ਲੋਹਾਂਡਾ ਉੱਡ ਗਿਆ। ਉਹਦੀ ਉਹੀ ਪ੍ਰਾਪਰਟੀ ਸੀ, ਉਹੀ ਕਮਾਈ ਸੀ। ਬਹੁਤ ਸਾਰੇ ਲੋਕਾਂ ਦੀਆਂ ਹੱਡੀਆਂ ਟੁੱਟ ਗਈਆਂ, ਕਿਸੇ ਦੀ ਬਾਂਹ ਟੁੱਟ ਗਈ, ਕਿਸੇ ਦੀ ਲੱਤ ਟੁੱਟ ਗਈ। ਲੋੜ ਕੀ ਸੀ? ਉਹਦਾ ਖੋਖਾ ਕਿੱਦਾਂ ਪਾ ਕੇ ਦੇਣਾ? ਉਹ ਕਿਤੇ ਰਜਿਸਟਰਡ ਨਹੀਂ ਹੈਗਾ ਖੋਖਾ ਕਿ ਭਾਈ ਇਸ ਸੜਕ ਦੇ ਇਸ ਕਿਨਾਰੇ ਦੇ ਉੱਤੇ ਸਰਕਾਰੀ ਥਾਂ ਦੇ ਉੱਤੇ ਗੈਰ ਕਾਨੂੰਨੀ ਕਬਜ਼ਾ ਕਰਕੇ ਖੋਖਾ ਪਾ ਕੇ ਬੈਠਾ, ਉਹਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਪਰ ਉਸ ਖੋਖੇ ਵਾਲੇ ਨੇ ਆਪ ਦਾ ਘਰ ਦੁਬਾਰਾ ਚਲਾਉਣਾ ਕਿੱਦਾਂ? ਜਿਹੜੇ ਸਕੂਲ ਭੱਜ ਗਏ, ਜਿਨ੍ਹਾਂ ਸਕੂਲਾਂ ਦੇ ਵਿੱਚ ਰੇਤਾ ਹੀ ਰੇਤਾ ਵੜ ਗਈ, ਜਿਨ੍ਹਾਂ ਸਕੂਲਾਂ ਦਾ ਰੰਗ ਤਬਾਹ ਹੋ ਗਿਆ, ਸਕੂਲਾਂ ਦੇ ਵਿੱਚ ਬਲੈਕ ਬੋਰਡ ਵਾਈਟ ਬੋਰਡ ਬਣ ਗਏ, ਜਿਨ੍ਹਾਂ ਸਕੂਲਾਂ ਦੇ ਵਿੱਚੋਂ ਬਹੁਤ ਸਾਰੇ ਭਾਂਡੇ ਹੀ ਉੜ ਗਏ, ਉਹਨਾਂ ਸਕੂਲਾਂ ਦੇ ਵਿੱਚ ਦੁਬਾਰਾ ਉਦਾਂ ਦਾ ਪੜ੍ਹਨ ਸਿੱਖਣ ਦਾ ਵਾਤਾਵਰਣ ਬਣਾਉਣਾ ਕਿੱਦਾਂ? ਕੋਈ ਧਿਆਨ ਨਹੀਂ। ਪ੍ਰਧਾਨ ਮੰਤਰੀ ਸਾਹਿਬ ਆਪ ਕੁਝ ਨਹੀਂ ਬੋਲੇ। ਪਹਿਲੀ ਗੱਲ ਇਹ, ਉਹਨਾਂ ਨੇ ਪਹਿਲਾਂ ਉੜੀਸਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਉਹਨਾਂ ਨੇ ਮੁਲਾਕਾਤ ਕਰ ਲਈ, ਠੀਕ ਹੈ। ਉਹ ਕਹਿੰਦੇ ਕਿ ਕਿਉਂਕਿ ਉੱਥੇ ਪ੍ਰਬੰਧ ਬਹੁਤ ਵਧੀਆ, ਉੜੀਸਾ ਦੇ ਵਿੱਚ ਨਵੀਨ ਪਟਨਾਇਕ ਹੋਰਾਂ ਨੇ ਕਮਾਲ ਦੇ ਪ੍ਰਬੰਧ ਕੀਤੇ। ਉਹ ਕਹਿੰਦੇ ਸਾਨੂੰ ਪੈਸੇ ਵੀ ਨਹੀਂ ਚਾਹੀਦੇ, ਕੋਵਿਡ ਫੈਲਿਆ ਹੋਇਆ, ਅੱਗੇ ਕੇਂਦਰ ਸਰਕਾਰ ਦੇ ਪੱਲੇ ਕੁਝ ਨਹੀਂ, ਚੀਕਾਂ ਅੱਗੇ ਗਰੀਸ ਤੋਂ ਬਿਨਾਂ ਇਹਨਾਂ ਦੀ ਚੇਨ ਮਾਰਦੀ ਹੈ ਸਾਈਕਲ ਦੀ। ਠੀਕ ਆ ਜੀ, ਤੁਸੀਂ ਆਏ, ਤੁਹਾਡਾ ਬਹੁਤ ਧੰਨਵਾਦ, ਸਾਨੂੰ ਕੰਮ ਕਰ ਲੈਣ ਦਿਓ। ਉਹਨਾਂ ਨੇ ਇੱਥੇ ਨਿਬੇੜਤਾ ਕੰਮ। ਉਹ ਨਾ ਵਿਰੋਧ ਕਰਦੇ ਹੁੰਦੇ ਨਾ ਹੱਕ, ਜੋ ਕੰਮ ਕਰਦਾ ਬੰਦਾ। ਹੁਣ ਪੱਛਮੀ ਬੰਗਾਲ ਦੇ ਵਿੱਚ ਸਥਿਤੀ ਬਿਲਕੁਲ ਵੱਖਰੀ ਹੈ। ਹੁਣ ਹੋਇਆ ਕੀ ਹੈ ਕਿ ਬੀਬੀ ਮਮਤਾ ਬੈਨਰਜੀ ਦੇ ਇਤਰਾਜ਼ ਇਹ ਹੈ, ਉਹ ਕਹਿੰਦੇ ਜੀ 20,000 ਕਰੋੜ ਮੰਗਿਆ ਸੀ, ਅਜੇ ਉਹਦਾ ਪਤਾ ਨਹੀਂ। ਦੂਸਰੀ ਗੱਲ ਉਹ ਕਹਿੰਦੇ ਕਿ ਸਭ ਤੋਂ ਵੱਡਾ ਇਤਰਾਜ਼ ਹੈ ਕਿ ਜੇ ਬਾਕੀ ਅੱਜ ਤੱਕ ਬਹੁਤ ਸਾਰੇ ਥਾਵਾਂ ਦੇ ਉੱਤੇ ਤੂਫਾਨ ਆਏ, ਕਹਿੰਦੇ ਗੁਜਰਾਤ 'ਚ ਆਇਆ, ਬਾਕੀ ਥਾਵਾਂ ਤੇ ਆਇਆ, ਉੱਥੇ ਤੇ ਕਿਸੇ ਵਿਰੋਧੀ ਧਿਰ ਦੇ ਨੇਤਾ ਨੂੰ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਬਿਠਾਇਆ ਨਹੀਂ। ਤੇ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਦੇ ਆਗੂ ਸ਼ੁਭੇਂਦਰੂ ਅਧਿਕਾਰੀ ਨੂੰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਬਾਵਜੂਦ ਵੀ ਮੇਰੇ ਤੋਂ ਪਹਿਲਾਂ ਕੁਰਸੀ ਤੇ ਬਿਠਾਇਆ। ਮੇਰਾ ਇਤਰਾਜ਼ ਆ, ਬੀਬੀ ਕਹਿੰਦੀ। ਦੂਸਰੀ ਗੱਲ ਉਹ ਕਹਿੰਦੀ ਕਿ ਜਿਹੜਾ ਮੇਰੇ ਖਿਲਾਫ ਇਹ ਪ੍ਰਚਾਰ ਕੀਤਾ ਕਿ ਮੈਂ ਅਪਮਾਨ ਕੀਤਾ, ਮੈਂ ਗਈ ਨਹੀਂ ਮੀਟਿੰਗ 'ਚੋਂ। ਕਹਿੰਦੀ ਮੈਂ ਪ੍ਰਧਾਨ ਮੰਤਰੀ ਸਾਹਿਬ ਤੋਂ ਪੁੱਛ ਕੇ ਆਈ ਹਾਂ, ਸਾਡੇ ਸੂਬੇ 'ਚ ਤੂਫਾਨ ਆਇਆ, ਲੋਕੀ ਮਰਦੇ ਪਏ ਆ, ਮੈਂ ਮੀਟਿੰਗਾਂ ਰੱਖੀਆਂ ਆ ਗਾਹਾਂ ਨੂੰ, ਤੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਪੋਰਟ ਦਿੱਤੀ ਹੈ, ਮੰਗ ਪੱਤਰ ਵੀ ਦਿੱਤਾ, ਗੱਲਾਂ ਵੀ ਕੀਤੀਆਂ, ਮੈਂ ਉਹਨੂੰ ਤੋਂ ਪੁੱਛ ਕੇ ਬਾਹਰ ਆਈਆਂ। ਤੇ ਹੁਣ ਜਿਹੜਾ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਮੈਂ ਮੀਟਿੰਗ 'ਚ ਨਹੀਂ ਗਈ, ਮੈਂ ਮੀਟਿੰਗ ਅੱਧ ਵਿਚਾਲੇ ਛੱਡ ਕੇ ਆ ਗਈ, ਮੈਂ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ, ਉਹ ਬੀਬੀ ਨੇ ਇੱਥੋਂ ਤੱਕ ਕਹਿਤਾ, ਉਹ ਕਹਿੰਦੀ ਬੰਗਾਲ ਦੇ ਲੋਕਾਂ ਨੂੰ ਜੇ ਕੋਈ ਸਹਾਇਤਾ ਮਿਲਦੀ ਹੈ, ਮੈਂ ਪ੍ਰਧਾਨ ਮੰਤਰੀ ਦੇ ਪੈਰੀਂ ਹੱਥ ਲਾ ਦਿੰਦੀ ਹਾਂ, ਮੈਂ ਪ੍ਰਧਾਨ ਮੰਤਰੀ ਦੇ ਪੈਰ ਫੜ ਲੈਣੀ ਹੈ। ਪਰ ਦੂਸਰਾ ਪਾਸਾ, ਹੁਣ ਮੈਂ ਕਹਿੰਦਾ ਕਿ ਸ਼ੁਭੇਂਦਰੂ ਅਧਿਕਾਰੀ ਉੱਥੇ ਚਲੇ ਗਏ ਸੀ, ਜੇ ਸ਼ੁਭੇਂਦਰੂ ਅਧਿਕਾਰੀ 4 ਪੈਸੇ ਲਿਆ ਕੇ ਦਿੰਦਾ, ਬੀਬੀ ਮਮਤਾ ਬੈਨਰਜੀ ਨੂੰ ਲੈ ਆਉਣ ਦੇਣੇ ਚਾਹੀਦੇ ਆ। ਜੇ ਉਹਦੇ ਬੈਠੇ ਦੇ ਉੱਤੇ 4 ਪੈਸੇ ਵੱਧ ਮਿਲਦੇ ਆ, ਲੈ ਲੈਣੇ ਚਾਹੀਦੇ ਆ। ਪਰ ਸਭ ਤੋਂ ਵੱਡੀ ਗੱਲ, ਜਦੋਂ ਆਪਾਂ ਦਰਭੰਗੇ ਦੇ ਹਸਪਤਾਲ ਦੀ ਗੱਲ ਕਰਦੇ ਹਾਂ, ਗੁਜਰਾਤ 'ਚ ਤੂਫਾਨ ਆਇਆ, ਮਹਾਰਾਸ਼ਟਰ 'ਚ ਆਇਆ, ਉੜੀਸਾ ਤੇ ਪੱਛਮੀ ਬੰਗਾਲ 'ਚ ਆਇਆ, ਲੋਕ ਕੋਵਿਡ ਨਾਲ ਵੀ ਮਰ ਰਹੇ ਆ, ਤੂਫਾਨ ਦੇ ਕਰਕੇ ਵੀ ਨੁਕਸਾਨੇ ਹੈ। ਵਿੱਤੀ ਤੌਰ ਤੇ ਵਿਵਸਥਾ ਮਲੇਰਕੋਟ ਨੇ ਨੇੜਲੇ ਪਿੰਡ ਦੇ ਵਿੱਚ ਹੋਈਆਂ 3 ਖੁਦਕੁਸ਼ੀਆਂ ਨੇ ਦੱਸਤੀ। ਪਰ ਨਾ, ਮੁੱਖ ਮੰਤਰੀ ਦੇ ਲਈ ਉਹਦੀ ਕੁਰਸੀ ਵੱਡੀ ਹੈ, ਪ੍ਰਧਾਨ ਮੰਤਰੀ ਸਾਹਿਬ ਦੇ ਲਈ ਉਹਨਾਂ ਦੀ ਕੁਰਸੀ ਵੱਡੀ ਹੈ, ਤੇ ਲੋਕਾਂ ਦੀਆਂ ਕੁਰਸੀਆਂ ਦੀਆਂ ਲੱਤਾਂ ਹੀ ਟੁੱਟ ਗਈਆਂ। ਇੱਕ ਜਿਹੜੀ ਕੁਰਸੀ ਆ, ਹੋ ਸਕਦਾ ਵੀ ਜੇ ਸੁਣਨ ਵਾਲੇ ਪਰਿਵਾਰ ਦੇ ਮੈਂਬਰ ਕਹਿੰਦੇ ਸੁਭੇਂਦੂ ਅਧਿਕਾਰੀ ਕੀ ਸ਼ੈ ਆ, ਥੋੜਾ ਜਿਹਾ ਅਸੀਂ ਦੱਸ ਦਿੰਦੇ ਤੁਹਾਨੂੰ। ਦੇਖੋ, ਸੁਭੇਂਦੂ ਅਧਿਕਾਰੀ ਬੇਸਿਕਲੀ ਇੱਕ ਤਰ੍ਹਾਂ ਦਾ ਰਾਈਟ ਹੈਂਡ ਸੀ ਮਮਤਾ ਬੈਨਰਜੀ ਹੋਰਾਂ ਦਾ। ਆ ਲੰਘੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਬੰਦਾ ਤ੍ਰਿਣਮੂਲ ਕਾਂਗਰਸ ਦਾ ਸੀਗਾ, ਤੇ ਜਿਸ ਜਗ੍ਹਾ ਤੋਂ ਤ੍ਰਿਣਮੂਲ ਕਾਂਗਰਸ ਵੱਲੋਂ ਮਮਤਾ ਬੈਨਰਜੀ ਤੇ ਸੁਭੇਂਦੂ ਅਧਿਕਾਰੀ ਨੇ ਬੀਜੇਪੀ ਵੱਲੋਂ ਇਲੈਕਸ਼ਨ ਲੜੀ ਆ, ਉਹ ਆਮਣੇ ਸਾਹਮਣੇ ਸੀ। ਐਂਡ ਜੇ ਆਪਾਂ ਇਸ ਵਕਤ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਨੂੰ ਦੇਖੀਏ ਤਾਂ ਉਹ ਇਹ ਕਹਿੰਦੀ ਹੈ ਵੀ ਸੁਭੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਇਲੈਕਸ਼ਨ 'ਚ ਹਰਾਇਆ ਜੀ। ਹੁਣ ਉਹ ਬੰਦਾ ਹੈ ਸੁਭੇਂਦੂ ਅਧਿਕਾਰੀ, ਤੇ ਉਹਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਕੋਲ ਬਿਠਾਇਆ। ਇਹ ਇਤਰਾਜ਼ ਆ ਬੇਸਿਕਲੀ। ਜਾਨੀ ਜੇ ਕੱਲ ਨੂੰ ਆਪਾਂ ਜੇ ਸਿਆਸੀ ਤੌਰ ਤੇ ਦੇਖਣਾ ਹੋਵੇ ਕਿ ਬੀਬੀ ਸੋਨੀਆ ਗਾਂਧੀ ਪੰਜਾਬ 'ਚ ਆਉਣ ਤੇ ਕੈਪਟਨ ਸਾਹਿਬ ਨੂੰ ਮੀਟਿੰਗ ਲਈ ਸੱਦਣ, ਤੇ ਸਿੱਧੂ ਸਾਹਿਬ ਨੂੰ ਨਾਲ ਦੀ ਕੁਰਸੀ ਤੇ ਬਿਠਾ ਲੈਣ। ਪਹਿਲਾਂ ਬਿਠਾਇਆ ਹੋਵੇ, ਹਾਂ, ਕੈਪਟਨ ਸਾਹਿਬ ਬਾਅਦ 'ਚ ਆਉਣ ਕਿ ਸਿੱਧੂ ਸਾਹਿਬ ਬਿਸਕਿਟ ਤਾਂ ਲਓ। ਹੁਣ ਇੱਕ ਸੰਧਾਲੀਆ ਸਾਹਿਬ, ਮੈਂ ਹੋਰ ਗੱਲ ਕਰਾਂ, ਕਚੀਚੀ ਕਿੱਥੇ ਆ? ਕਚੀਚੀ ਦੋਨਾਂ ਧਿਰਾਂ ਨੇ ਵੱਟ ਲਈ। ਹੁਣ ਪ੍ਰਿੰਸੀਪਲ ਸੈਕਟਰੀ ਬਹੁਤ ਵੱਡਾ ਅਹੁਦਾ ਹੁੰਦਾ, ਕੰਮ ਕਰ ਸਾਰੇ ਉਹਨਾਂ ਨੇ ਕਰਨੇ ਹੁੰਦੇ, ਮੁੱਖ ਮੰਤਰੀਆਂ ਦੇ ਸਾਈਨ ਚੱਲਦੇ ਆ। ਉਹ ਵੀ ਲੇਟ ਹੀ ਗਏ ਸੀ ਪ੍ਰਧਾਨ ਮੰਤਰੀ ਸਾਹਿਬ ਦੀ ਮੀਟਿੰਗ 'ਚ। ਹੁਣ ਬੀਬੀ ਜੀ ਕਹਿੰਦੇ ਸੀ ਕਿ ਸਾਡਾ ਹੈਲੀਕਾਪਟਰ ਲੇਟ ਉਤਰਿਆ, ਸਾਨੂੰ ਪਹਿਲਾਂ ਇੰਤਜ਼ਾਰ ਕਰਨ ਨੂੰ। ਕੌਣ ਸੱਚਾ ਕੌਣ ਝੂਠਾ, ਬਾਅਦ ਦੀਆਂ ਗੱਲਾਂ। ਹੁਣ ਜਾਂਦੇ ਹੀ ਪ੍ਰਿੰਸੀਪਲ ਸੈਕਟਰੀ ਜਿਹੜਾ ਮੁੱਖ ਸਕੱਤਰ ਆ,
ਉਹਨੂੰ ਕੇਂਦਰ ਸਰਕਾਰ ਨੇ ਵਾਪਸ ਲਾ ਲਿਆ ਕਿ ਭਾਈ ਪੱਛਮੀ ਬੰਗਾਲ ਦਾ ਮੁੱਖ ਸਕੱਤਰ ਜਿਹੜਾ ਉਹਨੇ ਠੀਕ ਨਹੀਂ ਕੀਤਾ, ਉਹਦੀ ਬਦਲੀ ਉੱਥੇ ਕੀਤੀ। ਮਮਤਾ ਬੈਨਰਜੀ ਨੇ ਮੁੱਦਾ ਚੱਕ ਲਿਆ ਕਿ ਕਰੋਨਾ ਫੈਲਿਆ, ਸਾਡੇ ਸੂਬੇ 'ਚ ਤੂਫਾਨ ਆਇਆ ਤੇ ਤੁਸੀਂ ਕਰੋਨਾ ਦੇ ਰੋਕਥਾਮ ਦੇ ਪ੍ਰਬੰਧਾਂ ਦੇ ਵਿੱਚ ਜਿਹੜੇ ਅਧਿਕਾਰੀ ਦੀ ਸਭ ਤੋਂ ਵੱਡੀ ਡਿਊਟੀ ਆ, ਤੁਸੀਂ ਉਹਨੂੰ ਉੱਥੇ ਸੱਦ ਲਿਆ, ਸਾਨੂੰ ਕੰਮ ਕਰਨ ਦਿਓ। ਉਹ ਕਹਿੰਦੇ ਜਦੋਂ ਦੀ ਇਲੈਕਸ਼ਨ ਜਿੱਤਿਆ ਕੰਮ ਨਹੀਂ ਕਰਨ ਦਿੱਤਾ, ਕਦੇ ਗ੍ਰਹਿ ਮੰਤਰੀ ਕੋਲ ਲੱਤ ਫਸਾ ਦਿੰਦੇ ਆ ਕੇ, ਕਦੇ ਕਿਸੇ ਹੋਰ ਪਾਸਿਓਂ ਕੋ ਆ ਜਾਂਦਾ। ਸੰਧਾਲੀਆ ਸਾਹਿਬ, ਜੇ ਤਾਂ ਪ੍ਰੋਟੋਕਾਲ ਉਹਨੇ ਬੰਦੇ ਨੇ ਤੋੜਿਆ, ਉਹਨੂੰ ਸਜ਼ਾ ਚਾਹੀਦੀ ਸੀ, ਉਹਨੂੰ ਨੋਟਿਸ ਭੇਜ ਦੇਣਾ ਚਾਹੀਦਾ ਸੀ। ਨਵਾਂ ਬੰਦਾ ਆਊਗਾ, ਫਾਈਲਾਂ ਦੇਖੂਗਾ, ਅਧਿਕਾਰੀਆਂ ਦੇ ਨਾਲ ਮੀਟਿੰਗ ਕਰੂਗਾ, ਇਦਾਂ ਦੇ ਮੌਕੇ ਤੇ ਤਾਂ 1 ਮਿੰਟ ਦੀ ਵੀ ਦੇਰੀ ਨਹੀਂ ਚਾਹੀਦੀ ਹੁੰਦੀ। ਇਹ ਗੱਲਾਂ ਠੀਕ ਨੇ ਸਾਰੀਆਂ, ਪਰ ਮੈਂ ਜਿਹੜੀ ਹੁਣੇ ਤੁਹਾਨੂੰ ਬੇਨਤੀ ਕਰਕੇ ਡਿਆ ਵੀ ਭਾਈ ਸਾਹਿਬ, ਜਿਹੜਾ ਬੰਦਾ ਲੀਡਰ ਬਣ ਜਾਂਦਾ ਉਹਨੂੰ ਇਹ ਹੁੰਦਾ ਵੀ ਵੀਰ ਮੇਰਾ ਵੀ ਕੜਿੱਕੀ ਕਿੱਦਾਂ ਵਸਾਉਣੀ ਆ, ਤੇ ਆਪਾਂ ਇਹ ਡੀਕੀਏ ਵੀ ਲੀਡਰ ਨੇ ਲੋਕਾਂ ਦਾ ਭਲਾ ਕਰਨਾ, ਇਹ ਗੱਲਾਂ ਔਖੀਆਂ। ਥੋੜਾ ਜਿਹਾ ਕਿਸਾਨੀ ਅੰਦੋਲਨ ਵਾਲੇ ਪਾਸੇ ਆਈਏ, ਥੋੜਾ ਜਿਹਾ ਇੱਕ ਵਾਰੀ ਦਿੱਲੀੋਂ ਹੋ ਕੇ ਪੰਗਾ ਉੱਥੇ ਵੀ ਇਦਾਂ ਦਾ ਹੀ ਆ। ਨਹੀਂ ਹੋਆ ਤੁਸੀਂ ਮੈਨੂੰ ਪਤਾ ਮਨੀਸ਼ ਸਿਸੋਦੀਆ ਵਾਲੀ ਗੱਲ ਕਰਨੀ, ਵਾਹ ਜੀ ਵਾਹ, ਕਰ ਲਓ। ਹੁਣ ਮਨੀਸ਼ ਸਿਸੋਦੀਆ ਹੋਰਾਂ ਨੇ ਇੱਕ ਮੁੱਦਾ ਚੱਕ ਦਿੱਤਾ, ਹਾਲਾਂਕਿ ਯਕੀਨ ਯਕੂਨ ਹੈ ਨਹੀਂ, ਬਾਕੀ ਪਰਿਵਾਰ ਦੇ ਮੈਂਬਰ ਦੱਸ ਦਾਂਗੇ। ਉਹ ਕਹਿੰਦੇ ਜੀ ਅਸੀਂ ਇੱਕੋ ਹੀ ਬੇਨਤੀ ਕਰਨੀ ਆ ਕਿ 18 ਸਾਲ ਤੋਂ ਉੱਪਰ ਦੇ ਲੋਕਾਂ ਦੇ ਟੀਕਾਕਰਨ ਸਾਡੇ ਕੋਲੋਂ ਦਿੱਲੀ 'ਚ ਹੋ ਨਹੀਂ ਪਾ ਰਿਹਾ, ਸਾਨੂੰ ਟੀਕੇ ਮਿਲ ਨਹੀਂ ਰਹੇ। ਦੂਸਰੀ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਸਾਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਸਾਡੀ ਸਰਕਾਰ ਟੀਕੇ ਖਰੀਦਣਾ ਚਾਹੁੰਦੀ ਹੈ, ਪੈਸੇ ਦੇਣਾ ਚਾਹੁੰਦੀ ਹੈ, GST ਵੀ ਦੇਣਾ ਚਾਹੁੰਦੀ ਹੈ, ਸਾਨੂੰ ਟੀਕੇ ਨਹੀਂ ਮਿਲ ਰਿਹਾ। ਪਰ ਦਿੱਲੀ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ 1200 ਦਾ, 1500 ਦਾ, 2000 ਦਾ ਟੀਕਾ ਲਾਉਣ ਨੂੰ ਟੀਕੇ ਪਤਾ ਨਹੀਂ ਕਿੱਥੋਂ ਮਿਲੀ ਜਾਂਦੇ ਆ। ਸਵਾਲ ਹੈਗਾ, ਵੈਸੇ ਵਾਜਬ ਆ, ਕਿਉਂਕਿ ਸਭ ਤੋਂ ਘੱਟ ਕੀਮਤ ਤੇ ਕੇਂਦਰ ਨੂੰ ਮਿਲਣੇ ਆ, ਉਹਦੇ ਤੋਂ ਥੋੜੀ ਜਿਹੀ ਵੱਧ ਕੀਮਤ ਦੇ ਉੱਤੇ ਸੂਬਾ ਸਰਕਾਰ ਨੂੰ ਮਿਲਣੇ ਆ, ਤੇ ਬਹੁਤ ਵੱਧ ਕੀਮਤ ਦੇ ਉੱਤੇ ਪ੍ਰਾਈਵੇਟ ਹਸਪਤਾਲਾਂ ਨੂੰ ਮਿਲਣੇ ਆ। ਪ੍ਰੋਡਕਸ਼ਨ ਕਰਨ ਵਾਲੀਆਂ ਕੰਪਨੀਆਂ ਦੋ ਹੀ ਨੇ। ਜੇ ਉਹਦੇ ਤੋਂ ਸਸਤੇ ਭਾਅ ਦੇ ਸੂਬਾ ਸਰਕਾਰ ਨੂੰ ਟੀਕੇ ਨਹੀਂ ਮਿਲਦੇ, ਇਲਜ਼ਾਮ ਲਾਇਆ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਪਰ ਪ੍ਰਾਈਵੇਟ ਹਸਪਤਾਲਾਂ ਨੂੰ ਮਿਲ ਰਹੇ ਆ। ਹੁਣ ਉਹਨਾਂ ਨੇ ਕਿਹਾ, ਕਹਿੰਦੇ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਸਾਡੀਆਂ ਗੱਲਾਂ ਤੇ ਯਕੀਨ ਨਾ ਕਰੋ, ਪਰ ਅਸੀਂ ਕੇਂਦਰ ਸਰਕਾਰ ਨੂੰ ਕਹਿੰਦੇ ਆ ਕਿ ਕੋਈ ਇਹਦੇ ਨਾਲ ਫਰਕ ਨਹੀਂ ਪੈਣਾ। ਅੱਜ ਤੱਕ ਜਿੰਨੇ ਟੀਕੇ ਬਣੇ ਆ ਤੇ ਜਿੰਨੇ ਟੀਕੇ ਕੇਂਦਰ ਸਰਕਾਰ ਨੇ ਖਰੀਦੇ ਆ ਤੇ ਜਿੰਨੇ ਟੀਕੇ ਉਹਨਾਂ ਨੇ ਵੱਖ-ਵੱਖ ਸੂਬਿਆਂ ਨੂੰ ਵੰਡੇ ਆ, ਸਾਰਾ ਕੁਝ ਲੋਕਾਂ ਦੇ ਸਾਹਮਣੇ ਰੱਖ ਦਿਓ ਕਿ ਕਿੰਨੀ ਤਰੀਕ ਨੂੰ ਕਿੰਨੇ ਟੀਕੇ ਕੇਂਦਰ ਕੋ ਸੀ, ਉਹਦੇ ਵਿੱਚੋਂ ਮਹਾਰਾਸ਼ਟਰ ਨੂੰ ਕਿੰਨੇ ਦਿੱਤੇ, ਗੁਜਰਾਤ ਨੂੰ ਕਿੰਨੇ ਦਿੱਤੇ, ਪੰਜਾਬ ਨੂੰ ਕਿੰਨੇ ਦਿੱਤੇ, ਸਾਨੂੰ। ਦੂਸਰੀ ਗੱਲ, ਉਹ ਕਹਿੰਦੇ ਕੰਪਨੀਆਂ ਵੀ ਦੱਸਣ। ਦੋ ਹੀ ਕੰਪਨੀਆਂ ਨੇ ਲੋਕਾਂ ਦੀ ਜਾਨ ਬਚਾਉਣੀ ਹੈ ਕਿ ਉਹਨਾਂ ਨੇ 50% ਜੇ ਕੇਂਦਰ ਨੂੰ ਦਿੱਤੇ ਤਾਂ ਸੂਬਿਆਂ ਨੂੰ ਕਿੰਨੇ ਦਿੱਤੇ ਆ ਤੇ ਪ੍ਰਾਈਵੇਟ ਫਰਮਾਂ ਨੂੰ ਕਿੰਨੇ ਦਿੱਤੇ ਆ। ਹੁਣ ਵੈਸੇ ਦੇਖੋ, ਇਹਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਜੇ ਪਤਾ ਲੱਗ ਜਵੇ ਆ ਰੋਜ਼ ਦਾ ਰੋਕ ਝੋਲਾ ਜਾਂ ਮੁੱਕੇ ਕਿ ਸਾਨੂੰ ਘੱਟ ਦਿੱਤੇ, ਸਾਨੂੰ ਵੱਧ ਦਿੱਤੇ ਆ। ਸਿਸੋਦੀਆ ਸਾਹਿਬ ਨਾ ਆਪਣਾ ਸਲਾਹਕਾਰ ਬਦਲ ਜਾਂ ਤੇ PA ਬਦਲ ਲੈਣ, ਕਿਉਂਕਿ ਇੰਨਾ ਕੰਮ ਤੇ ਉਹਨੂੰ ਹੀ ਕਰ ਦੇਣਾ ਚਾਹੀਦਾ ਸੀ ਜਿੰਨੇ ਹੀ ਆਪਾਂ ਦੱਸ ਦਿੰਦੇ ਆ। ਪਿਛਲੇ ਦਿਨੀ ਆਪਾਂ ਇੱਕ ਬੜੇ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਨਾ, ਹਨਾ, ਉਹ ਜਿਹੜਾ ਇੱਕ ਹਲਫੀਆ ਬਿਆਨ ਕੇਰਲਾ ਦੀ ਹਾਈ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਜਾ ਕੇ ਦਿੱਤਾ ਸੀ ਵੀ ਭਾਈ ਸਾਹਿਬ ਦਿਹਾੜੀ ਦੇ ਵਿੱਚ 28 ਲੱਖ ਟੀਕਾ ਬਣਦਾ, 16-17 ਲੱਖ ਲੱਗ ਜਾਂਦਾ, ਬੜੀ ਹੱਦ 18 ਖਰਾਬ ਖਰੂਬ ਵੀ ਹੋ ਗਏ, ਲਾ ਲਓ 57% ਯਾਨੀ ਕਿ ਜੇ 100 ਟੀਕੇ ਬਣੇ ਤੇ ਵਿੱਚੋਂ 57 ਜਿਹੜੇ ਉਹਨਾਂ ਦਾ ਰਿਕਾਰਡ ਹੈਗਾ, ਬਾਕੀਆਂ ਦਾ ਹੈ ਨਹੀਂ। ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਭਾਈ ਸਾਹਿਬ ਜੇ ਬਣਦੇ 28 ਲੱਖ ਨੇ, ਉਦੋਂ ਬਾਅਦ ਬੋਲਦਾ ਰਿਕਾਰਡ 18 ਲੱਖ ਦਾ, ਜਿਹੜੇ ਵਿਚਲੇ 10 ਲੱਖ ਨੇ ਕਿੱਧਰ ਜਾਂਦੇ। ਹੁਣ ਜੇ ਮਨੀਸ਼ ਸਿਸੋਦੀਆ ਸਾਨੂੰ ਅਜੇ ਵੀ ਨਹੀਂ ਪਤਾ ਲੱਗਾ ਵੀ ਪ੍ਰਾਈਵੇਟ ਹਸਪਤਾਲਾਂ 'ਚ ਕਿੱਧਰੋਂ ਆਉਣ ਡਏ ਆ, ਤੇ ਫਿਰ ਹੁਣ ਅਸੀਂ ਥੋੜਾ ਸਮਝਾਉਣਾ ਯਾਰ, ਕਮਾਲ। ਗੱਲ ਤਾਂ ਠੀਕ। ਹੁਣ ਚੱਲੀਏ ਕਿਸਾਨ ਅੰਦੋਲਨ ਦੇ, ਆ ਜਾਓ, ਕਿਉਂਕਿ ਉਹ ਵੀ ਚਲੋ ਦਿੱਲੀ ਦੇ ਬਾਰਡਰਾਂ ਤੇ ਬੈਠਿਆ। ਚੜੂਨੀ ਸਾਹਿਬ ਉਹ ਕਹਿੰਦੇ ਜੇ 5 ਜੂਨ ਦਾ ਆਪਾਂ ਦੇਤਾ ਟਾਈਮ ਜੀ, 5 ਜੂਨ ਨੂੰ ਜਿੰਨੇ BJP ਦੇ ਲੀਡਰ ਸਾਹਿਬਾਨ ਨੇ, ਜੇ ਕੋਈ ਵੱਡਾ ਲੀਡਰ ਹੋਵੇ ਤਾਂ ਸਿੱਧਾ ਉੱਥੇ, ਜੇ ਉੱਥੇ ਜਾਪਦਾ ਵੀ ਵੱਡਾ ਲੀਡਰ ਨਹੀਂ ਹੈਗਾ ਤਾਂ ਫਿਰ ਜ਼ਿਲ੍ਹੇ ਵਾਲੇ ਪਾਸੇ ਆ ਜਾਓ, ਥੱਲੇ ਵਾਲੇ ਲੀਡਰਾਂ ਵਾਲੇ ਪਾਸੇ ਆ ਜਾਓ। ਉਹਨਾਂ ਦੇ ਘਰਾਂ ਦੇ ਬਾਹਰ ਆਪਾਂ ਇਹ ਖੇਤੀ ਜਿਹੜੇ ਕਾਨੂੰਨ ਨੇ ਇਹਨਾਂ ਦੀਆਂ ਕਾਪੀਆਂ ਸਾੜਨੀਆਂ ਭਾਈ, ਪਾੜਨੀਆਂ ਤੇ ਸਾੜਨੀਆਂ। ਸੰਧਾਲੀਆ ਸਾਹਿਬ, ਅਸਲ 'ਚ ਚੜੂਨੀ ਸਾਹਿਬ ਨੇ ਇਹ ਐਲਾਨ ਤਾਂ ਕੀਤਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਬੈਠਕ 26 ਨੂੰ 6 ਮਹੀਨੇ ਹੋ ਗਏ ਸੀ ਦਿੱਲੀ ਬੈਠਿਆਂ ਨੂੰ। ਉਹਦੇ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਆ ਅਜੇ ਤੱਕ ਕਲੀਅਰ ਨਹੀਂ ਸੀ ਕੀਤਾ। ਹੁਣ ਉਹ ਕਹਿੰਦੇ ਕਿ 5 ਜੂਨ ਨੂੰ 1 ਸਾਲ ਹੋ ਜਾਣਾ ਜਿਸ ਦਿਨ ਆਰਡੀਨੈਂਸ ਜਾਰੀ ਕੀਤੇ ਸੀ ਇਹ ਖੇਤੀਬਾੜੀ ਦੇ, ਜਿੱਥੋਂ ਪੰਗਾ ਪਿਆ। ਪਿਛਲੇ ਸਾਲ 5 ਜੂਨ ਨੂੰ ਲਾਕਡਾਊਨ ਲੱਗੇ ਦੇ ਵਿੱਚ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਆ ਕਾਨੂੰਨ ਬਣ ਗਏ। ਆਰਡੀਨੈਂਸ ਦਾ ਮਤਲਬ ਹੁੰਦਾ ਤੁਰੰਤ ਲਾਗੂ। ਹੁਣ 5 ਤਰੀਕ ਨੂੰ 1 ਸਾਲ ਹੋ ਜਾਣਾ ਤੇ 5 ਤਰੀਕ 'ਚ ਗੋਡੇ ਨਹੀਂ ਹੈਗੇ, ਹਫ਼ਤਾ ਵੀ ਨਹੀਂ ਰਹਿ ਗਿਆ। ਤੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ ਅਸੀਂ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 5 ਜੂਨ ਨੂੰ ਤੁਸੀਂ ਕਿਸਾਨ ਅੰਦੋਲਨ ਦਾ ਸਾਥ ਦਿਓ, ਸੰਪੂਰਨ ਕ੍ਰਾਂਤੀ ਦਿਵਸ ਮਨਾਉਣਾ ਹੈ। ਚੜੂਨੀ ਸਾਹਿਬ ਦਾ ਬਿਆਨ ਉਸੇ ਦਾ ਇੱਕ ਪਾਰਟ ਹੈ। ਹੁਣ ਸੰਪੂਰਨ ਕ੍ਰਾਂਤੀ ਦਿਵਸ ਕੀ ਹੈ ਕਿ ਜਿੱਥੇ ਜਿੱਥੇ ਵੀ ਕਿਤੇ ਭਾਰਤੀ ਜਨਤਾ ਪਾਰਟੀ ਦਾ ਕੋਈ MLA MP ਹੈ, ਉਹਦੇ ਘਰ ਦੇ ਮੂਹਰੇ ਜਾਣਾ ਹੈ, ਕਾਨੂੰਨਾਂ ਦੀਆਂ ਕਾਪੀਆਂ ਸੋਸ਼ਲ ਡਿਸਟੈਂਸ ਰੱਖਦਿਆਂ ਸਾੜਨੀਆਂ, ਉਹਨਾਂ ਦਾ ਵਿਰੋਧ ਕਰਨਾ ਹੈ। ਤੇ ਨਾਲ ਦੀ ਨਾਲ ਇਹ ਕੀ ਕਹਿਤਾ ਕਿ ਜਿਹੜੇ ਕਿਸੇ ਇਲਾਕੇ ਦੇ ਵਿੱਚ ਭਾਜਪਾ ਦਾ MLA MP ਹੈ ਨਹੀਂ, ਉੱਥੇ ਸਰਕਾਰੀ ਹੈੱਡਕੁਆਟਰ ਤੇ ਚਲ ਜਾਓ, ਜਾਣੀ ਕਿ ਸਮੁੱਚੇ ਤੌਰ ਦੇ ਉੱਤੇ। ਹੁਣ 5 ਤਰੀਕ ਨੂੰ ਸੰਪੂਰਨ ਕ੍ਰਾਂਤੀ ਦਿਵਸ ਕਿਉਂ ਰੱਖਿਆ? ਥੋੜਾ ਜਿਹਾ ਪਿੱਛੇ ਚਲ ਜਾਓ 1974 ਨੂੰ,
ਜੈ ਪ੍ਰਕਾਸ਼ ਨਾਰਾਇਣ ਇੱਕ ਬਹੁਤ ਵੱਡੀ ਸ਼ਖਸੀਅਤ ਹੈ। ਜਦੋਂ ਐਮਰਜੈਂਸੀ ਦੇ ਦੌਰਾਨ, ਐਮਰਜੈਂਸੀ ਤੋਂ ਪਹਿਲਾਂ ਤੇ ਐਮਰਜੈਂਸੀ ਤੋਂ ਬਾਅਦ ਜਿਨ੍ਹਾਂ ਨੇ ਉਸ ਦੌਰ ਨੂੰ ਵੇਖਿਆ, ਪੜ੍ਹਿਆ ਜਾਂ ਮਹਿਸੂਸ ਕੀਤਾ ਜਾਂ ਸਮਝਣ ਦੀ ਚੇਸ਼ਟਾ ਕੀਤੀ, ਉਹਨਾਂ ਨੂੰ ਜੈ ਪ੍ਰਕਾਸ਼ ਨਾਰਾਇਣ ਦਾ ਚੰਗੀ ਤਰ੍ਹਾਂ ਪਤਾ ਹੋਣਾ। 5 ਜੂਨ ਤਾਂ 1974 ਨੂੰ ਜੈ ਪ੍ਰਕਾਸ਼ ਨਾਰਾਇਣ ਹੋਰਾਂ ਨੇ ਉਸ ਵੇਲੇ ਸੰਪੂਰਨ ਕ੍ਰਾਂਤੀ ਦਿਵਸ ਦਾ ਐਲਾਨ ਕੀਤਾ ਸੀ। ਉਹ ਕਹਿੰਦੇ ਉਦੋਂ ਨੂੰ 5 ਜੂਨ ਵੀ ਹੈ, ਜੈ ਪ੍ਰਕਾਸ਼ ਨਾਰਾਇਣ ਨੂੰ ਵੀ ਚੇਤੇ ਕਰ ਲਾਂਗੇ, ਸੰਪੂਰਨ ਕ੍ਰਾਂਤੀ ਦਿਵਸ ਵੀ ਮਨਾ ਲਾਂਗੇ ਤੇ ਨਾਲ ਦੀ ਨਾਲ ਜਿੱਥੇ ਵੀ ਕਿਤੇ ਭਾਜਪਾ ਦਾ ਐਮਐਲਏ ਜਾਂ ਐਮਪੀ ਹੈਗਾ ਉਹਦੇ ਘਰ ਦੇ ਮੂਹਰੇ ਜਾ ਕੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜ ਲਾਂਗੇ। ਬਸ ਸੋ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੈ ਜੀ ਉਹ ਅਗਲੇ ਨੇ ਦੇਤਾ ਤੇ ਆਉਣ ਵਾਲੇ ਦਿਨਾਂ 'ਚ ਇਹ ਕੰਮ ਪੂਰਾ ਚੱਲਣਾ। ਪਰ ਇੱਕ ਹੋਰ ਮਸਲਾ ਹੈਗਾ ਜਿਹੜਾ ਟਕੈਤ ਹੋਣ ਵਾਲਾ। ਹਾਂਜੀ, ਨਹੀਂ ਦੇਖੋ ਤੇ ਕਾਰਨ ਇਹ ਵੀ ਅਗਲੇ ਨੇ ਕਹਿਤਾ, ਉਹ ਕਹਿੰਦੇ ਵੀ ਮੇਰਾ ਬਿਆਨ ਭਾਈ ਸਾਹਿਬ ਅਗਲੇ ਨੇ ਤਰੋੜ ਮਰੋੜ ਕੇ ਪੇਸ਼ ਕੀਤਾ, ਮੀਡੀਆ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਮੈਂ ਕਦੇ ਵੀ ਟਕੈਤ ਸਾਹਿਬ ਬਾਰੇ ਇਦਾਂ ਦਾ ਕੁਝ ਨਹੀਂ ਕਿਹਾ। ਇਕੱਠੇ ਬਹਿੰਦੇ ਆ, ਇਕੱਠੇ ਗੱਲਾਂ ਕਰੀਦੇ, ਇਕੱਠਾ ਪ੍ਰੋਗਰਾਮ ਦਿੱਤਾ, ਨਾਲੇ ਉਹਨਾਂ ਤਾਰੀਫ ਵੀ ਕੀਤੀ ਹੈ। ਉਹ ਕਹਿੰਦੇ ਵੀ ਯੂਪੀ ਦੇ ਵਿੱਚ ਕਦੋਂ ਦੇ ਟੋਲ ਪਲਾਜ਼ੇ ਚੱਲੀ ਜਾਂਦੇ, ਹੁਣ ਕਹਿੰਦੇ 3-4 ਜੇ ਉਹਨਾਂ ਨੇ ਮੁਕਤ ਕਰਾ ਲਿਆ, ਤਕੜੇ ਹੋ ਜੋ, ਆਪਾਂ ਬਾਕੀ ਦੇ ਵੀ ਜਿਹੜੇ ਟੋਲ ਆ ਉਹ ਫ੍ਰੀ ਕਰ ਦਿੰਦੇ ਆ। ਯੂਪੀ ਵਾਲਿਆਂ ਨੂੰ ਪਤਾ ਲੱਗਿਆ ਕਿਸਾਨਾਂ ਦੀ ਤਾਕਤ, ਉਹ ਗੱਲ ਉਹਨਾਂ ਕਲੀਅਰ ਕਰਤੀ ਆ, ਠਾ ਕਰਾ ਦੇਣੀ ਕਹਿੰਦੇ ਆਪਾਂ। ਹੁਣ ਹੋਇਆ ਕੀ ਸੀ ਸੰਧਾਲੀਆ ਸਾਹਿਬ, ਅਚਾਨਕ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਕਿਹਾ ਸੀ ਕਿ ਅਸੀਂ ਕਿਸਾਨ ਮਜ਼ਦੂਰ ਏਕਤਾ ਸੰਘ ਬਣਾਉਣਾ ਹੈ, ਉਹਦੇ ਵਿੱਚ ਹਰਿਆਣੇ ਦੇ ਤੇ ਯੂਪੀ ਦੇ ਸਾਰੇ ਬੰਦੇ ਹੋਣਗੇ। ਉਹਨਾਂ ਦੀ ਕੋਸ਼ਿਸ਼ ਹੈ ਕਿ ਮਜ਼ਦੂਰਾਂ ਨੂੰ ਨਾਲ ਜੋੜ ਲਈਏ। ਆ ਪਿਛਲੇ ਦਿਨੀ ਜਦੋਂ 2000 ਕਾਰਾਂ ਦਾ ਕਾਫਲਾ ਲੈ ਕੇ ਉਹ ਗਏ ਆ, ਟਰੈਕਟਰ ਤੇ ਕਾਰਾਂ ਦਾ, ਉਹਦੇ ਤੋਂ ਬਾਅਦ ਉਹਨਾਂ ਨੇ 6 ਤਰੀਕ ਦਾ ਅਗਲਾ ਵੀ ਰੱਖਿਆ ਅੰਬਾਲੇ ਜ਼ਿਲ੍ਹੇ ਦਾ। ਤੇ ਜਦੋਂ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਮਜ਼ਦੂਰ ਇੱਕ ਜਗ੍ਹਾ ਕਰ ਦੇਣੇ ਆ, ਕਿਉਂਕਿ ਯੂਪੀ ਤੇ ਹਰਿਆਣੇ ਦਾ ਆਪਸ ਦੇ ਵਿੱਚ ਸੰਬੰਧ ਬੜਾ, ਜਦੋਂ ਰਕੇਸ਼ ਟਕੈਤ ਹੋਰਾਂ ਦੇ ਅਥਰੂ ਡਿੱਗੇ ਸੀ ਉਦੋਂ ਵੀ ਦੋਨਾਂ ਸੂਬਿਆਂ ਤੋਂ ਟਰਾਲੀਆਂ ਗਈਆਂ ਸੀ। ਉਹਦੇ ਤੋਂ ਬਾਅਦ ਮੀਡੀਆ ਦਾ ਇੱਕ ਹਿੱਸਾ, ਖਾਸ ਹਿੱਸਾ, ਜਿਨ੍ਹਾਂ ਨੇ ਇਹ ਬਿਲਕੁਲ ਨਹੀਂ ਦਿਖਾਇਆ ਕਿ ਪਟਿਆਲੇ ਦੇ ਵਿੱਚ ਜਿਹੜਾ ਕਿਸਾਨਾਂ ਦਾ ਧਰਨਾ ਲੱਗਾ ਉੱਥੇ ਸੋਸ਼ਲ ਡਿਸਟੈਂਸ ਆ। ਉਹਨਾਂ ਨੇ ਬਿਲਕੁਲ ਨਹੀਂ ਦਿਖਾਇਆ ਕਿ ਉੱਥੇ ਸੈਨੀਟਾਈਜ਼ ਦੀ ਵਰਤੋਂ ਕੀਤੀ ਜਾ ਰਹੀ, ਸੈਨੀਟਾਈਜ਼ਰ ਦੀ। ਉਹਨਾਂ ਨੇ ਬਿਲਕੁਲ ਨਹੀਂ ਦਿਖਾਇਆ ਕਿ ਉੱਥੇ ਹਰ ਇੱਕ ਬੰਦਾ ਮਾਸਕ ਲਾ ਕੇ ਬੈਠਾ ਹੈ। ਹਾਂ, ਉਹਨਾਂ ਨੇ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਚੱਕ ਲਿਆ। ਉਹ ਕਹਿੰਦੇ ਜੀ ਦੇਖਿਆ, ਗੁਰਨਾਮ ਸਿੰਘ ਚੜੂਨੀ ਤਾਂ ਰਕੇਸ਼ ਟਕੈਤ ਨੂੰ ਬਾਈਪਾਸ ਕਰਕੇ ਯੂਪੀ ਲਿਜਾਣ ਨੂੰ ਫਿਰਦਾ ਹੈ। ਗੁਰਨਾਮ ਸਿੰਘ ਚੜੂਨੀ ਦੀਆਂ ਸਿਆਸੀ ਖਹਿਸ਼ਾਂ ਵੱਧ ਗਈਆਂ। ਸੰਯੁਕਤ ਕਿਸਾਨ ਮੋਰਚਾ 2 ਫਾੜ ਹੋ ਚੱਲਿਆ। ਚੜੂਨੀ ਸਾਹਿਬ ਹਰਿਆਣੇ 'ਚ ਕੰਮ ਕਰਦੇ ਸੀ, ਟਕੈਤ ਸਾਹਿਬ ਰਾਜਸਥਾਨ ਉੱਥੇ ਯੂਪੀ 'ਚ ਕਰਦੇ ਸੀ। ਚੜੂਨੀ ਸਾਹਿਬ ਟਕੈਤ ਸਾਹਿਬ ਦੇ ਹਲਕੇ ਦੇ ਵਿੱਚ ਉਹਨਾਂ ਤੋਂ ਬਿਨਾਂ ਜਾਣ ਲੱਗ ਪਏ। ਨਹੀਂ, ਉਹ ਇੱਕ ਲਾਈਨ ਹੋਰ ਵੀ ਜੋੜੀ, ਉਹ ਲਾਈਨ ਇਹ ਜੋੜੀ, ਕਹਿੰਦੇ ਵੀ ਬਹੁਤ ਵਾਰ ਦੇਖਿਆ ਗਿਆ ਕਿ ਯੂਪੀ ਤੋਂ ਆ ਕੇ ਟਕੈਤ ਸਾਹਿਬ ਹਰਿਆਣੇ 'ਚ ਮਕਬੂਲ ਹੋ ਰਹੇ ਪਿਆ, ਆਪਸ 'ਚ ਫਸ ਪਏ। ਦੋਨਾਂ ਦੇ ਬਿਆਨ ਆ ਗਏ। ਕਹਿੰਦੇ ਗੱਲੇ ਹੀ ਕੋਈ ਨਹੀਂ ਇਦਾਂ ਦੀ, ਸਾਨੂੰ ਤਾਂ ਇੱਕ ਦੂਜੇ ਦੀ ਪੈਰ ਦੇ ਉੱਤੇ ਲੋੜ ਹੈ। ਨਾਲ ਦੀ ਨਾਲ ਸੰਧਾਲੀਆ ਸਾਹਿਬ ਤੁਸੀਂ ਇੱਕ ਹੋਰ ਦੇਖੋ, ਇੱਥੇ ਪੰਜਾਬ 'ਚ ਜਿੰਨੀ ਜਗ੍ਹਾ ਦੇ ਉੱਤੇ ਧਰਨੇ ਲੱਗੇ ਆ ਜਦੋਂ ਦਾ 26 ਤਰੀਕ ਵਾਲਾ ਮਸਲਾ ਆਇਆ ਨਾ, ਉਹਦੇ ਤੋਂ ਬਾਅਦ ਇੱਕਦਮ ਉਹਨਾਂ ਦੇ ਵਿੱਚ ਗਿਣਤੀ ਵੀ ਵੱਧ ਗਈ ਹੈ, ਉਹਨਾਂ ਦੇ ਵਿੱਚ ਜੋਸ਼ ਵੀ ਵੱਧ ਗਿਆ ਤੇ ਲੱਗਦਾ ਹੈ ਕਿ 26 ਮਈ ਤੋਂ ਬਾਅਦ ਇੱਕ ਵਾਰੀ ਫੇਰ ਸੰਘਰਸ਼ ਜਿਹੜਾ ਸਿਖਰ ਦੇ ਉੱਤੇ ਪਹੁੰਚੂਗਾ ਜ਼ਰੂਰ। 5 ਤਰੀਕ ਦੀ ਤੁਸੀਂ ਗੱਲ ਕੀਤੀ ਆ, 5 ਤੋਂ ਪਹਿਲਾਂ ਆਪਾਂ 1 ਦੀ ਵੀ ਗੱਲ ਕਰਨੀ। ਉਹ ਕੀ ਹੈ ਜੀ? ਦੇਖੋ ਜੀ, 1 ਨੂੰ ਜਿਹੜਾ ਆਪਾਂ ਮਾਲਵੇ ਦੀ ਗੱਲ ਕਰਦੇ ਆ, ਮਾਲਵੇ ਦੇ ਵਿੱਚ ਉਹ ਜਗ੍ਹਾ, ਉਹ ਥਾਂ ਜਿੱਥੇ ਗੁਰੂ ਸਾਹਿਬ ਦੇ ਅੰਗ ਪਾੜ ਕੇ ਤੁਸੀਂ ਜਿਆਣੀ ਸਾਹਿਬ ਛੱਡ ਗਏ ਸੀ। ਨਹੀਂ, ਜਿਆਣੀ ਸਾਹਿਬ ਤੇ ਚੱਲਦੇ ਆ। ਮੈਨੂੰ ਇਹ ਸੀ ਵੀ ਜੇ ਤਰੀਕ ਲਾਗੂ ਲੱਗੀ ਆ, ਕਿਉਂਕਿ ਉਹਦੇ ਲਈ ਵੀ ਹੁਣ ਸਿੱਖ ਜਥੇਬੰਦੀਆਂ ਨੇ ਕਹਿਤਾ ਗਿਆ ਵੀ ਆਪਾਂ ਪਸ਼ਚਾਤਾਪ ਦਿਵਸ ਜਿਹੜਾ ਜੀ ਉਹ ਮਨਾਉਣਾ। ਦੂਸਰੇ ਪਾਸੇ ਉਦੋਂ ਪਹਿਲਾਂ ਆਪਾਂ ਸਿਆਸੀ ਪਾਰਟੀਆਂ ਵੱਲੋਂ ਵੀ ਸੁਣਨ ਟਾਈਮ ਵੀ ਉਹ ਕਹਿੰਦੇ ਵੀ ਆਪਾਂ ਵੀ ਉੱਥੇ ਜਾ ਕੇ ਅਰਦਾਸ ਕਰਨੀ ਆ। ਪਿਛਲੇ ਦਿਨੀ ਢੀਂਡਸਾ ਸਾਹਿਬ ਦਾ ਬਿਆਨ ਵੀ ਯਾਦ ਕਰਾ ਦੇਣੇ, ਉਹਨਾਂ ਨੇ ਰਾਮੂਵਾਲੀਆ ਸਾਹਿਬ ਨੂੰ ਵੀ ਕਿਹਾ ਸੀ ਵੀ ਉਸ ਤਰੀਕ ਨੂੰ ਉੱਥੇ ਅੱਪੜਿਓ ਜ਼ਰੂਰ ਭਾਈ। ਉਹਨਾਂ ਨੇ ਹਾਂ ਵੀ ਕਰਤੀ, ਆਵਾਂਗੇ ਪਹੁੰਚਾਂਗੇ, ਹੈ ਨਾ। ਸੋ ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ 1 ਜੂਨ ਨੂੰ ਜਿਹੜੀ ਇੱਕ ਪਾਸੇ ਤਾਂ ਚਲੋ ਕਿਸਾਨਾਂ ਵਾਲੀ ਗੱਲ ਹੈ, ਕਾਲ ਹੈ, ਉਹ ਤਾਂ ਐਜ਼ ਇਟ ਇਜ਼ ਚੱਲਣੀ ਹੈ। ਉਹਦੇ ਨਾਲ 2015 ਵਾਲਾ ਜਿਹੜਾ ਬੇਅਦਬੀ ਕਾਂਡ ਹੈ ਉਹਨੂੰ ਦੁਬਾਰਾ ਤੋਂ ਇੱਕ ਤਰ੍ਹਾਂ ਨਾਲ ਸਿੱਖ ਜਥੇਬੰਦੀਆਂ ਵੱਲੋਂ ਯਾਦ ਕੀਤਾ ਜਾਣਾ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਸਿਆਸਤਦਾਨ ਤੇ ਸਿੱਖ ਜਥੇਬੰਦੀਆਂ ਦੋਨੋਂ ਹੀ ਸਰਗਰਮ ਨੇ। ਕਈ ਬੰਦੇ ਲਾਹਾ ਲੈਣ ਵਾਲੇ ਆ, ਕਈਆਂ ਨੂੰ ਸੱਚੀ ਮੁੱਚੀ ਬਹੁਤ ਵੱਡੀ ਪੱਧਰ ਦੇ ਉੱਤੇ ਨਿਰਾਸ਼ਾ ਹੈ ਕਿ ਘਟਨਾ ਘਟੀ ਕਿਉਂ, ਤੇ ਉਹਦੇ ਤੋਂ ਕਈ ਗੁਣਾ ਵੱਧ ਨਿਰਾਸ਼ਾ ਹੈ ਕਿ ਉਹਦੇ ਤੋਂ ਬਾਅਦ ਸਿਆਸਤਦਾਨਾਂ ਨੇ ਉਸ ਘਟਨਾ ਦਾ ਹੱਲ ਕੀ ਕੀਤਾ। ਚਾਹੇ ਕੋਟਕਪੁਰੇ ਵਾਲਾ ਕਾਂਡ ਹੈ, ਚਾਹੇ ਬਰਗਾੜੀ ਵਾਲਾ ਕਾਂਡ ਹੈ, ਬੇਅਦਬੀ ਕਾਂਡ, SITs ਬਣੀਆਂ ਹੋਈਆਂ, ਕਦੇ ਗਵਾਹਾਂ ਨੂੰ ਸੱਦਿਆ ਜਾਂਦਾ, ਪੁੱਛਗਿੱਛ ਹੁੰਦੀ ਹੈ, ਬਿਆਨ ਦਰਜ ਕੀਤੇ ਜਾਂਦੇ ਆ, ਕਦੇ ਡੇਰਾ ਪ੍ਰੇਮੀਆਂ ਦੇ ਨਾਂ ਵਿੱਚ ਦਰਜ ਕਰ ਲਏ ਜਾਂਦੇ। ਸਰਗਰਮੀਆਂ ਸਿਖਰ ਤੇ ਨੇ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਵੀ ਸਰਗਰਮੀਆਂ ਸਿਖਰ ਤੇ ਨੇ। ਦੋਨੋਂ ਚੀਜ਼ਾਂ ਆਪਾਂ ਨੂੰ ਹੁਣ 1 ਤਰੀਕ ਦਾ ਦਿਨ ਕਾਂਗਰਸ ਪਾਰਟੀ ਦੇ ਲਈ ਬਹੁਤ ਮਹੱਤਵਪੂਰਨ ਹੋਣਾ, ਕਿਉਂਕਿ ਇਹੀ ਮੁੱਦਾ ਨਾ, ਜਿਸ ਮੁੱਦੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਪਿਛਲੇ 1.5 ਮਹੀਨੇ ਤੋਂ ਕਾੜ ਕਰਕੇ ਸਟੇਟਸ ਪਾਈ ਜਾਂਦੇ ਆ, ਟਵੀਟ ਕਰੀ ਜਾਂਦੇ ਆ, ਤੇ ਮੂਹਰਲੇ ਪਾਸਿਓਂ ਰੌਲਾ ਕਿੰਨਾ ਪਿਆ ਸੀ। ਜੇ ਪ੍ਰਗਟ ਸੂ ਨੇ ਗੱਲ ਕੀਤੀ ਹੈ, ਜੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਹੈ, ਜੇ ਰਵਨੀਤ ਬਿੱਟੂ ਨੇ ਵੀ ਗੱਲ ਕੀਤੀ ਹੈ, ਕੋਈ ਵੀ ਕਾਂਗਰਸ ਪਾਰਟੀ ਦਾ ਬੰਦਾ ਇਹ ਨਹੀਂ ਕਹਿੰਦਾ ਜੀ ਅਸੀਂ ਸੰਤੁਸ਼ਟੀਜਨਕ ਕੰਮ ਕਰ ਸਕੇ, ਕੋਈ ਨਹੀਂ ਕਹਿੰਦਾ। ਇੱਕ ਵਾਰੀ ਫਿਰ 1 ਜੂਨ ਨੂੰ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਇਸ ਮੁੱਦੇ ਤੇ ਨਿਸ਼ਾਨੇ ਲੱਗ ਸਕਦੇ ਆ ਕਿ ਭਾਈ ਤੁਹਾਡੀ SIT ਹੋਵੇ,
ਤੁਹਾਡੀ ਸਰਕਾਰ ਦੇ ਵਕੀਲ ਹੋਣ ਤੇ ਹਾਈ ਕੋਰਟ SIT ਨੂੰ ਰੱਦ ਕਰਦਾ, ਇਹ ਗੱਲ ਕਿੱਦਾਂ ਹੋ ਸਕਦਾ? ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਵੀ ਉਸ ਦਿਨ ਦੁਬਾਰਾ ਚਰਚਾ ਦੇ ਵਿੱਚ ਆਉਣ, ਪਰ ਹੁਣ ਕਿਹੜੀ ਜਥੇਬੰਦੀ ਉਹ ਉੱਥੇ ਲਾਹਾ ਲੈਣ ਜਾ ਰਹੀ ਹੈ? ਕਿਹੜੀ ਜਥੇਬੰਦੀ ਨੂੰ ਸੱਚੇ ਸੋਗ ਹੈ? ਪਰ ਲੀਡਰ ਤਾਂ ਮੈਂ ਇੱਕ ਗੱਲ ਦੇਖਦਾ ਸੀ ਕਿ ਜੇ ਲੀਡਰਾਂ ਨੂੰ ਇੰਨਾ ਹੀ ਦੁੱਖ ਹੁੰਦਾ, ਜੇ ਲੀਡਰ ਇੰਨਾ ਹੀ ਸਕੇ ਸੋਧਰੇ ਹੁੰਦੇ, ਜੇ ਇੰਨੇ ਉਹਨਾਂ ਦੇ ਹੰਝੂ ਡਿੱਗਦੇ ਹੁੰਦੇ, 2015 ਤੋਂ ਲੈ ਕੇ ਹੁਣ ਤੱਕ ਕਿਸੇ ਲੀਡਰ ਨੇ ਹੱਸਦੇ ਨੇ ਬਿਆਨ ਤਾਂ ਨਹੀਂ ਦਿੱਤਾ ਹੋਣਾ। ਅੱਖਾਂ ਲਾਲ ਹੀ ਰਹਿੰਦੀਆਂ, ਇਹਨਾਂ ਦੀ ਰਾਤ ਨੂੰ ਨੀਂਦ ਆਉਂਦੀ ਨਹੀਂ ਇਹਨਾਂ ਨੂੰ। ਪਿਛਲੇ ਦਿਨੀ ਖਬਰ ਆਈ ਸੀ ਨਾ, ਅਚਾਨਕ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਗੁਰਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਗਏ ਸੀ, ਗੁਰੂ ਘਰ ਦੇ ਵਿੱਚ ਜੀ। ਇਹ ਹੁਣ 1 ਤਰੀਕ ਨੂੰ ਵੀ ਸ਼ੰਕਾ ਹੈਗੀ ਆ ਵੀ ਕੋਈ ਲੀਡਰ ਜਿਹਦਾ ਮਤਲਬ ਚੇਤਾ ਵੀ ਨਾ ਹੋਵੇ, ਉਹ ਤੁਹਾਨੂੰ ਉਸ ਦਿਨ ਥੋੜਾ ਜਿਹਾ ਅੱਗੇ ਪਿੱਛੇ ਜਾਂ ਜਥੇਬੰਦੀਆਂ ਦੇ ਨਾਲ ਉੱਥੇ ਮਿਲੇ। ਇੱਕ ਦਿਨ ਪਹਿਲਾਂ ਵੀ ਮਿਲ ਸਕਦਾ ਕੋਈ। ਹਾਂ, ਮਤਲਬ ਇੱਕ ਦਿਨ ਪਹਿਲਾਂ ਸ਼ਾਮ ਨੂੰ ਵੀ ਮੈਂ ਹਾਜ਼ਰੀ ਲਵਾ ਦੇਵਾਂ, ਐਂਡ ਉਹ ਬੰਦਾ ਕਾਂਗਰਸ 'ਚੋਂ ਵੀ ਹੋ ਸਕਦਾ, ਉਹ ਕਾਂਗਰਸ ਦੇ ਬਾਹਰੋਂ ਵੀ ਹੋ ਸਕਦਾ, ਉਹ ਅਕਾਲੀ ਦਲ 'ਚ ਵੀ ਹੋ ਸਕਦਾ, ਉਹ ਅਕਾਲੀ ਦਲ ਦੇ ਬਾਹਰੋਂ ਵੀ ਹੋ ਸਕਦਾ। ਸੋ ਇਹ ਜਿਹੜੀ ਚੀਜ਼ ਆ 1 ਜੂਨ ਤੇ 1 ਜੂਨ ਤੋਂ ਬਾਅਦ 2 ਵਾਲੀ ਸਵੇਰ, ਉਦੋਂ ਤੱਕ ਮੇਰੇ ਖਿਆਲ ਨਾਲ ਸਿਆਸਤ ਕਈ ਰੰਗ ਵਿਖਾ ਸਕਦੀ। ਨਹੀਂ, ਵਿਖਾਊਗੀ। ਤੁਸੀਂ ਇਹ ਵੀ ਦੇਖੋ ਨਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ 1 ਘੰਟਾ ਮਿਲਿਆ, ਬੰਦ ਕਮਰਾ ਮੀਟਿੰਗ ਹੋਈ, ਵੇਰਵੇ ਕੋਈ ਸਾਹਮਣੇ ਨਹੀਂ ਆਏ। ਪਰ 1 ਜੂਨ ਸਮਾਂ ਨੇੜੇ ਆ ਰਿਹਾ। ਵੈਸੇ ਤਾਂ ਹਰਮੰਦਰ ਸਾਹਿਬ ਜਾਂਦੇ ਆ, ਪਾਠ ਉੱਥੇ ਰਖਾਇਆ ਹੁੰਦਾ, ਉਹਦੇ ਭੋਗ ਪੈਂਦੇ ਆ, ਇਹ ਸਪੈਸ਼ਲ ਨਹੀਂ ਗਏ। ਉਹ ਕਹਿੰਦੇ ਜੀ, ਜਥੇਦਾਰ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਜੀ ਉਹਨਾਂ ਨੂੰ ਪਤਾ ਲੱਗਾ ਸੀ, ਉਹ ਆਇਓ ਸੀ ਵੀ ਮੈਂ ਇੱਥੇ ਆ, ਮੁਲਾਕਾਤ ਕਰਨ ਆ ਗਿਆ। ਅੱਗੇ ਵੀ ਹੁੰਦੀ ਰਹਿੰਦੀ ਮੁਲਾਕਾਤ, ਇਦਾਂ ਦੀ ਕੋਈ ਗੱਲ ਨਹੀਂ। ਚਲੋ ਆਪਾਂ ਉਹਦੇ ਵਿੱਚੋਂ ਇਹ ਨਹੀਂ ਕਹਿੰਦੇ ਕਿ ਮੁਲਾਕਾਤ 'ਚ ਕੀ ਹੋਇਆ, ਪਰ ਜਿਸ ਤਰੀਕੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਬਾਰ-ਬਾਰ 1 ਜੂਨ ਦਾ ਜ਼ਿਕਰ ਕਰਦੇ ਆ ਕਿ ਅਸੀਂ ਮੀਟਿੰਗ ਕਰਨੀ ਆ ਤੇ ਬਾਰ-ਬਾਰ ਅਕਾਲੀ ਦਲ ਤੇ ਨਿਸ਼ਾਨਾ ਲਾਉਂਦੇ ਆ, ਜਿਸ ਤਰੀਕੇ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਦੋਨੇ ਪਾਸੇ ਸਿਆਸੀ ਤੋਪਾਂ ਬੀੜੀਆਂ, ਕੈਪਟਨ ਸਾਹਿਬ ਵੱਲ ਵੀ ਤੇ ਅਕਾਲੀਆਂ ਵੱਲ ਵੀ, ਉਹਦੇ ਤੋਂ ਬਾਅਦ ਜਦੋਂ ਦਿਨ ਨੇੜੇ ਆਉਣ ਵਾਲਾ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਉੱਥੇ ਜਾ ਕੇ ਜਥੇਦਾਰ ਸਾਹਿਬ ਦੇ ਨਾਲ ਮੀਟਿੰਗ ਕਰਨਾ ਹੈ, ਤਾਂ ਮਤਲਬ ਅਕਾਲੀ ਦਲ ਵੀ ਕੋਈ ਨਾ ਕੋਈ ਸਟੈਂਡ ਉਦੋਂ ਨੂੰ ਵੱਖਰੇ ਤਰ੍ਹਾਂ ਦਾ ਲੈ ਸਕਦਾ। ਬਿਲਕੁਲ ਲੈ ਸਕਦਾ। ਮੈਂ ਅੱਗੇ ਤਾਂ ਹੀ ਕਿਹਾ ਨਾ, ਮਤਲਬ ਇੱਕ ਚੀਜ਼ ਹੋਰ ਐਡ ਕਰਦੀ, ਇਹਦੇ 'ਚ ਹੋ ਜ਼ਰੂਰੀ ਨਹੀਂ ਵੀ ਸਾਰੇ ਸਿਆਸੀ ਬੰਦੇ ਜਾਣ, ਤੁਸੀਂ ਗੈਰ ਸਿਆਸੀ ਤੇ ਧਾਰਮਿਕ ਸ਼ਖਸੀਅਤ ਵੀ ਕੋਈ ਨਾ ਕੋਈ ਦੇਖ ਸਕਦੇ ਹੋ ਵੀ ਉਸ ਦਿਨ ਉੱਥੇ ਹੋਵੇ, ਹੈ ਨਾ। ਸੋ ਉਹ ਜਿਹੜੀ ਜਗ੍ਹਾ ਹੈ ਉੱਥੇ ਕੌਣ ਕਿਹਦਾ ਕਿੰਨੀ ਕੁ ਵੱਡੀ ਖਬਰ ਬਣਦੀ ਹੈ, ਇਹਦੇ 'ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜ਼ੋਰ ਲੱਗਦਾ ਦਿਸੇ। ਪਰ ਜ਼ੋਰ ਕਹਿੰਦੇ ਵੀ ਸੁਰਜੀਤ ਕੁਮਾਰ ਜੈਣੀ ਉਹਨਾਂ ਨੇ ਬਹੁਤ ਲਾਇਆ, ਕਿਉਂਕਿ ਬੰਦੇ ਬੋਲਣ ਨਹੀਂ ਨਾ ਦਿੰਦੇ। ਉਹ ਕਹਿੰਦੇ ਸਾਡੇ ਜਵਾਬ ਦਿਓ, ਸਾਡੀਆਂ ਗੱਲਾਂ ਦੱਸੋ, ਤੁਸੀਂ ਇਦਾਂ ਕਿੱਦਾਂ ਆਖੀਆਂ ਨੇ। ਉਹ ਕਹਿੰਦੇ ਇਦਾਂ ਕਿੱਦਾਂ ਜਾਓ, ਮੈਂ ਤਾਂ ਤੁਹਾਡੇ ਲੀਡਰ ਨੂੰ ਨਹੀਂ ਬੋਲਣ ਦਿੱਤਾ, ਤੁਸੀਂ ਕਿੱਧਰ ਤੁਰੇ ਫਿਰਦੇ ਹੋ। ਸੰਧਾਲੀਆ ਸਾਹਿਬ, ਵੈਸੇ ਸੁਰਜੀਤ ਕੁਮਾਰ ਜੈਣੀ ਦਾ ਤੁਹਾਨੂੰ ਯਾਦ ਹੀ ਹੋਣਾ, ਉਹ ਤੁਸੀਂ ਕੈਨੇਡਾ ਨਹੀਂ ਸੀ ਆਏ, ਮੇਰੇ ਨਾਲ ਬਿਠਾਏ ਸੀ ਨਾ। ਜੀ, ਪੂਰਾ 1 ਘੰਟਾ ਗੱਲਾਂ ਬਾਤਾਂ ਹੋਈਆਂ। ਕਿਉਂਕਿ ਪੰਜਾਬ ਭਾਜਪਾ ਦਾ ਕੋਈ ਵੀ ਲੀਡਰ ਇੰਨੀ ਦ੍ਰਿੜਤਾ ਤੇ ਇੰਨੀ ਚੜ੍ਹਤ ਦੇ ਨਾਲ ਨਹੀਂ ਸੀ ਬੋਲਿਆ ਖੇਤੀ ਕਾਨੂੰਨਾਂ ਦੇ ਮੁੱਦੇ ਤੇ, ਜਿਸ ਤਰੀਕੇ ਦੇ ਨਾਲ ਸੁਰਜੀਤ ਜੈਣੀ ਸਾਹਿਬ ਬੋਲੇ ਸੀ। ਉਹ ਕਹਿੰਦੇ ਮੈਂ ਪਾਰਟੀ ਨਾਲ ਗੱਲ। ਇੱਕ ਮੈਂ ਬੇਨਤੀ ਕਰਦਾ, ਇਹ ਉਦੋਂ ਦੀ ਗੱਲ ਹੈ, ਮੈਂ ਸੁਰਜੀਤ ਕੁਮਾਰ ਜੈਣੀ ਹੋਰਾਂ ਨੂੰ ਉਦੋਂ ਮਿਲਿਆ ਸੀ ਜਦੋਂ ਉਹ ਕੇਂਦਰ ਵਾਲੀ ਆ ਕੇ BJP ਨੂੰ ਨਹੀਂ ਸੀ ਅਜੇ ਮਿਲੇ। ਨਹੀਂ, ਤੁਸੀਂ ਮੈਨੂੰ ਦੱਸੋ, ਜਦੋਂ ਕਹਾਣੀ ਪੜ੍ਹਦੇ ਹੁੰਦੇ ਨਾ, ਉਦੋਂ ਹੁੰਦਾ ਕਿ ਬੜੀ ਪੁਰਾਣੀ ਗੱਲ ਹੈ ਜਾਂ ਇੱਕ ਵੇਲੇ ਦੀ ਗੱਲ ਹੈ। ਹਾਂ, ਨਹੀਂ, ਇੱਕ ਵੇਲੇ ਦੀ ਹੈ। ਨਹੀਂ, ਇੱਕ ਵੇਲੇ ਨਹੀਂ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਜੇ ਜੈਣੀ ਸਾਹਿਬ ਕੇਂਦਰ ਦੇ ਵਿੱਚ ਜਾ ਕੇ ਉੱਥੋਂ ਦੀ ਜਿਹੜੀ ਮੁੱਖ ਪਾਰਟੀ ਆ ਉਹਨਾਂ ਨੂੰ, ਉਸ ਲੀਡਰਸ਼ਿਪ ਨੂੰ ਨਹੀਂ ਸੀ ਮਿਲੇ, ਉੱਥੇ 15-20 ਦਿਨ ਮਹੀਨਾ ਨਹੀਂ ਸੀ ਰਹੇ। ਉਹਦੇ ਤੋਂ ਪਹਿਲਾਂ ਦੇ ਬਿਆਨ ਨੇ ਮੇਰੇ ਨਾਲ, ਇਹ ਜਿਹੜੇ ਬਿਆਨ ਹੁਣ ਆ ਰਹੇ ਨੇ ਜਾਂ ਜਿਹੜਾ ਬਦਲਿਆ ਰੂਪ ਜੈਣੀ ਸਾਹਿਬ ਦਾ, ਇਹ ਉਸ ਮੁਲਾਕਾਤ ਤੋਂ ਬਾਅਦ ਦਾ। ਬਿਲਕੁਲ, ਸੰਧਾਲੀਆ ਸਾਹਿਬ ਤੇ ਜੈਣੀ ਸਾਹਿਬ ਨੇ ਉਦੋਂ ਜਿਹੜੀਆਂ ਗੱਲਾਂ ਕਹੀਆਂ ਸੀ ਕਿ ਦੇਖੋ ਖੇਤੀ ਮੈਂ ਕਰਦਾ, ਮੈਨੂੰ ਪਤਾ ਕਿਸਾਨ ਦੀ ਕੀ ਹਾਲਤ ਹੈ, ਸਾਰੀਆਂ ਗੱਲਾਂ ਕਰ ਲਈਆਂ ਤੇ ਕਹਿੰਦੇ ਸੀ ਮੈਂ ਜਾ ਕੇ ਗੱਲ ਕਰੂੰਗਾ। ਤੇ ਇੱਕ ਬੜੀ ਆਸ ਬੱਝੀ ਸੀ ਕਿ ਪੰਜਾਬ BJP ਦੇ ਵਿੱਚੋਂ ਜੇ ਕੋਈ ਲੀਡਰ ਬੋਲ ਸਕਦਾ, ਯਾਰ ਜੜੋਂ ਬੋਲਿਆ ਹੀ, ਯਾਰ ਢਿੱਡੋਂ ਬੋਲਿਆ ਹੀ ਬੰਦਾ, ਇਦਾਂ ਦੀ ਗੱਲ ਨਹੀਂ। ਪਾਰਟੀ ਜਿਹੜੀ ਮਰ ਜਾਵੇ, ਬੰਦੇ ਚੰਗੇ ਵੀ ਹੁੰਦੇ ਆ, ਬੰਦੇ ਮਾੜੇ ਵੀ ਹੁੰਦੇ ਆ। ਮੈਂ ਕਹਿੰਦਾ ਕਿ ਪਿੱਛੇ ਨੂੰ ਜਾਓ ਸਾਰੇ ਜਣੇ। ਉਹ 1 ਹਫ਼ਤੇ ਦਾ ਸਮਾਂ ਜੈਣੀ ਸਾਹਿਬ ਦੀ ਬੱਲੇ 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 ਹੋ ਗਈ ਸੀ। ਤੇ ਜਦੋਂ ਨਾਲ ਦੇ ਆਂਢੀ ਗੁਆਂਢੀ BJP ਦੇ ਲੀਡਰ ਪੁੱਛਦੇ, ਉਹਦੇ ਯਾਰ ਜੈਣੀ ਸਾਹਿਬ ਸਾਡੇ ਬੰਦੇ ਆ, ਅਸੀਂ ਇਦਾਂ ਦੀ ਗੱਲ ਨਹੀਂ ਹੈ ਕੋਈ, ਉਹ ਆਪੋ ਆਪਣੇ ਵਿਚਾਰ ਹੁੰਦੇ ਆ, ਕੋਈ ਗੱਲ ਨਹੀਂ। ਫਿਰ ਉਹ ਦਿੱਲੀ ਚਲੇ ਗਏ। ਦਿੱਲੀ ਗਏ ਤੇ ਫਿਰ ਤਾਂ ਗੱਲਾਂ ਹੀ ਹੋਰ ਸੀ, ਕਿਉਂਕਿ ਉਹਨਾਂ ਨੇ ਗੱਲ ਸ਼ੁਰੂ ਕੀਤੀ ਸੀ। ਰਾਜਨਾਥ ਸਿੰਘ ਹੋਰਾਂ ਨੂੰ ਵੀ ਮੇਰਾ ਖਿਆਲ ਮਿਲੇ ਸੀ ਉਹ ਜਾ ਕੇ। ਰਾਜਨਾਥ ਸਿੰਘ ਹੋਰਾਂ ਨੇ ਕਿਹਾ ਸੀ ਲੈ ਮੈਂ ਆਪਣੇ ਘਰੇ ਮੀਟਿੰਗ ਕਰਾਉਣਾ। ਚਲੋ ਮੀਟਿੰਗਾਂ ਦੇ 11 ਗੇੜ ਚੱਲੇ। ਉਹਦੇ ਤੋਂ ਬਾਅਦ ਜੈਣੀ ਸਾਹਿਬ ਇਹ ਕਹਿਣ ਲੱਗ ਪਿਆ ਸੀ ਕਿ ਭਾਈ ਕਿਸਾਨ ਥੋੜੇ ਨੇ, ਸਿਆਸਤਦਾਨ ਬਹੁਤੇ ਨੇ, ਸਿਆਸਤਦਾਨਾਂ ਦੇ ਢਹੇ ਚੜੇ ਹੋਏ ਨੇ। ਤੇ ਹੁਣ ਜੈਣੀ ਸਾਹਿਬ ਫਾਜ਼ਿਲਕਾ ਦੇ ਸਿਵਲ ਹਸਪਤਾਲ ਆਏ ਸੀ। ਕਿਸਾਨਾਂ ਨੂੰ ਪਤਾ ਲੱਗਿਆ ਕਿਸਾਨਾਂ ਦੀ ਗਿਣਤੀ ਬਹੁਤੀ ਨਹੀਂ ਸੀ, 2-4 ਹੀ ਸੀਗੇ। ਉਹਨਾਂ ਨੇ ਜੈਣੀ, ਕਿਉਂਕਿ ਇੱਕ ਗੱਲ ਤਾਂ ਹੈਗੀ ਆ, ਜੈਣੀ ਸਾਹਿਬ ਭੱਜਦੇ ਨਹੀਂ ਹੁੰਦੇ, ਉਹ ਗੱਲ ਕਰਦੇ ਹੁੰਦੇ ਆ। ਹੁਣ ਚਲੋ ਕਿਸਾਨ ਅੰਦੋਲਨ ਦੇ ਬਾਰੇ ਉਹਨਾਂ ਦੇ ਵਿਚਾਰ ਬਦਲੇ ਹੋਏ ਆ। ਉਹਨਾਂ ਨੇ ਜੈਣੀ ਸਾਹਿਬ ਨੂੰ ਕਿਹਾ, ਜੈਣੀ ਸਾਹਿਬ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਹੁੰਦੇ? ਉਹ ਕਹਿੰਦੇ ਅਸੀਂ ਤਾਂ ਕਹਿੰਦੇ ਆ ਜਿਹੜੀ ਗੱਲ ਕਰਨੀ ਆ ਕਰੋ। ਉਹ ਕਹਿੰਦੇ ਤੁਸੀਂ ਜੈਣੀ ਸਾਹਿਬ ਇੱਕ ਫਾਇਦਾ ਦੱਸੋ। ਕਿਸਾਨਾਂ ਨੇ ਕਿਹਾ ਉੱਥੇ ਖੁੱਲ੍ਹੇਆਮ, ਇੱਕ ਫਾਇਦਾ ਦੱਸੋ ਖੇਤੀ ਕਾਨੂੰਨਾਂ ਦਾ। ਉਹ ਕਹਿੰਦੇ ਤੁਸੀਂ ਜਿੱਥੇ ਮਰਜ਼ੀ ਬਹਿਸ ਕਰ ਲਓ, ਤੁਸੀਂ ਜਿੱਥੇ ਮਰਜ਼ੀ ਡਿਬੇਟ ਰੱਖ ਲਓ, ਤੁਹਾਡੇ ਨਾਲ ਵੀ ਮੈਂ ਗੱਲ ਕਰ ਲੂੰ। ਮੈਂ ਤਾਂ ਤੁਹਾਡੇ ਲੀਡਰ ਬਲਵੀਰ ਸਿੰਘ ਰਾਜੇਵਾਲ ਨੂੰ ਨਹੀਂ ਬੋਲਣ ਦਿੱਤਾ ਇਸ ਮੁੱਦੇ ਤੇ। ਦਲੀਲਾਂ ਹੀ ਇੰਨੀਆਂ,
ਕਾਨੂੰਨ ਹੀ ਇਦਾਂ ਦੇ ਨੇ, ਕਾਨੂੰਨਾਂ ਨੇ ਤਾਂ ਤੁਹਾਡੀ ਕਾਇਆ ਕਲਪ ਕਰ ਦੇਣੀ ਹੈ। ਬਹੁਤ ਚੰਗਾ ਹੈ ਸਾਰਾ ਕੁਝ। ਹੁਣ ਜਦੋਂ ਇਸ ਤਰੀਕੇ ਦੇ ਨਾਲ ਗੱਲਾਂ ਹੋਈਆਂ, ਕਿਸਾਨਾਂ ਨੂੰ ਗੁੱਸਾ ਤਾਂ ਆਉਣਾ ਹੀ ਸੀ, ਪਰ ਕੁੱਲ ਮਿਲਾ ਕੇ ਜਿਸ ਤਰੀਕੇ ਜਿਆਣੀ ਸਾਹਿਬ ਨੇ ਕਿਹਾ, ਜੇ ਕੱਲ੍ਹ ਹੀ ਆਪਾਂ ਕੀਰਤਪੁਰ ਸਾਹਿਬ ਦੀ ਗੱਲ ਕੀਤੀ ਹੈ ਕਿ ਉੱਥੇ ਭਾਰਤੀ ਜਨਤਾ ਪਾਰਟੀ ਦੇ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਆ ਉਹ ਮਾਸਕ ਵੰਡਦੇ ਸੀ ਤਾਂ ਲੋਕਾਂ ਉੱਥੇ ਵਿਰੋਧ ਕੀਤਾ, ਉੱਥੇ ਚਲੋ ਰੌਲਾ ਪਿਆ। ਪਰ ਜਿਆਣੀ ਸਾਹਿਬ ਨੇ ਜਿਸ ਤਰੀਕੇ ਹੁਣ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਨਾਂ ਲੈਤਾ ਕਿ ਮੈਂ ਤਾਂ ਉਹਨਾਂ ਨੂੰ ਨਹੀਂ ਬੋਲਣ ਦਿੱਤਾ। ਰਾਜੇਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਸਾਰੇ ਹੀ ਕਾਨੂੰਨਾਂ ਦੇ ਕੱਲੇ-ਕੱਲੇ ਕਲੌਜ਼ ਦੇ ਉੱਤੇ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਬੋਲਣ ਨਹੀਂ ਦਿੱਤਾ। ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਕਿ ਭਾਈ ਇਹਦੇ ਵਿੱਚ ਆਹ ਗਲਤ ਹੈ, ਤੇ ਉਹ ਉੱਠ ਕੇ ਜਾ ਕੇ ਪਿੱਛੇ ਅਫਸਰਾਂ ਨਾਲ ਮੁਲਾਕਾਤਾਂ ਕਰਦੇ ਹੁੰਦੇ ਆ ਕਿ ਭਾਈ ਦੱਸੋ ਹੁਣ ਕੀ ਕਹੀਏ। ਉਹ ਟੈਲੀਫੋਨ ਕਰਦੇ ਹੁੰਦੇ ਉੱਪਰਲੇ ਬੰਦਿਆਂ ਨੂੰ ਕਿ ਭਾਈ ਉਹ ਤਾਂ ਆਹ ਕਹਿੰਦੇ, ਦੱਸੋ ਅਸੀਂ ਕਹੀਏ। ਜਿਆਣੀ ਸਾਹਿਬ ਕਹਿੰਦੇ ਆ ਕਾਨੂੰਨ ਚੰਗੇ ਆ, ਮੈਂ ਨਹੀਂ ਲੀਡਰ ਬੋਲਣ ਦਿੱਤੇ ਕਿਸਾਨਾਂ ਦੇ। ਕਿਸਾਨਾਂ ਦੇ ਲੀਡਰ ਕਹਿੰਦੇ ਆ ਕਿ ਅਸੀਂ ਕੋਈ ਮੰਤਰੀ ਨਹੀਂ ਖੰਘਣ ਦਿੱਤਾ। ਮੈਨੂੰ ਐ ਲੱਗਦਾ ਇੱਕ ਵਾਰੀ ਫਿਰ ਪਬਲਿਕ 'ਚ ਆ ਕੇ ਡਿਬੇਟ ਹੋਈ ਜਾਣੀ ਚਾਹੀਦੀ ਹੈ, ਲੋਕਾਂ ਨੂੰ ਵੀ ਪਤਾ ਲੱਗ ਜਾ ਕਿ ਭਾਈ ਕਿਸਾਨਾਂ ਦਾ ਅੰਦੋਲਨ ਕਿਸਾਨਾਂ ਦਾ ਜਾਂ ਸਿਆਸਤਦਾਨਾਂ ਦਾ ਚੱਕਿਆ ਚਕਾਇਆ। ਕਿਸਾਨਾਂ ਨੂੰ ਪਤਾ ਹੈ, ਉਹ ਕੱਲੀ ਮੱਦ ਦੇ ਉੱਤੇ ਗੱਲ ਰੱਖਦੇ ਆ ਜਾਂ ਫਿਰ ਜਿਆਣੀ ਸਾਹਿਬ ਸਿਆਣੇ ਨੇ। ਨਹੀਂ, ਇਹ ਤਾਂ ਹੁਣ ਦੇਖੋ ਗੱਲ ਹੋਵੇ ਤੇ ਤਾਂ ਹੀ ਹੈ ਨਾ, ਪਰ ਕਾਰਨ ਇਹ ਹੈ ਨਾ WhatsApp ਗੱਲ ਕਰੇ ਕਿਹੜਾ ਹੈ ਨਾ। ਗੱਲ ਤੇ ਇਹ ਗੱਲ ਤਾਂ ਇਹ ਆ ਵੀ 25 ਦੀ ਆਪਾਂ ਚਿੱਠੀ ਵੀ ਦੇਖੀ ਵੀ ਮਹਾਰਾਜ ਸਾਡੇ ਨਾਲ ਕਰ ਲਓ ਜੀ ਗੱਲਬਾਤ ਤੁਸੀਂ, ਅਸੀਂ ਤਾਂ 25 ਦਾ ਕੁਛ ਨਾ ਕੁਛ ਦੱਸ ਦੇਣੀ, ਤੂੰ ਤੋਂ ਬਾਅਦ ਸੋਚਾਂਗੇ। ਕੋਈ ਜਵਾਬ ਆਇਆ ਨਹੀਂ। ਮੈਂ ਉਦੋਂ ਵੀ ਕਿਹਾ ਸੀ ਵੀ ਭਾਈ ਸਾਹਿਬ ਜਵਾਬ ਨਹੀਂ ਆਉਣਾ, ਤੁਸੀਂ ਮੈਨੂੰ ਟੀਚਰਾਂ ਕਰਦੇ ਵੀ ਯਾਰ ਤੈਨੂੰ ਜ਼ਿਆਦਾ ਪਤਾ। ਮੈਂ ਤੈਨੂੰ ਕਹੀ ਜਾਂਦਾ ਵੀ ਨਹੀਂ ਆਉਣਾ ਭਾਈ ਸਾਹਿਬ, ਕਿਉਂਕਿ ਉਹ ਜਿਹੜਾ ਹਥਿਆਰ ਹੈ ਨਾ ਉਹ ਬਹੁਤ ਵੱਡਾ ਹੈ। ਮੈਂ ਇੱਕ ਵਾਰ ਫਿਰ ਨਾਂ ਦੱਸ ਦਿਆਂ ਉਹਦਾ, ਦੱਸੋ, ਕੇਸੜ। ਜਦੋਂ ਬੰਦਾ ਮਾਰ ਲੈਂਦਾ ਨਾ ਫੇਰ ਨਹੀਂ ਕੋਈ ਗੱਲ, ਮਰੇ ਮੁੱਕਰੇ ਦਾ ਕਿਹੜਾ ਇਲਾਜ ਹੁੰਦਾ। ਬਸ ਰੌਲਾ ਭਾਜੀ ਪਤਾ ਕੀ ਆ, ਤੁਸੀਂ ਹੈਗੇ ਵੱਡੇ ਬੰਦੇ, ਫਿਰ ਵੱਡੇ ਬੰਦੇ ਵਾਲੀ ਕਿਹੜੀ ਮੈਂ ਦੱਸਦਾ। ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਜਾਂ ਕੋਈ ਬਹੁਤ ਵੱਡਾ ਸ਼ਹਿਰ ਦੇ ਵਿੱਚ ਸਮਾਗਮ ਹੋਵੇ, ਉੱਥੇ 2-3 ਬੰਦੇ ਤੁਹਾਡੇ ਵਰਗੇ ਹੁੰਦੇ ਆ ਜਿਨ੍ਹਾਂ ਦੀ ਲੀਡਰਾਂ ਦੇ ਨਾਲ ਬਹਿਣੀ ਉੱਠਣੀ ਹੁੰਦੀ ਹੈ, ਜਿਹੜੇ ਭਾਰੇ ਹੁੰਦੇ ਆ ਥੋੜੇ ਜਿਹੇ, ਘਰੋਂ ਵੀ ਸਰਦੇ ਪੁੱਜਦੇ, ਜੇਬ 'ਚ ਵੀ ਹੈਗਾ, ਤੇ ਜੇਬ ਜਿਹੜੇ ਝੱਗੇ ਤੇ ਲੱਗੀ ਆ ਤੇ ਝੱਗਾ ਜਿਹੜੇ ਢਿੱਡ ਦੇ ਉੱਤੇ ਪਾਇਆ ਉਹ ਢਿੱਡ ਵੀ ਵਾਹਵਾ ਹੁੰਦਾ ਹੈ ਨਾ। ਹੁਣ ਮੇਰੀ ਸੁਣਿਓ, ਉਹਨਾਂ ਬੰਦਿਆਂ ਨੂੰ ਪਤਾ ਹੁੰਦਾ ਹੈ ਕਿ ਅੱਜ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਮੰਤਰੀ ਸਾਹਿਬ ਨੇ ਆਉਣਾ ਹੈ, ਪਹਿਲਾਂ ਪਤਾ ਹੁੰਦਾ। ਉਹਨਾਂ ਨੂੰ ਇਹ ਵੀ ਪਤਾ ਹੁੰਦਾ 2 ਵਜੇ ਆਉਣਾ, 3 ਵਜੇ ਆਉਣਾ ਕਿ 4 ਵਜੇ ਆਉਣਾ। ਮੇਰੇ ਵਰਗੇ ਬੰਦੇ 2 ਵਜੇ ਮਾੜੀ ਜਿਹੀ ਉਧਰ ਕੋਈ ਟੀ ਹੁੰਦੀ ਆ, ਉਹਨਾਂ ਨੇ ਉਸੇ ਵੇਲੇ ਧੌਣ ਦੀ ਨਾੜ ਚੜਾ ਲੈਣੀ ਐ ਕਰਕੇ ਖਰੇ ਮੰਤਰੀ ਸਾਹਿਬ ਆ ਗਏ। ਉਹਨਾਂ ਨੂੰ ਪਤਾ ਹੁੰਦਾ ਕਿ 4 ਵਜੇ ਆਉਣਾ, ਉਹਨਾਂ ਨੇ 3:50 ਤੇ ਹੌਲੀ ਦਿਨ ਉੱਠਣਾ, ਮੁੱਖ ਗੇਟ ਦੇ ਕੋਲੇ ਹਾਰ ਲੈ ਕੇ ਚਲੇ ਜਾਣਾ ਤੇ ਕਹਿਣਾ ਕਿ ਆਓ ਜੀ ਮੰਤਰੀ ਸਾਹਿਬ ਤੁਹਾਡਾ ਸਵਾਗਤ ਹੈ। ਜਾਂ ਉਹਨਾਂ ਨੇ ਆਲੇ ਦੁਆਲੇ ਦੇਖਣਾ ਹੀ ਨਹੀਂ, ਉਹਨਾਂ ਨੇ ਐ ਬੈਠਣਾ ਕੁਰਸੀ ਦੇ ਉੱਤੇ, ਆਹ ਮੈਚ ਲਾਓ ਵੀ, ਅਗਲਾ ਮੈਚ ਲਾਓ ਵੀ, ਆਓ ਚਲੋ ਆਓ ਆਸ਼ੀਰਵਾਦ ਦੇ ਕੇ ਆਉਣੇ, ਗਰੁੱਪ ਫੋਟੋ ਖਿਚਾਉਣੇ। ਉਹਨਾਂ ਨੂੰ ਪਤਾ ਹੁੰਦਾ ਕਿ ਮੰਤਰੀ ਸਾਹਿਬ ਨੇ ਉਹ ਤਾਂ ਚੰਡੀਗੜ੍ਹ ਚਲ ਗਿਆ। ਇਸ ਕਰਕੇ ਤੁਹਾਨੂੰ ਸਾਰਾ ਹੀ ਪਤਾ ਕਿ ਜਵਾਬ ਆਉਣਾ ਕਿ ਨਹੀਂ ਆਉਣਾ, ਕਿੱਦਾਂ ਦਾ ਆਉਣਾ, ਕਦੋਂ ਨੂੰ ਆਉਣਾ। ਆਹੋ ਦੇਖੋ ਕਾਰਨ ਇਹ ਆ, ਮੈਂ ਨਾ ਕੁਛ ਚੀਜ਼ਾਂ ਜਿਹੜੀਆਂ ਇੱਧਰੋਂ ਉੱਧਰੋਂ ਸੁਣਦਾ ਰਹਿਣਾ ਜਾਂ ਲੀਡਰਾਂ ਨੂੰ, ਆਹੋ ਮੈਂ ਤੁਹਾਡੇ ਇਹ ਬੰਦਾ ਆਪੇ ਫਸ ਜਾਂਦਾ ਇੱਧਰ ਉੱਧਰ। ਲੀਡਰਾਂ ਦੀਆਂ ਆਦਤਾਂ ਯਾਰ ਪੂਰੀ ਗੱਲ ਨਹੀਂ ਸੁਣਦੇ। ਲੀਡਰਾਂ ਦੀਆਂ ਆਦਤਾਂ ਨੂੰ ਜਦੋਂ ਦੇਖਦਾ ਉਦੋਂ ਮੈਂ ਅੰਦਾਜ਼ਾ ਲਾਉਣਾ ਵੀ ਭਾਈ ਸਾਹਿਬ ਆਹ ਜਿਹੜੀ ਚੀਜ਼ ਹੈ ਇਸ ਪਾਸੇ ਜਾ ਰਹੀ। ਮੈਂ ਤੁਹਾਨੂੰ ਤਾਂ ਮੈਂ ਵਿੱਚ ਇਹ ਕਹਿ ਸਕਦਾ ਕਿ ਸੰਧਾਲੀਆ ਸਾਹਿਬ ਸਵੇਰੇ ਫਰੂਟ ਖਾਂਦੇ ਨੇ, ਸੰਧਾਲੀਆ ਸਾਹਿਬ ਦੁਪਹਿਰੇ 2 ਰੋਟੀਆਂ ਖਾਂਦੇ ਨੇ, ਨਾਲ ਦਾਲ ਖਾਂਦੇ ਨੇ, ਸੰਧਾਲੀਆ ਸਾਹਿਬ ਬੁੱਧਵਾਰ ਦੁਪਹਿਰੇ ਸਲਾਦ ਖਾਂਦੇ ਨੇ। ਮੈਨੂੰ ਤੁਹਾਡਾ ਪਤਾ ਹੋ ਸਕਦਾ ਕਿਉਂਕਿ ਮੈਂ ਕਦੇ ਤੁਹਾਡੇ ਨਾਲ ਰਹਿਣਾ। ਸਾਨੂੰ ਨਹੀਂ ਪਤਾ ਹੋ ਸਕਦਾ ਕਿ ਮੰਤਰੀ ਸਾਹਿਬ ਸਵੇਰੇ ਛੇਤੀ ਉੱਠਦੇ ਆ ਜਾਂ ਸਵੇਰੇ ਲੇਟ ਉੱਠਦੇ ਆ, ਰਾਤੀ ਲੇਟ ਸੌਂਦੇ, ਉਹ ਤਾਂ ਤੁਹਾਨੂੰ ਪਤਾ ਹੋ ਸਕਦਾ। ਯਾਰ ਹੋਰ ਪਾਸੇ ਗੱਲ ਹੈ ਇਹਨਾਂ ਦੀ। ਮੈਂ ਤਾਂ ਕਹਿੰਦਾ ਦੇਖੋ ਕਾਰਨ ਆ, ਆਪਾਂ ਇੱਕ ਵਾਰ ਫਿਰ ਤੋਂ ਢਾਹ ਕੇ ਬਣਾ ਲੈਂਦੇ। ਦੇਖੋ ਢਾਹ ਕੇ ਬਣਾਉਣ ਵਾਲੀ ਗੱਲ ਇਹ ਆ ਕਿ ਵੀ ਜਿੰਨੇ ਚਿਰ ਦੀ ਘੇਸਲ ਹੋਊਗੀ ਐਂਡ ਜਿੰਨੇ ਚਿਰ ਦਾ ਕੋਈ ਜਵਾਬ ਨਹੀਂ ਆ ਰਿਹਾ, ਮੈਂ ਉਦੋਂ ਵੀ ਕਿਹਾ ਸੀ ਵੀ ਐਡਾ ਕੋਈ ਕਮਲਾ ਨਹੀਂ ਭਾਈ ਸਾਹਿਬ ਵੀ 3-4 ਸਟੇਟਾਂ ਦੇ ਵਿੱਚ ਇਸ ਵਕਤ ਫੜ ਲਓ ਹੋਈ ਹੋਵੇ। ਆਪਾਂ ਨੂੰ ਇਹ ਵੀ ਪਤਾ ਹੋ ਵੀ 3 ਐਸੀਆਂ ਸਟੇਟਾਂ ਨੇ ਵੀ ਆਉਂਦੇ 6 ਮਹੀਨਿਆਂ ਤੱਕ ਉੱਥੇ ਇਲੈਕਸ਼ਨ ਹੈ, ਉਹਦੇ 'ਚੋਂ 2 ਸਟੇਟਾਂ ਐਸੀਆਂ ਹੁਣ ਜਿੱਥੇ ਆਪਣੀ ਸਰਕਾਰ ਹੈ, ਤੇ ਆਪਾਂ ਇਹ ਵੀ ਸੋਚਦੇ ਹੋਏ ਵੀ ਆਪਾਂ ਇੱਕ ਵਾਰ ਫਿਰ ਤੋਂ ਉੱਥੇ ਝੰਡਾ ਕੱਢਣਾ, ਤੇ ਉੱਥੇ ਲੋਕ ਰੌਲਾ ਪਾਉਂਦੇ ਹੁਣ ਦੇਖੀ ਆਪਾਂ ਐਂ ਕਰ ਦਾਂਗੇ BJP ਨੂੰ ਜਿਉਂ ਕਰ ਦਾਂਗੇ, ਤੇ ਮੈਂ ਕੋਈ ਗੱਲ ਹੀ ਨਾ ਸੁਣਾ। ਇਹ ਮੈਂ ਦੇ ਵਿੱਚ ਤੁਸੀਂ ਇਹ ਨਾ ਸਮਝੋ ਵੀ ਮੈਂ ਆਪਣੀ ਗੱਲ ਕਰ ਰਿਹਾ, ਮਤਲਬ ਮੇਰੀ ਥਾਂ 'ਤੇ ਕੋਈ ਵੀ ਬੰਦਾ ਹੋ ਸਕਦਾ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਘੇਸਲ ਮਾਰੀ ਗਈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਦੇ ਹੋਊ। ਅੱਛਾ ਹੋਰ ਛੱਡੋ, ਆਪਾਂ ਸੂਰੀ ਹੋਰਾਂ ਦੀ ਕੱਲ੍ਹ ਗੱਲ ਕੀਤੀ, ਇੱਕ ਸੂਰੀ ਸਾਹਿਬ ਹੋ ਗਏ, ਇੱਕ ਭਾਈ ਸਾਹਿਬ ਹੋਰ ਸੀਗੇ, ਉਹ ਵੀ ਝੰਡਾ ਲਾ ਕੇ ਉਸ ਦਿਨ ਲੱਗੇ ਸੀਗੇ। ਉਹ ਜਿਹੜੇ ਬੰਦੇ ਉੱਠ ਰਹੇ ਨੇ, ਉਹ ਕੋਈ ਕਹਿੰਦਾ ਜੀ ਸਾਡੀ ਸ਼ਿਵ ਸੈਨਾ ਹੈ, ਵੈਸੇ ਸਾਡਾ BJP ਨਾਲ ਵਿਰੋਧ ਆ, ਪਰ ਜੇ ਫਲਾਨੀ ਗੱਲ ਦੇ ਉੱਪਰ ਜਾਂਦੇ ਆ ਤੇ ਫਿਰ ਆਪਾਂ ਉਹਨਾਂ ਦੇ ਨਾਲ ਤੁਰਾਂਗੇ, ਘੱਟੋ ਘੱਟ ਸਾਂਝਾ ਪੂਰਾ। ਹਾਂ ਹੈ ਨਾ। ਫਿਰ ਉਹ ਕਹਿੰਦਾ ਜੀ ਇੱਦਾਂ ਹੈ, ਉਹ ਕਹਿੰਦਾ ਜੀ ਹਾਂ ਜੀ ਝੰਡਾ ਅਸੀਂ ਲਾਇਆ ਕਿਉਂਕਿ ਸਾਡਾ ਧਾਰਮਿਕ ਝੰਡਾ, ਕਿਉਂਕਿ ਮੋਦੀ ਸਾਹਿਬ ਵੈਸੇ ਤਾਂ ਸਾਡਾ ਉਹਨਾਂ ਨਾਲ ਵਿਰੋਧ ਹੈ, ਪਰ ਮੋਦੀ ਸਾਹਿਬ ਕਿਉਂਕਿ ਹਿੰਦੂ ਨੇ, ਉਹ ਹਿੰਦੂਆਂ ਦੇ ਰਾਜੇ ਨੇ, ਅਸੀਂ ਹਿੰਦੂਆਂ ਦੇ ਨਾਲ ਆ, ਉਹ ਹਿੰਦੂ ਮੁੱਖ ਮੰਤਰੀ ਬਣਾਵਾਂਗੇ। ਇਹ ਗੱਲਾਂ ਕਿੱਧਰੋਂ ਆ ਗਈਆਂ? ਮੈਂ ਤੈਨੂੰ ਤਾਂ ਹੀ ਕਹੀ ਹੈ ਨਾ ਵੀ ਇਹ ਬੰਦੇ ਉਹਦੇ ਚੁੱਪ ਸੀ। ਜੇ ਹੁਣ ਇੱਦਾਂ ਦੇ ਹੋਰ ਬੰਦੇ ਬੋਲਣਗੇ, ਹੁਣ ਪਿਛਲੇ ਦਿਨ ਆਪਾਂ ਉਹ ਵੀ ਜ਼ਿਕਰ ਕੀਤਾ ਸੀ ਵੀ ਇੱਕ ਭਾਈ ਸਾਹਿਬ ਉੱਠੇ ਨੇ, ਉਹ ਕਹਿੰਦਾ ਮੇਰਾ ਮਨ ਕੀਤਾ ਅਰਦਾਸ ਕਰਨ, ਮੈਂ ਕਰਤੀ। ਇੱਕ ਆਪਾਂ ਹੋਰ ਵੇਖਿਓ, ਜੈਦਰ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਵੱਡੀ ਸਾਰੀ ਫੋਟੋ ਆ, ਉਹਦੇ ਅਗਲੇ ਪਾਸੇ ਕਿਰਪਾਨ ਫੜ ਕੇ ਉਹ ਵੀ ਬਿਆਨ ਦੇ ਰਹੇ ਨੇ। ਜਿੱਦਾਂ ਦੇ ਇਹ ਬਿਆਨ ਆਉਣ ਲੱਗ ਪਏ,
ਇਹਨਾਂ ਸਾਰੇ ਬਿਆਨਾਂ ਦੇ ਵਿੱਚ ਕਿਤੇ ਖੇਤੀ ਕਾਨੂੰਨ ਹੈ। ਇਹ ਖੇਤੀ ਕਾਨੂੰਨ ਵਾਲੀ ਉਹ 11ਵੀਂ ਮੀਟਿੰਗ ਤੋਂ ਬਾਅਦ 12ਵੀਂ ਡੀਕਣ ਡਿਆ ਤੇ ਅਗਲੇ ਉਦੋਂ ਬਾਅਦ ਚੁੱਪ ਕਰਕੇ ਕਿਸੇ ਹੋਰ ਪਾਸੇ ਲੱਗੇ। ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਫਿਰ ਨਹੀਂ ਤੁਸੀਂ ਮੰਨਦੇ। ਨਹੀਂ, ਮੈਂ ਹੁਣ ਮੰਨ ਗਿਆ। ਅਸਲ ਦੇ ਵਿੱਚ ਨਾ ਸਾਨੂੰ 2 ਟੁਕ ਫੈਸਲਾ ਕਰਨਾ ਪੈਣਾ ਆਮ ਲੋਕਾਂ ਨੂੰ। 2 ਟੁਕ ਕਰਾਈਏ, 1 ਟੁਕ ਕਰਾਈਏ? ਅੱਧਾ ਕਰੋ, ਟਾਈਮ ਅੱਧਾ ਘੱਟ। ਟੁਕ, ਹਾਂ ਬਸ ਕਰਾ ਦਿੰਨੇ ਜੀ। ਫੈਸਲਾ ਕਰਨਾ ਪਊਗਾ ਕਿ ਸਿਹਤ, ਸਿੱਖਿਆ, ਸਾਫ਼ ਹਵਾ, ਸਾਫ਼ ਪਾਣੀ, ਰੁਜ਼ਗਾਰ, ਇਹ ਨਹੀਂ ਜੇ ਮਿਲਣਾ। ਤੇ ਭਾਈਚਾਰਾ। ਅੱਗੇ ਗੱਲ ਕਰੋ। ਇਹ 6 ਚੀਜ਼ਾਂ। ਨਹੀਂ ਇਹ ਉਹ ਸਾਰਾ ਕੁਝ ਮਿਲਣਾ ਨਹੀਂ, ਭਾਈਚਾਰਾ ਹੀ ਰਹਿਣ ਨਹੀਂ ਦੇਣਾ। ਓਕੇ, ਅੱਗੇ ਗੱਲ ਕਰੋ। ਠੀਕ ਹੈ ਜੀ। ਮੈਂ ਕਹਿੰਦਾ ਕਿ ਲੋਕ ਫੈਸਲਾ ਕਰ ਲੈਣ ਕਿ ਆਹ 6 ਚੀਜ਼ਾਂ ਹੀ ਸਾਡੇ ਲਈ ਇੰਪੋਰਟੈਂਟ ਆ ਤੇ ਅਸੀਂ ਆਪਸ 'ਚ ਪਾਟਣਾ ਨਹੀਂ। ਇਹ ਫੈਸਲਾ ਪਤਾ ਕਿੱਦਾਂ ਕਰਨਾ ਪੈਣਾ? ਜਿੱਦਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸਾਹਿਬ ਜਿਹੜੇ ਆ, ਉਹਨਾਂ ਨੇ ਐ ਲਕੀਰ ਖਿੱਚਤੀ। ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਦੇ ਸੀ, ਉਹ ਥਾਣਿਆਂ ਦੇ ਵਿੱਚ ਪਰਚੇ ਕਰਾਉਣ ਨੂੰ ਫਿਰਦੇ ਸੀ ਕਿ ਭਾਈ ਰਾਮਦੇਵ ਐਲੋਪੈਥੀ ਦੇ ਬਾਰੇ, ਜਾਣੀ ਕਿ ਆ ਜਿਹੜਾ ਵਿਗਿਆਨਕ ਨਜ਼ਰੀਆ ਆ, ਸਾਇੰਸ ਦੇ ਨਾਲ ਸੰਬੰਧਿਤ ਜਿਹੜੀ ਪੈਥੀ ਹੈ, ਕਿ ਉਹਨੂੰ ਗਲਤ ਕਹੀ ਜਾਂਦੇ ਆ ਕਿ ਡਾਕਟਰਾਂ ਨੇ ਬੰਦੇ ਮਾਰਤੇ। ਤੇ ਮੁੜ ਕੇ ਆਣ ਕੇ 25-25 ਸਵਾਲ ਦਾਗਦਾ ਕਿ ਭਾਈ 90% ਬੰਦੇ ਕਰੋਨਾ ਵਾਲੇ ਅਸੀਂ ਠੀਕ ਕੀਤੇ ਆ। ਉਹ ਕਹਿੰਦੇ ਜੀ ਗੱਲ ਕਲੀਅਰ ਹੈ। ਉਹ ਕਹਿੰਦੇ ਜਾਂ ਤਾਂ ਕੇਂਦਰ ਦੀ ਸਰਕਾਰ ਰਾਮਦੇਵ ਨੂੰ ਗਲਤ ਕਹਿ ਕੇ ਉਹਦੇ ਤੇ ਪਰਚਾ ਕਰ ਦੇਵੇ ਦੇਸ਼ ਧਰੋਹ ਦਾ, ਆ ਜਿਹੜਾ ਮਹਾਮਾਰੀ ਐਕਟ ਦੇ ਤਹਿਤ, ਕਿ ਭਾਈ ਉਹਨੇ ਗਲਤ ਕੀਤਾ, ਲੋਕਾਂ ਨੂੰ ਗਲਤ ਗਾਈਡ ਕੀਤਾ, ਜਾਂ ਫਿਰ ਐਲੋਪੈਥੀ ਨੂੰ ਕਹਿ ਦੇਵੇ ਕਿ ਭਾਈ ਤੁਸੀਂ ਗਲਤ ਆ ਤੇ ਡਾਕਟਰਾਂ ਨੂੰ ਨੌਕਰੀ ਤੋਂ ਕੱਢ ਦੇਵੇ। ਉਹ ਕਹਿੰਦੇ ਤੀਜੀ ਗੱਲ ਕੋਈ ਨਹੀਂ, ਜਾਂ ਆ ਠੀਕ ਆ ਤੇ ਜਾਂ ਰਾਮਦੇਵ ਦੇ ਬਿਆਨ ਠੀਕ ਆ। ਦੋਨਾਂ ਦੇ ਵਿੱਚੋਂ ਜਿਹੜੀ ਚੀਜ਼ ਠੀਕ ਆ ਐ ਲਕੀਰ ਖਿੱਚੋ। ਤੇ ਕਿਸੇ ਹੋਰ ਨੇ ਨਹੀਂ ਕਿਹਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਖਿਆ। ਪਰ ਮੂਹਰਿਓਂ ਜਵਾਬ ਸੱਜਣਾ ਅਜੇ ਤੱਕ ਕੋਈ ਨਹੀਂ ਜੀ ਆਇਆ। ਜਵਾਬ ਫਿਰ ਮੈਂ ਦੱਸ ਦਿਆਂ ਯਾਰ, ਫਿਰ ਮੈਂ ਕਦ ਲਈ ਬੈਠਾ ਸੀ ਕਿਹੜੇ ਮਰਜ਼ੀ ਦਵਾਈਆਂ ਕੀ ਕਰਦੇ ਹੋ। ਦੇਖੋ ਡਾਕਟਰ ਸਾਹਿਬ ਬਹੁਤ ਗੁੱਸੇ 'ਚ ਨੇ ਇਸ ਵਕਤ। ਉਹ ਸਾਰੀ ਐਸੋਸੀਏਸ਼ਨ ਬਹੁਤ ਮਤਲਬ ਗੁੱਸੇ 'ਚ ਹੈ। ਇਹਨਾਂ ਨੂੰ ਚਾਹੀਦਾ ਵੀ ਥੋੜ੍ਹੇ ਜਿਹੇ ਰਿਲੈਕਸ ਹੋਣ, ਕੋਈ ਮਤਲਬ ਕੋਈ ਘੱਟ BP ਘਟਾਉਣ ਵਾਲੀ, ਕੋਈ ਸਰੀਰ ਠੰਡਾ ਰੱਖਣ ਵਾਲੀ ਕੋਈ ਦਵਾਈ ਖਾਣ, ਗੋਲੀ ਖਾਣ। ਕਿਉਂਕਿ ਜਿੰਨਾ ਵੀ ਮਸਲਾ ਇਹ ਵੱਧਦਾ ਗਿਆ ਨਾ, ਇਹਦਾ ਇਲਾਜ ਉਹ ਹੋਣਾ ਜਿਹੜਾ ਇਕੱਲੇ ਪਿੰਡ ਦੀ ਚੌਂਕੀ 'ਚ ਹੁੰਦਾ, ਉਹ ਉੱਤੇ ਹੋਣਾ। ਉਹ ਕਿਦਾਂ? ਰਾਜੀਨਾਮਾ। ਅੱਛਾ, ਕੀ ਕਰਦੇ ਆ ਮੈਂ ਦੱਸੀ ਜਾਣਾ। ਇਹਦਾ ਹੋਰ ਕੋਈ ਹੱਲ ਨਹੀਂ ਹੈਗਾ। ਦੇਖੋ ਜੇ ਤਾਂ ਇਹਦਾ ਕੰਮ ਚੁੱਕਿਆ ਜਾਣਾ ਹੁੰਦਾ ਤੇ ਭਾਈ ਸਾਹਿਬ ਹੈਲਥ ਮਿਨਿਸਟਰ ਆਪਣੇ ਖੁਦ ਡਾਕਟਰ ਨੇ ਯਾਰ। ਅਗਲਾ ਬੰਦਾ ਹੁਣ ਇਹਦਾ ਨਾ ਵੀ ਅਗਲਾ ਬੰਦਾ ਹੈਲਥ ਮਿਨਿਸਟਰ ਨੂੰ ਪਤਾ ਕੁਝ ਨਹੀਂ, ਇਹਦਾ ਮਤਲਬ ਖੁਦ ਡਾਕਟਰ ਹਰਸ਼ਵਰਧਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਪਤਾ। ਜੇ ਉਹ ਬੰਦਾ ਵੀ ਕਹਿ ਚੁੱਕਾ ਘੁੰਮ ਘੁਮਾ ਕੇ ਵੀ ਜੀ ਹੁਣ ਉਹ ਬਿਆਨ ਵਾਪਸ ਲੈ ਲੈਣ, ਇਦਾਂ ਨਹੀਂ ਕਹਿਣਾ ਚਾਹੀਦਾ ਉਹਨੂੰ, ਨਹੀਂ ਉਹਨਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ। ਐਂਡ 2 ਦਿਨ ਬਾਅਦ ਆਪਾਂ ਇਹ ਵੀ ਸੁਣ ਰਿਹਾ ਵੀ ਕਿਸੇ ਦਾ ਜੇ ਪਿਓ 'ਚ ਜ਼ੋਰ ਹੈਗਾ ਤਾਂ ਮੈਨੂੰ ਫਿਰ ਕਰੋ ਗ੍ਰਿਫਤਾਰ। ਕਿਹਾ ਨਾ ਬਾਬੇ ਨੇ। ਜੀ ਅਜੇ ਵੀ ਸਮਝ ਨਹੀਂ ਆਉਂਦੀ ਵੀ ਭਾਈ ਸਾਹਿਬ ਰਾਜੀਨਾਮਾ ਲਿਖਿਆ ਪਿਆ, ਬਸ ਸਾਈਨ ਕਰਨੇ ਦੋਵਾਂ ਤਰ੍ਹਾਂ ਨੇ। ਫਿਰ ਮੈਂ ਦੱਸੋ ਕੀ ਸਮਝਾਵਾਂ। ਜਾਣੀ ਇਹਦਾ ਮਤਲਬ ਹੈ ਕਿ ਆਮ ਲੋਕਾਂ ਦੀ ਹਾਲਤ ਉਸ ਘਰ ਦੀ ਬੀਬੇ ਵਰਗੀ ਆ ਜਿਹੜੀ ਸਵੇਰ ਦੀ ਉੱਠ ਕੇ ਕੰਮ ਲੱਗੀ ਹੈ ਤੇ ਉਧਰੋਂ ਮੱਝ ਡਿੰਗੀ ਜਾਂਦੀ ਹੈ, ਤੇ ਤੁਹਾਡੇ ਵਰਗਾ ਲੀਡਰ ਬੰਦਾ ਜਿਹੜਾ ਘਰ ਦਾ ਬੰਦਾ ਹੈਗਾ ਉਹ ਵਿਹੜੇ 'ਚ ਪਿਆ ਤੇ ਉਹਨੇ ਖੇਸੀ ਡੱਬੀਆਂ ਵਾਲੀ ਲਈ ਆ, ਤੇ ਰਾਤ ਦਾ 9 ਵਜੇ ਦਾ ਸੁੱਤਾ, ਸਵੇਰੇ 7:30 ਹੋ ਗਏ, ਉਹ ਆਉਂਦੀ ਜਾਂਦੀ ਝਾੜੂ ਫਿਰਦੀ, ਉੱਠ ਕੇ ਪੱਠੇ ਲੈ ਆ, ਉੱਠ ਕੇ ਪੱਠੇ ਪਾ ਦੇ, ਉਹ ਡਿੰਗੀ ਜਾਂਦੀ ਹੈ, ਦੁੱਧ ਵੀ ਮੁੜ ਕੇ ਚੋਣਾ। ਉਹ ਇੱਕ ਵਾਰੀ ਸੁਣ ਕੇ ਐਨ ਹੋ ਜਾਂਦਾ ਹੈ, ਉਧਰ ਦੀ ਝਾੜੂ ਫਿਰਦੇ ਆਉਂਦੀ ਤਾਂ ਉਹ ਪਾਸਾ ਵੱਟ ਕੇ ਐਨ ਹੋ ਜਾਂਦਾ, ਉੱਠਦਾ ਨਹੀਂ। ਇਦਾਂ ਹੀ ਆ। ਇੱਦਾਂ ਨਾਲੇ ਉਹਦੇ 'ਚ ਇਹ ਵੀ ਹੁੰਦਾ ਵੀ ਖੇਸੀ ਭਾਵੇਂ ਲੱਤਾਂ ਤੋਂ ਢਿੱਡ ਤੱਕ ਲੱਥੀ ਹੋਵੇ, ਮੂੰਹ ਤੇ ਜ਼ਰੂਰ ਲਈ ਹੁੰਦੀ ਹੈ। ਉੱਥੇ ਕਿ ਢਿੱਡ ਨੇ ਗੋਡੇ ਢਿੱਡ ਨਾਲ ਲਾਈ ਜਾਣੇ ਆ। ਹਾਂ, ਇਹ ਉਹ ਅਸਲ ਦੇ ਵਿੱਚ ਉਹਨੂੰ ਕਹਿੰਦੇ ਘੇਸਲ, ਜਿਹੜੀ ਕਿ ਮਾਰ ਲੈਣੀ ਚਾਹੀਦੀ। ਆਪਾਂ ਹੁਣ ਮਾਰੀਏ, ਚੱਲੀਏ। ਚੜ੍ਹਦੀ ਕਲਾ ਜੀ, ਸ਼ੁਕਰੀਆ। ਹਾਂ ਪੱਖੀ। ਲਓ ਜੀ, ਸੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।